ਸਤਿ ਸ਼੍ਰੀ ਅਕਾਲ ਜੀ, ਮੈਂ ਜਸ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਟਾਕ ਟੀਵੀ। ਸੋ ਅੱਜ ਤੁਹਾਨੂੰ ਉਸ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਹੈ ਆਪਣੇ ਗੀਤਾਂ ਰਾਹੀਂ ਔਰ ਆਪਣੀ ਗਾਇਕੀ ਦੇ ਰਾਹੀਂ। ਸੋ ਸਾਡੀ ਪੰਜਾਬੀ ਟਾਕ ਟੀਵੀ ਦੀ ਪੂਰੀ ਟੀਮ ਹੈ ਜਿਹੜੀ ਅੱਜ ਪਹੁੰਚੀ ਹੈ ਜੀ ਸ਼ਹਿਰ ਲੁਧਿਆਣਾ ਵਿਖੇ। ਸੋ ਮਿਲਵਾਉਂਦੇ ਹਾਂ ਤੁਹਾਨੂੰ ਉਸ ਆਵਾਜ਼ ਦੇ ਨਾਲ। ਅੱਜ ਗਾਇਕੀ ਦੀ ਗੱਲ ਨਹੀਂ ਹੋਣੀ, ਅੱਜ ਗੀਤਕਾਰੀ ਦੀ ਗੱਲ ਨਹੀਂ ਹੋਣੀ, ਅੱਜ ਬਿਲਕੁਲ ਨਵੇਂ ਮੁੱਦੇ ਤੇ ਗੱਲ ਹੋਣੀ ਹੈ ਜਿਹੜਾ ਇਸ ਟਾਈਮ ਇੰਡਸਟਰੀ ਦੇ ਵਿੱਚ ਪੂਰੀ ਤਰ੍ਹਾਂ ਭਖ ਚੁੱਕਿਆ ਹੈ, ਜਿਨ੍ਹਾਂ ਨੂੰ ਬੋਲਣਾ ਚਾਹੀਦਾ ਸੀ। ਭਖ ਚੁੱਕੇ ਮੁੱਦੇ ਬਾਰੇ ਸਾਡੇ ਨਾਲ ਮੌਜੂਦ ਨੇ ਸਾਡੇ ਬਹੁਤ ਹੀ ਰਿਸਪੈਕਟਡ ਹਸਤੀ ਜਨਾਬ ਹਾਕਮ ਬਖਤੜੀਵਾਲਾ ਜੀ, ਜਿਹੜੇ ਪਾਵਰਾਂ 'ਚ ਬੈਠੇ ਉਹ ਨਹੀਂ ਬੋਲੇ। ਇੱਕ ਤੁਹਾਡੇ ਤੇ ਹੋਰ ਬੜਾ ਵੱਡਾ ਦੋਸ਼ ਲੱਗਿਆ ਹੈਗਾ ਜੀ ਕਿ ਹਾਕਮ ਬਖਤੜੀਵਾਲਾ ਨੇ ਜਿੰਨਾ ਵੀ ਮੀਡੀਆ ਉਹ ਸਾਰਾ ਖਰੀਦਿਆ ਹੋਇਆ। ਹਾਂ ਖਰੀਦਿਆ ਜਾਨਾਂ ਨੂੰ ਇਹ ਕੌੜੀ ਗੱਲ ਆ ਜਿਹੜੀ ਉਹ ਚੁਭੂਗੀ ਲੱਗਦੀ ਹੈ ਉਹਨਾਂ। ਮੈਂ ਹਵਾ 'ਚ ਗੱਲਾਂ ਨਹੀਂ ਕਰਦਾ। ਅਸੀਂ ਇਸੇ ਕਮਰੇ 'ਚ ਬੈਠ ਕੇ ਗੱਲਾਂ ਕਰਨ ਵਾਲੇ ਲੋਕ ਨੇ ਯਾਰ। ਧਰਤੀ ਤੇ ਉਤਰ ਕੇ ਗੱਲ ਕਰਦੇ ਹਾਂ। ਔਰ ਹੁਣ ਕੀ ਕਿਸੇ ਨੂੰ ਕੀੜੇ ਪੈ ਗਏ? ਸਲਾਹਾਂ ਦੇਣ ਵਾਲੇ ਕਿੱਥੇ ਨੇ? ਦੇ ਦੇਣ ਸਲਾਹ। ਲਓ ਜੀ ਦੋਸਤੋ, ਸਾਡੇ ਨਾਲ ਮੌਜੂਦ ਨੇ ਪੰਜਾਬ ਦੀ ਉਹ ਖੂਬਸੂਰਤ ਆਵਾਜ਼ ਤੇ ਬੁਲੰਦ ਆਵਾਜ਼ ਜਿਨ੍ਹਾਂ ਦੇ ਗੀਤਾਂ ਨੂੰ ਤੁਸੀਂ ਮਣਾ ਮੂੰਹੀ ਪਿਆਰ ਬਖਸ਼ਿਆ ਔਰ ਜਿਨ੍ਹਾਂ ਦੀ ਗੀਤਕਾਰੀ ਨੂੰ ਵੀ ਤੁਸੀਂ ਮਣਾ ਮੂੰਹੀ ਪਿਆਰ ਬਖਸ਼ਿਆ ਔਰ ਜਿਨ੍ਹਾਂ ਨੇ ਜ਼ਿੰਦਗੀ ਭਰ ਜਿਹੜੀ ਹੈ ਸੱਭਿਆਚਾਰ ਦੇ ਦਾਇਰੇ 'ਚ ਰਹਿ ਕੇ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ। ਸੋ ਜਿਹੜਾ ਮੁੱਦਾ ਅੱਜ ਪੰਜਾਬੀ ਇੰਡਸਟਰੀ ਦੇ ਵਿੱਚ ਕਲਾਕਾਰੀ ਇੰਡਸਟਰੀ ਦੇ ਵਿੱਚ ਜਿਹੜਾ ਮੁੱਦਾ ਭਖਿਆ ਹੋਇਆ, ਅੱਜ ਆਪਾਂ ਉਸ ਵਿਸ਼ੇ ਤੇ ਗੱਲ ਕਰਾਂਗੇ। ਸੋ ਸਾਡੇ ਨਾਲ ਮੌਜੂਦ ਨੇ ਜਨਾਬ ਹਾਕਮ ਬਖਤੜੀਵਾਲਾ ਜੀ। ਸਭ ਤੋਂ ਪਹਿਲਾਂ ਪੰਜਾਬੀ ਟਾਕ ਟੀਵੀ ਤੇ ਉਹਨਾਂ ਦਾ ਕਰਦੇ ਹਾਂ ਸਵਾਗਤ। ਉਸ ਤੋਂ ਬਾਅਦ ਗੱਲਾਂ ਦਾ ਸਿਲਸਿਲਾ ਜਿਹੜਾ ਉਹ ਆਪਣਾ ਜਾਰੀ ਰਹੂਗਾ। ਸੋ ਸਭ ਤੋਂ ਪਹਿਲਾਂ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਟਾਕ ਟੀਵੀ ਤੇ। ਬਹੁਤ ਬਹੁਤ ਧੰਨਵਾਦ ਜੀ। ਮੈਂ ਸਿੱਧੂ ਸਾਹਿਬ ਤੁਹਾਡੇ ਟਾਕ ਟੀਵੀ ਦੀ ਸਮੁੱਚੀ ਟੀਮ ਦਾ, ਖਾਸ ਕਰਕੇ ਜਸ ਸਿੱਧੂ ਮੇਰੇ ਛੋਟੇ ਵੀਰ, ਤੁਸੀਂ ਦੀਪ ਗਿੱਲ ਤੇ ਕਰਮ ਸੰਧੂ ਜੀ ਉਹਨਾਂ ਦਾ, ਤੁਹਾਡੇ ਸਮੁੱਚੇ ਅਦਾਰੇ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਜਾਂ ਮੇਰੇ ਖਿਆਲਾਂ ਨੂੰ, ਮੇਰੀ ਸੋਚ ਨੂੰ ਮੇਰੇ ਸਰੋਤਿਆਂ ਦੇ ਚਰਨਾਂ 'ਚ ਜੋੜਨ ਦਾ ਮੈਨੂੰ ਮਾਣ ਬਖਸ਼ਿਆ। ਮੈਂ ਤੁਹਾਡਾ ਥੈਂਕਸ ਕਰਦਾ, ਧੰਨਵਾਦ ਕਰਦਾ ਔਰ ਮੈਂ ਬੇਨਤੀ ਕਰਦਾ ਕਿ ਮੈਂ ਬਾਕੀ ਜਿਹੜਾ ਮੀਡੀਆ ਉਹਦੇ ਵਾਂਗੂ ਤੁਸੀਂ ਹਮੇਸ਼ਾ ਮੇਰੇ ਪਰਿਵਾਰ ਨਾਲ ਇੱਥੇ ਜੁੜੇ ਰਹੋਗੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ, ਮਿਹਰਬਾਨੀ। ਸਾਡੀ ਪੂਰੀ ਟੀਮ ਵੱਲੋਂ ਜੀ, ਸਾਡੇ ਪੂਰੀ ਪਰਿਵਾਰਕ ਟੀਮ ਵੱਲੋਂ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਔਰ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ, ਇਸ ਵਾਸਤੇ ਤੁਹਾਡਾ ਸਾਡੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਭਾਜੀ, ਆਪਾਂ ਤੁਹਾਡੀ ਗਾਇਕੀ ਤੇ ਤੁਹਾਡੀ ਗੀਤ ਪੁਕਾਰੀ ਬਾਰੇ ਜਿਹੜੀ ਗੱਲਬਾਤ ਹੈਗੀ ਆਪਾਂ ਨੈਕਸਟ ਇੰਟਰਵਿਊ ਦੇ ਵਿੱਚ ਫੇਰ ਕਰਾਂਗੇ। ਪਰ ਜਿਹੜਾ ਹੁਣ ਨਾਲ ਵੀ ਦਲਜੀਤ ਜੀ ਹੋਣਗੇ ਉਦੋਂ। ਜੀ ਬਿਲਕੁਲ। ਤੇ ਜਿਹੜਾ ਹੁਣ ਬਿਲਕੁਲ ਇਸ ਟਾਈਮ ਮੁੱਦਾ ਜਿਹੜਾ ਭਖ ਰਿਹਾ, ਆਪਾਂ ਅੱਜ ਉਸ ਬੇਸ ਤੇ ਗੱਲ ਕਰਾਂਗੇ। ਤੁਸੀਂ ਇੱਕ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੀ ਸਥਾਪਨਾ ਕੀਤੀ ਹੈ। ਬਿਲਕੁਲ ਜੀ, ਬਿਲਕੁਲ। ਤਾਂ ਜਿਹੜੀ ਇਹ ਸਥਾਪਨਾ ਤੁਸੀਂ ਕੀਤੀ ਹੈਗੀ ਹੈ, ਇਹ ਜਦੋਂ ਤੁਸੀਂ ਸਥਾਪਨਾ ਕਰਨੀ ਸੀ ਇਹਦੀ, ਤਾਂ ਉਸ ਵੇਲੇ ਤੁਸੀਂ ਕਿਹੜੇ ਕਲਾਕਾਰਾਂ ਦੇ ਨਾਲ, ਕਿਹੜੇ ਆਪਣੇ ਸਾਥੀਆਂ ਦੇ ਨਾਲ ਤੁਸੀਂ ਸਲਾਹ ਕਰਕੇ ਜਿਹੜਾ ਮੰਚ ਦੀ ਸਥਾਪਨਾ ਕੀਤੀ? ਦੇਖੋ, ਤੁਸੀਂ ਜਾਣਦੇ ਹੋ ਮੇਰਾ ਜਿਹੜਾ ਗਾਇਕੀ ਦਾ ਦਾਇਰਾ ਹੈ ਜੀ, ਤੇ ਮੇਰਾ ਜਿਹੜਾ ਮੈਂ ਇਹਨੂੰ ਪਰਿਵਾਰ ਮੰਨਦਾ। ਮੈਂ ਇਹਨੂੰ ਇਹ ਨਹੀਂ ਕਰਦਾ ਮੇਰੇ ਸਾਥੀ ਜਾਂ ਕੋਈ ਕਲਾਕਾਰ। ਇਹ ਮੈਂ ਇੱਕ ਧਰਤੀ ਨਾਲ ਜੁੜਿਆ ਹੋਇਆ ਇਨਸਾਨ ਹੈ ਜੀ। ਕਰਮ ਨਹੀਂ ਜਾਣਦੇ ਮੈਨੂੰ, ਸਾਰੇ ਬੱਚਿਆਂ ਵਾਂਗੂ ਮੇਰੇ ਨਾਲ ਰਹੇ ਜੀਵਨ ਦੇ ਵਿੱਚ। ਤੇ ਸਮੁੱਚੇ ਪੰਜਾਬ ਦੇ ਗਾਇਕਾਂ ਦੇ ਵਿੱਚ ਇਹ ਗੱਲ ਬਖੂਬੀ ਸਾਰੇ ਲੋਕ ਜਾਣਦੇ, ਸਰੋਤੇ ਵੀ, ਕਿ ਮੈਂ ਕਿਸ ਤਰ੍ਹਾਂ ਦਾ ਬਿਹੇਵੀਅਰ ਮੈਂ ਕੀਤਾ ਜੀਵਨ ਦੇ ਵਿੱਚ ਤੇ ਕਿਵੇਂ ਜੁੜ ਕੇ ਆਪਣੇ ਭੈਣਾਂ ਭਰਾਵਾਂ ਦੇ ਨਾਲ ਚੱਲੇ। ਮੋਸਟਲੀ ਜਦੋਂ ਇਹ ਪ੍ਰੋਬਲਮ ਆਈ, ਜਿਸ ਦਿਨ ਇਹ ਲੋਕਡਾਊਨ ਦੀ ਸਥਿਤੀ ਆਈ, ਉਹ ਤੋਂ 15 ਦਿਨ ਬਾਅਦ, 15 ਦਿਨ ਦਾ ਪਹਿਲਾਂ ਮੈਂ ਅਲਟੀਮੇਟਮ ਦਿੱਤਾ ਸਰਕਾਰ ਨੇ। ਉਸ ਤੋਂ ਬਾਅਦ ਅਸੀਂ ਸੋਚਿਆ ਵੀ ਚਲੋ ਕੋਈ ਨਹੀਂ, 15 ਦਿਨ ਨੇ ਦੁੱਖ ਸੁੱਖ ਦੇ ਟਾਈਮ ਨੇ ਲੰਘ ਜਾਣਗੇ। ਹਾਲਾਂਕਿ ਔਖੇ ਤਾਂ ਇੱਕ ਕਲਾਕਾਰ ਲਈ ਜਿਹੜੇ ਅਸੀਂ ਹੈਂਡ ਟੂ ਮਾਊਥ ਲੋਕ ਹੈ, ਜਿਹੜੇ ਹਰ ਰੋਜ਼ ਕੰਮ ਕਰਕੇ ਖਾਣ ਵਾਲੇ ਲੋਕ ਹੈ, ਇੱਕ ਸਟੇਜ ਲਾ ਕੇ ਆਪਣੇ ਬੱਚੇ ਪਾਲਦੇ ਹਾਂ। ਸਾਨੂੰ ਹੋਰ ਕੋਈ ਐਡ ਤਾਂ ਸਰਕਾਰ ਵੱਲੋਂ ਹੈ ਨਹੀਂ। ਸਾਨੂੰ ਹੋਰ ਕੋਈ ਕਿਸੇ ਸੰਸਥਾ ਵੱਲੋਂ ਜਾਂ ਕਿਸੇ ਵੀ ਅਦਾਰੇ ਵੱਲੋਂ ਇੱਦਾਂ ਦਾ ਕੋਈ ਕੁਝ ਕੁ ਚੰਦ ਬੰਦਿਆਂ ਦਾ ਕੋਈ ਛੋਟਾ ਮੋਟਾ ਕਾਰੋਬਾਰ ਹੋਇਆ ਵੀ ਤਾਂ ਕੀ ਮਹੱਤਤਾ ਰੱਖਦਾ, ਕੁਝ ਪਰਸੈਂਟੇਜ ਹੈ। ਮੇਰੇ ਕਹਿਣ ਤੋਂ ਭਾਵੇਂ ਔਖੇ ਤਾਂ ਭਾਵੇਂ ਅਸੀਂ ਲੋਕ ਉਹਨਾਂ 15 ਦਿਨਾਂ 'ਚ ਵੀ ਹੋਏ, ਪਰ ਫਿਰ ਵੀ ਔਖਾ ਸੌਖਾ ਸਾਰ ਲਿਆ। ਪਰ ਮੁੜ ਕੇ ਜਦੋਂ 15 ਦਿਨਾਂ ਤੋਂ ਬਾਅਦ ਅਗਲੀ ਅਨਾਉਂਸਮੈਂਟ ਗਵਰਨਮੈਂਟ ਅਗਲਾ ਅਲਟੀਮੇਟਮ ਦਿੰਦੀ ਹੈ, ਸਮਾਂ ਵਧਾਇਆ ਗਿਆ, ਤਾਂ ਮੈਨੂੰ ਇੱਕ ਜਿਹੜੇ ਲੋਕ ਚਿੰਤਕ ਹੁੰਦੇ ਨੇ, ਜਿਹੜੇ ਲੋਕ ਜ਼ਿੰਦਗੀ ਨੂੰ ਖਹਿ ਕੇ ਲੰਘਦੇ ਆ, ਜਿਹੜੇ ਲੋਕ ਜ਼ਿੰਦਗੀ ਦਾ ਇਕੱਲਾ ਇੰਜੋਏ ਨਹੀਂ ਕਰਦੇ, ਉਹ ਆਪਣੇ ਸਮਾਜ ਤੇ ਆਪਣੇ ਭੈਣਾਂ ਭਰਾਵਾਂ ਪ੍ਰਤੀ, ਸਮਾਜ ਪ੍ਰਤੀ, ਆਪਣੇ ਸਿਸਟਮ ਪ੍ਰਤੀ ਜਿਹੜੇ ਜਾਗਰੂਕ ਲੋਕ ਹੁੰਦੇ, ਮਾੜਾ ਮੋਟਾ ਦਾ ਫਿਕਰ ਕਰਦੇ ਆ। ਸੋ ਮੈਨੂੰ ਇਹ ਤੁਹਾਨੂੰ ਪਤਾ ਬਚਪਨ ਤੋਂ ਹੀ ਸੇਵਾ ਦਾ ਕੀੜਾ ਥੋੜ੍ਹਾ ਜਿਹਾ। ਮੈਂ ਬੜੀ ਦੇਰ ਤੋਂ ਜਦੋਜਹਿਦ ਦੇ ਵਿੱਚ ਸੀ। ਅਸੀਂ ਪਹਿਲਾਂ ਵੀ ਇਹ ਮੰਚ ਬਣਾਇਆ ਸੀਗਾ 28 ਸਾਲ ਪਹਿਲਾਂ। ਚਲੋ ਉਹਦਾ ਕੀ ਹੋਇਆ ਕੀ ਨਹੀਂ ਹੋਇਆ, ਸਾਡੇ ਜਿਹੜੇ ਅਸੀਂ ਆਗੂ ਲਾਏ ਸੀ, ਕੀ ਕਰ ਸਕੇ ਕੀ ਨਹੀਂ ਕਰ ਸਕੇ, ਇੱਕ ਵੱਖਰਾ ਵਿਸ਼ਾ। ਤੇ ਪਰ ਉਹ ਜਦੋਂ ਵਧਿਆ ਦੁਬਾਰਾ, ਮੈਨੂੰ ਟੈਨਸ਼ਨ ਹੋਈ ਕਿ ਹੁਣ ਇਹ ਜਿਹੜਾ ਪੰਜਾਬੀ ਸੰਗੀਤ ਇੰਡਸਟਰੀ ਦਾ ਜਿਹੜਾ
ਪਰਿਵਾਰ ਹੈ ਜੀ ਸਮੁੱਚਾ ਸਾਡਾ ਜਿਹੜਾ ਸਿਸਟਮ ਹੈ ਇਹ ਖਤਮ ਹੋਊਗਾ, ਇਹ ਡੁੱਬੂਗਾ। ਬਿਲਕੁਲ ਕਿਉਂਕਿ ਜੇ ਕਲਾਕਾਰਾਂ ਦੇ ਪ੍ਰੋਗਰਾਮ ਨਾਲ ਲੱਗੇ, ਇਹਨਾਂ ਦੇ ਨਾਲ ਜੁੜੇ ਹੋਏ ਸਜਿੰਦੇ 12 ਤੋਂ 15 10 8 10 ਜਿਹੜੇ ਵੀ ਕਿਸੇ ਕਲਾਕਾਰ ਨਾਲ ਸਮਰੱਥਾ ਅਨੁਸਾਰ ਜਾਂਦੇ ਆ, ਉਹ ਇੱਕ ਇੱਕ ਸਾਜੀ ਦੇ ਨਾਲ 8 8 10 10 ਬੰਦਿਆਂ ਦਾ ਪਰਿਵਾਰ, ਕਹਿਣ ਤੋਂ ਭਾਵ ਹੈ ਸੈਂਕੜੇ ਬੰਦੇ ਇੱਕ ਕਲਾਕਾਰ ਨਾਲ ਜੁੜੇ ਹੋਏ। ਜਦੋਂ ਮੈਂ ਮੌਤ ਦੇ ਮੂੰਹ 'ਚ ਦੇਖੇ ਤਾਂ ਮੈਂ ਬਿਨਾਂ ਕਿਸੇ ਨਾਲ ਗੱਲ ਕੀਤਿਆਂ ਮੇਰੀ ਅੰਦਰੋਂ ਆਤਮਾ ਭੜਕੀ, ਰੋਈ, ਤੜਫੀ, ਤੇ ਮੈਂ ਫਟਾਫਟ ਪੋਸਟ ਪਾਈ ਕਿ ਇਹ ਜਾਗਣ ਦਾ ਸਮਾਂ, ਹੁਣ ਸਾਨੂੰ ਹੰਭਲਾ ਮਾਰਨਾ ਚਾਹੀਦਾ। ਮੇਰਾ ਪਹਿਲਾ ਹੋਕਾ ਤੇ ਮੇਰੀ ਪਹਿਲੀ ਆਵਾਜ਼ ਸੁਣ ਕੇ ਤੁਹਾਡੇ ਹੀ ਕਰਮਜੀਤ ਉਹਨਾਂ ਨੇ ਮੇਰੀਆਂ ਪੋਸਟਾਂ ਪਹਿਲੀਆਂ ਮੈਨੂੰ ਮਾਣ ਹੈ ਕਿ ਤੁਹਾਡੇ ਅਦਾਰੇ ਨੇ ਪਾਈਆਂ ਪਹਿਲਾਂ, ਬਹੁਤ ਬਹੁਤ ਧੰਨਵਾਦ। ਤੇ ਉਹ ਸੁਣ ਕੇ ਫੋਨ ਆਉਣੇ ਸ਼ੁਰੂ ਹੋ ਗਏ। ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਮੈਂ ਕਲਾਕਾਰਾਂ ਨੂੰ ਕਲਾਕਾਰਾਂ ਵਾਲੀ ਨਜ਼ਰ ਨਾਲ ਨਹੀਂ ਦੇਖਦਾ। ਜਿਹੜੇ ਮੇਰੇ ਛੋਟੇ ਆ ਮੇਰੇ ਧੀਆਂ ਪੁੱਤ ਨੇ, ਜਿਹੜੇ ਮੇਰੇ ਹਾਣੀਓ ਮੇਰੇ ਭੈਣ ਭਰਾ ਨੇ, ਜਿਹੜੇ ਮੇਰੇ ਵੱਡੇ ਉਹਨਾਂ ਨੂੰ ਮੈਂ ਮਾਂ-ਬਾਪ ਵਾਲਾ ਦਰਜਾ ਦਿੰਨਾ ਹੀ ਦਿੰਨਾ, ਸਭ ਨੂੰ ਪਤਾ ਹੈ। ਸੋ ਮੇਰੇ ਬਿਨਾਂ ਕਹਿਣ ਤੋਂ ਮੇਰੇ ਨਾਲ ਸੰਸਾਰ 'ਚੋਂ ਜਿੰਨੇ ਵੀ ਮੇਰੇ ਪਰਿਵਾਰ ਨਾਲ ਜੁੜੇ ਹੋਏ ਲੋਕ ਸੀਗੇ ਉਹ ਆਉਂਦੇ ਗਏ, ਸਲਾਹ ਦਿੰਦੇ ਗਏ, ਕਾਫਲਾ ਵੱਧਦਾ ਗਿਆ। ਚੱਲਿਆ ਤਾਂ ਇੱਕ ਕਦਮ ਸੀ, ਅੱਜ ਕਾਫਲਾ ਲੱਖਾਂ ਦੇ ਵਿੱਚ ਖੜਾ ਤੁਹਾਡੇ ਸਾਹਮਣੇ। ਇਸ ਤਰ੍ਹਾਂ ਦਾ ਕੋਈ ਸਿਸਟਮ ਸੀ। ਇਹਦੇ ਬਾਰੇ ਬਹੁਤ ਹੀ ਵਿਚਾਰ ਕਰਨੀ ਕੁਝ ਦੋਸਤਾਂ ਨੂੰ, ਹਾਂ ਵਧੀਆ ਗੱਲ ਹੈ, ਕੁਝ ਮੇਰੇ ਸਾਥੀਆਂ ਨੂੰ ਕਲਾਕਾਰਾਂ ਨੂੰ ਇਹ ਪ੍ਰੋਬਲਮ ਆਈ। ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਕੁਝ ਇੱਕਾ ਦੁੱਕਾ ਉਹਨਾਂ ਨੇ ਕਿਹਾ ਵੀ ਸਾਨੂੰ ਪੁੱਛਿਆ ਨਹੀਂ, ਉਹਨਾਂ ਨੂੰ ਨਹੀਂ ਪੁੱਛਿਆ, ਉਹ ਰਹਿ ਗਿਆ। ਇਹ ਪੁੱਛਣ ਦੱਸਣ ਦਾ ਸਮਾਂ ਨਹੀਂ ਸੀਗਾ। ਜਦੋਂ ਪਰਿਵਾਰ ਮੌਤ ਦੇ ਮੂੰਹ 'ਚ ਆਉਂਦਾ ਉਦੋਂ ਸਭ ਤੋਂ ਪਹਿਲਾਂ ਅਸੀਂ ਉਹਨੂੰ ਬਚਾਉਣ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਉਹਦੀ ਰੱਖਿਆ ਕਰਦੇ ਹਾਂ। ਬਾਅਦ 'ਚ ਅਸੀਂ ਆਲੇ ਦੁਆਲੇ ਦੇਖਦੇ ਹਾਂ ਵੀ ਦੁਨੀਆ ਦੇ ਵਿੱਚੋਂ ਕੌਣ ਸਾਡੇ ਨਾਲ ਆ ਕੇ ਖੜਦਾ, ਕੌਣ ਸਾਡੇ ਨਾਲ ਲੱਗਦਾ। ਜਿਹੜੇ ਚੰਗੇ ਲੋਕ ਹੁੰਦੇ ਸਾਡੀ ਆਪੇ ਸਪੋਰਟ ਕਰ ਦਿੰਦੇ ਆ, ਜਿਹੜੇ ਵਿਰੋਧੀ ਹੁੰਦੇ ਉਹ ਤਾਂ ਸਦਾ ਵਿਰੋਧੀ ਰਹਿੰਦੇ ਆ। ਮੇਰੇ ਕਹਿਣ ਤੋਂ ਭਾਵ ਹੈ ਵੀ ਪਰ ਇਹ ਵੀ ਜੀਵਨ ਦਾ ਇੱਕ ਸੱਚ ਹੈ ਸਿੱਧੂ ਸਾਹਿਬ ਕਿ ਜੀਵਨ 'ਚ ਤੁਸੀਂ ਸਪਸ਼ਟੀਕਰਨ ਨਾ ਦਿਓ। ਮੇਰਾ ਇਹ ਸੁਭਾਅ ਹੈ। ਅੱਜ ਇੱਕਾ ਦੁੱਕਾ ਜਿਵੇਂ ਉਹ ਲੋਕ ਕਹਿੰਦੇ ਨੇ ਵੀ ਮੈਂ ਸਪਸ਼ਟੀਕਰਨ ਕਿਸੇ ਨੂੰ ਦੇਣਾ ਨਹੀਂ ਚਾਹੁੰਦਾ, ਮੈਂ ਤੁਹਾਡੇ ਦਾਰੇ ਰਾਹੀਂ ਸਾਰਿਆਂ ਨੂੰ ਦੱਸ ਦਿਆਂ। ਕਿਉਂਕਿ ਜਿਹੜੇ ਮੇਰੇ ਵਿਰੋਧੀ ਨੇ ਮੈਂ ਜਿੰਨਾ ਮਰਜ਼ੀ ਚੰਗਾ ਬਣ ਕੇ ਦਿਖਾਈ ਜਾਵਾਂ, ਜਿੰਨਾ ਮਰਜ਼ੀ ਸਮਰਥਨ ਸਪਸ਼ਟੀਕਰਨ ਦਿਆ, ਉਹਨਾਂ ਨੇ ਮੰਨਣਾ ਹੀ ਨਹੀਂ। ਤੇ ਤੁਸੀਂ ਜਿਹੜੇ ਲੋਕ ਹੋ, ਤੁਸੀਂ ਤਾਂ ਮੇਰੇ ਆਪਣੇ ਹੋ, ਤੁਹਾਨੂੰ ਮੈਂ ਸਪਸ਼ਟੀਕਰਨ ਕਾਹਦਾ ਦੇਣਾ, ਤੁਸੀਂ ਤਾਂ ਮੈਨੂੰ ਜਾਣਦੇ ਹੀ ਹੋ। ਗੱਲ ਇੱਥੇ ਖੜੀ ਆ ਕੋਈ ਪਾਸੇ। ਇਸ ਤਰ੍ਹਾਂ ਦਾ ਸੀਗਾ ਸਰਕਲ, ਕੋਈ ਇੱਦਾਂ ਜੀਵਨ। ਬਿਲਕੁਲ ਭਾਜੀ, ਜਿਹੜਾ ਤੁਸੀਂ ਲੋਕਡਾਊਨ ਦੇ ਦੌਰਾਨ ਇੱਕ ਉਦਮ ਕੀਤਾ, ਉਹ ਇੱਕ ਅੰਦਰ ਦੀ ਭਾਵਨਾ ਕਹਿੰਦੇ ਇਨਸਾਨੀਅਤ ਬੰਦੇ ਦੇ ਵਿੱਚ ਹੋਵੇ ਤਾਂ ਉਹੀ ਬੰਦਾ ਇਨਸਾਨੀਅਤ ਦਾ ਕੋਈ ਨਾ ਕੋਈ ਔਰ ਨਹੀਂ ਇਹ ਵੀ ਗੱਲ ਦੇਖੋ ਤੁਸੀਂ, ਤੁਹਾਡੀ ਗੱਲ ਮੈਂ ਟੋਕ ਰਿਹਾ ਕਿ ਜਿਹੜੇ ਸਮਰੱਥ ਲੋਕ ਸੀਗੇ, ਜਿਹੜੇ ਸਮਰੱਥਾਵਾਨ ਸੀਗੇ, ਜਿਨ੍ਹਾਂ ਦਾ ਇਹ ਕੰਮ ਸੀ, ਜਿਨ੍ਹਾਂ ਨੂੰ ਬੋਲਣਾ ਚਾਹੀਦਾ ਸੀ, ਔਰ ਜਿਹੜੇ ਪਾਵਰਾਂ 'ਚ ਬੈਠੇ ਲੋਕ ਉਹ ਨਹੀਂ ਬੋਲੇ। ਅੱਜ ਉਹ ਕਹਿੰਦੇ ਸਾਨੂੰ ਪੁੱਛਿਆ ਨਹੀਂ। ਯਾਰ ਤੁਸੀਂ ਲੇਖਾ ਜੋਖਾ ਸੰਸਾਰ ਹੀ ਕਰੂਗਾ, ਵਕਤ ਹੀ ਕਰੂਗਾ। ਇਹ ਹੁਣ ਮੈਂ ਤਾਂ ਕੁਝ ਕਹਿਣਾ ਨਹੀਂ ਇਹਦੇ ਤੇ ਬਹੁਤਾ। ਬਿਲਕੁਲ ਜੀ, ਤੁਹਾਡੀ ਇਹ ਵੀ ਗੱਲ ਜਿਹੜੀ ਬਿਲਕੁਲ ਸੱਚੀ ਹੈ ਤੇ ਔਰ ਕੌੜੀ ਹੈ। ਬਹੁਤ ਜਣਿਆਂ ਨੂੰ ਇਹ ਕੌੜੀ ਗੱਲ ਹੈ ਜਿਹੜੀ ਉਹ ਚੁਭੂਗੀ ਵੀ, ਲੱਗਦੀ ਹੈ ਉਹਨਾਂ ਨੂੰ। ਕਿਉਂਕਿ ਜਦੋਂ ਕੋਈ ਬੰਦਾ ਸੱਚ ਬੋਲਦਾ ਨਾ ਤਾਂ ਉਹਦਾ ਜਿਹੜਾ ਪ੍ਰਭਾਵ ਪੈਂਦਾ ਹੀ ਪੈਂਦਾ ਇੱਕ ਵਾਰੀ ਜ਼ਰੂਰ, ਉਹ ਮਿਰਚ ਵਾਂਗੂ ਲੱਗਦਾ ਕਿਤੇ ਨਾ ਕਿਤੇ। ਬਿਲਕੁਲ ਜੀ। ਔਰ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਜਿਹੜਾ ਇਹ ਉਪਰਾਲਾ ਕੀਤਾ, ਬੜਾ ਵੱਡਾ ਉਪਰਾਲਾ ਕੀਤਾ, ਔਰ ਤੁਹਾਡੇ ਬਿਨਾਂ ਕਹਿਣ ਤੋਂ ਤੁਹਾਡੇ ਨਾਲ ਜਿਹੜੇ ਕਲਾਕਾਰ ਵੀ ਸਾਡੇ ਰਲੇ ਹਨ ਪੂਰਾ ਜੀ, ਪੂਰੇ ਦੇਖੋ ਪੂਰੇ ਸੰਸਾਰ ਦੇ ਵਿੱਚੋਂ, ਪੂਰੇ ਸੰਸਾਰ ਦੇ ਵਿੱਚੋਂ ਅੱਜ ਤੁਸੀਂ ਦੇਖੋ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ, ਪੂਰੇ 22 ਦੇ 22 ਡਿਸਟ੍ਰਿਕਟ ਦੇ ਵਿੱਚ ਅਸੀਂ ਆਪਣੇ ਪ੍ਰੈਜ਼ੀਡੈਂਟ ਲਾ ਲਏ। ਹਰ ਬਲਾਕ ਪੱਧਰ ਤੇ ਸਾਡੀਆਂ ਕਮੇਟੀਆਂ ਬਣ ਗਈਆਂ। ਉਹਨਾਂ ਤੋਂ ਥੱਲੇ ਵੀ ਗਰਾਊਂਡ ਲੈਵਲ ਤੇ ਆ ਕੇ ਆਪਾਂ ਗੱਲ ਕਰੀ। ਸਿੱਧੂ ਸਾਹਿਬ ਤਾਂ ਧਰਤੀ ਨਾਲ ਜੁੜੇ ਹਾਂ ਅਸੀਂ ਲੋਕ, ਮਤਲਬ ਜਿਹੜੇ ਚੰਗੇ ਕਸਬੇ ਜਾਂ ਪਿੰਡਾਂ ਦੇ ਲੋਕ ਨੇ ਉੱਥੋਂ ਵੀ ਜਿਹੜੇ ਚਾਹੇ ਉਹ ਕਲਾਕਾਰ ਨੇ, ਚਾਹੇ ਉਹ ਸੰਗੀਤਕਾਰ ਨੇ, ਚਾਹੇ ਮਜੀਸ਼ੀਅਨ ਨੇ। ਪਰਸੋਂ ਹੀ ਕਵੀਸ਼ਰ ਸਭਾ ਪੰਜਾਬ ਦਾ ਮੈਨੂੰ ਉਹਨਾਂ ਦੇ ਲੈਟਰ ਹੈੱਡ ਤੇ ਸਮਰਥਨ ਆਇਆ ਵੀ ਅਸੀਂ ਤੁਹਾਡੇ ਮੰਚ ਦੇ ਨਾਲ ਹੈ। ਮੇਰੇ ਕਹਿਣ ਤੋਂ ਭਾਵੇਂ ਅਸੀਂ 0 ਪੁਆਇੰਟ ਤੇ ਉਤਰ ਕੇ ਗੱਲ ਕਰਦੇ ਹਾਂ। ਮੈਂ ਹਵਾ 'ਚ ਗੱਲਾਂ ਨਹੀਂ ਕਰਦਾ। ਮੈਂ ਇਸੀ ਕਮਰੇ 'ਚ, ਅੱਜ ਵੀ ਆਪਾਂ ਧੁੱਪੇ ਬੈਠੇ ਨਾ, ਅਸੀਂ ਇਸੀ ਕਮਰੇ 'ਚ ਬੈਠ ਕੇ ਗੱਲਾਂ ਕਰਨ ਵਾਲੇ ਲੋਕ ਨੇ ਯਾਰ। ਅਸੀਂ ਡਾਊਨ ਟੂ ਅਰਥ ਬੰਦੇ ਹਾਂ। ਅਸੀਂ ਧਰਤੀ ਤੇ ਉਤਰ ਕੇ ਗੱਲ ਕਰਦੇ ਹਾਂ ਔਰ ਧਰਤੀ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਕਰਦੇ ਹਾਂ। ਅੱਜ ਅਸੀਂ ਆਪਣਾ ਇਹ ਕਾਫਲਾ ਜਿਹੜਾ ਵੀ ਹਰ ਪੰਜਾਬ ਦੇ ਪਿੰਡ ਤੱਕ ਲੈ ਗਏ। ਹਰ ਤਰ੍ਹਾਂ ਦਾ ਬੰਦਾ, ਹਰ ਅਦਾਰੇ ਦਾ ਆਦਮੀ, ਗਾਇਕ, ਗੀਤਕਾਰ, ਸੰਗੀਤਕਾਰ, ਰਾਗੀ, ਢਾਡੀ, ਹੈ ਜੀ, ਨਕਾਲ, ਕਵਾਲ, ਭੰਗੜੇ ਵਾਲੇ, ਗਿੱਧਿਆਂ ਵਾਲੇ, ਹੈ ਜੀ, ਐਂਕਰ, ਮੈਂ ਕੀ ਕਹਾਂ, ਸਾਰੇ ਸਾਡੇ ਨਾਲ ਜੁੜ ਕੇ ਚੱਲੇ ਆ। ਤੇ ਜਿਹੜੇ ਫਿਰ ਉਹੀ ਗੱਲਾਂ ਕਰਨ ਵਾਲੇ ਲੋਕ ਹੈ, ਦੇਖੋ ਉਹਨਾਂ ਦੀ ਆਪਣੀ ਮਜਬੂਰੀ ਹੈ, ਸਾਡੀ ਆਪਣੀ ਮਜਬੂਰੀ ਹੈ। ਉਹਨਾਂ ਨੇ ਸਿਰਫ ਗੱਲਾਂ ਹੀ ਕਰਨੀਆਂ ਨੇ, ਅਸੀਂ ਕੰਮ ਕਰਨਾ। ਡਿਫਰੈਂਟ ਇੰਨਾ ਕੀ ਹੈ, ਫਰਕ ਇੰਨਾ ਕੀ ਹੈ। ਸੋ ਇੱਕ ਇਨਸਾਨੀਅਤ ਦੀ ਸੇਵਾ ਹੈ। ਇਹ ਲੋਕਾਂ ਦੀ, ਸਾਡੇ ਆਪਣੇ ਪਰਿਵਾਰ ਦੀ, ਇਹ ਉਹਨਾਂ ਦੀ ਮੁਸ਼ਕਲ ਦੀ ਘੜੀ ਹੈ। ਇਹਦੇ ਵਿੱਚੋਂ ਕਿਵੇਂ ਪਾਰ ਲੰਘਣਾ, ਉਹ ਜਿਹੜੇ ਵੱਡੇ ਹੁੰਦੇ ਆ ਪਰਿਵਾਰ ਦੇ, ਜਿਹੜੇ ਸਿਆਣੇ ਹੁੰਦੇ ਆ,
ਸਾਡੀ ਲੈਂਗੁਏਜ ਦੇ ਵਿੱਚ ਕਲਾਕਾਰਾਂ ਦੇ ਵਿੱਚ ਸੀਨੀਅਰ ਮੋਸਟ ਸੀਨੀਅਰ ਕੁਝ ਵੀ ਗੱਲਾਂ ਨੂੰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ। ਉਹਨਾਂ ਦਾ ਹੱਕ ਬਣਦਾ ਹੈ ਕਿ ਇਹ ਹੁਣ ਅੱਗ ਦਾ ਦਰਿਆ ਹੈ, ਇਹਦੇ ਵਿੱਚੋਂ ਆਪਣੇ ਬੇੜੇ ਨੂੰ ਕਿਵੇਂ ਪਾਰ ਲੰਘਾਉਣਾ ਹੈ। ਮੈਂ ਬਸ ਇਹੀ ਲੜਾਈ ਲੜਦਾ। ਮੈਂ ਜਾਂ ਇਹ ਕਹਿ ਸਕਦਾ ਕਿ ਹਾਕਮ ਬਖਤਰੀ ਵਾਲਾ ਉਹ ਮੂਰਖ ਹੈ, ਉਸ ਮੁਲਕ 'ਚ ਕੰਬਲ ਵੇਚਦਾ ਜਿੱਥੇ ਠੰਡ ਹੀ ਨਹੀਂ ਪੈਂਦੀ। ਵਾਹ ਜੀ ਵਾਹ, ਬੜੀ ਸੋਹਣੀ ਗੱਲ ਕੀਤੀ ਹੈ ਤੁਸੀਂ, ਕਿਉਂਕਿ ਮੂਰਖਾਂ ਦੀ ਦੁਨੀਆ ਦੇ ਵਿੱਚ ਜੇਕਰ ਰਹਿਣਾ ਹੋਵੇ ਤਾਂ ਖੁਦ ਨੂੰ ਮੂਰਖ ਬਣ ਕੇ ਰਹਿਣਾ ਪੈਂਦਾ। ਵਾਹ ਤਾਂ ਬੜੀ ਵੱਡੀ ਗੱਲ ਤੁਸੀਂ ਇਹ ਕੀਤੀ ਹੈਗੀ ਹੈ ਕਿ ਤੁਸੀਂ ਉਸ ਦੇਸ਼ ਦੇ ਵਿੱਚ ਕੰਬਲ ਵੰਡਦੇ ਹੋ ਜਿੱਥੇ ਠੰਡ ਨਹੀਂ ਪੈਂਦੀ। ਤੇ ਮੈਨੂੰ ਇਹ ਲੱਗਦਾ ਵੀ ਜਿਹੜਾ ਤੁਹਾਡਾ ਮਤਲਬ ਇਹ ਮੰਚ ਹੈਗਾ, ਮੰਚ ਨੇ ਇੱਕ ਬਹੁਤ ਵੱਡਾ ਸਟੈਂਡ ਹੈ ਜਿਹੜਾ ਉਹ ਪੈਦਾ ਕੀਤਾ ਹੈ ਨਾ ਜੀ। ਤਾਂ ਔਰ ਬੜਾ ਵੱਡਾ ਕਾਫਲਾ ਜਿਹੜਾ ਹੈਗਾ ਸਿੰਗਰ ਲਾਈਨ ਦੇ ਨਾਲ ਨਾਲ ਹੋਰ ਬੜੇ ਆਰਟਿਸਟ ਨੇ ਜਿਹੜੇ ਇਸ ਲਾਈਨ ਦੇ ਨਾਲ ਜੁੜੇ ਹੋਏ। ਤੁਹਾਡੀ ਗੱਲ ਵਿਚਾਲੇ ਜੀ, ਇਕੱਲੇ ਆਰਟਿਸਟ ਨਹੀਂ ਜਿਨ੍ਹਾਂ ਦੀ ਮੈਂ ਗੱਲ ਪਿੱਛੇ ਗਿਣਤੀ ਕਰਾ ਰਿਹਾ। ਹਾਂਜੀ, ਨਥਿੰਗ। ਤੁਸੀਂ ਦੇਖੋ ਇਨਸਾਨੀਅਤ ਜਾਗਦੀ ਹੈ। ਜੀ ਜੀ, ਆਫਟਰ ਆਲ ਬੰਦਾ ਹੈ, ਉਹਦੀ ਆਤਮਾ ਨੂੰ ਝੰਜੋੜਨ ਵਾਲਾ ਕੋਈ ਚਾਹੀਦਾ ਜਾਂ ਆਪਣੀ ਗੱਲ ਆਪਣੀ ਸਮਰੱਥਾ ਅਨੁਸਾਰ ਕਰਨ ਵਾਲਾ ਚਾਹੀਦਾ। ਅੱਜ ਤੱਕ ਸਾਡੇ ਕਲਾਕਾਰਾਂ ਦਾ ਕੋਈ ਮਸਲਾ ਇਸ ਕਰਕੇ ਨਹੀਂ ਹੱਲ ਹੋਇਆ। ਸਿੱਧੂ ਸਾਹਿਬ ਪਿਛਲੇ ਜਦੋਂ ਤੋਂ ਸਾਡਾ ਦੇਸ਼ ਆਜ਼ਾਦ ਹੋਇਆ ਕਿੱਡੇ ਕਿੱਡੇ ਫਨਕਾਰ ਹੋ ਗੁਜ਼ਰੇ, ਬਿਲਕੁਲ। ਕਿਉਂ ਨਹੀਂ ਕੁਝ ਹੋਇਆ? ਕਾਰਨ ਇਹ ਸੀ ਵੀ ਸਾਡੇ ਅੱਗਾਂ ਨੂੰ ਮੈਂ ਜਾਂ ਤਾਂ ਉਹਨਾਂ ਦੀ ਨਾ ਸਮਝੀ, ਹੁਣ ਕਹੂੰਗਾ ਗੁੱਸਾ ਭਾਵੇਂ ਬੇਸ਼ੱਕ ਲੱਗੇ, ਜਾਂ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਨਾ ਸਮਝੀ ਰਹੀ ਕਿ ਆਪਣੀ ਗੱਲ ਨੂੰ ਸਹੀ ਢੰਗ ਨਾਲ ਸਮੇਂ ਦੀਆਂ ਸਰਕਾਰਾਂ ਅੱਗੇ ਪੇਸ਼ ਹੀ ਨਹੀਂ ਕਰ ਸਕੇ, ਤੇ ਜਾਂ ਫਿਰ ਉਹ ਆਪਣੀ ਹਉਮੈ 'ਚ ਗਰਸੇ ਰਹੇ। ਜਿਵੇਂ ਅੱਜ ਦੇ ਕੁਝ ਲੋਕ ਨੇ ਘਰੇ ਬੈਠੇ ਪ੍ਰਧਾਨਗੀਆਂ ਚਾਹੁੰਦੇ ਆ, ਧਰਤੀ ਨਾਲ ਜੁੜੇ ਲੋਕਾਂ ਦੀ ਗੱਲ ਨਹੀਂ ਕਰਦੇ, ਉਹਨਾਂ ਨੂੰ ਛੋਟੇ ਛੋਟੇ ਦੱਸਦੇ। ਤੁਸੀਂ ਸੁਣੀਏ ਕੁਝ ਲੋਕਾਂ ਦੀਆਂ ਪੋਸਟਾਂ ਵੀ ਉਹ ਆਪਣੇ ਆਪ ਹੀ ਪ੍ਰਧਾਨ ਲਾਈ ਜਾਂਦਾ ਹੈ। ਜੇ ਮੈਂ ਤੁਹਾਨੂੰ ਪੁੱਛਾਂ ਵੀ ਤੁਹਾਨੂੰ ਪ੍ਰਧਾਨ ਮੰਤਰੀ ਲੈ ਕੇ ਗਿਆ ਸੀ, ਜਦੋਂ ਤੁਹਾਨੂੰ ਪ੍ਰਧਾਨ ਮੰਤਰੀ ਬਣਾਇਆ, ਤੁਹਾਨੂੰ ਪ੍ਰਧਾਨ ਲਾਇਆ ਸੀ ਅਸੀਂ ਮੰਚ ਦਾ, ਤੁਹਾਨੂੰ ਤਾਂ ਉਦੋਂ ਪ੍ਰਧਾਨ ਮੰਤਰੀ ਨੇ ਲਾਇਆ ਸੀ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਲਾ ਕੇ ਗਏ ਸੀ, ਜਾਂ ਪ੍ਰਕਾਸ਼ ਸਿੰਘ ਬਾਦਲ ਲਾ ਗਿਆ ਸੀ, ਜਾਂ ਤੁਹਾਨੂੰ ਕੋਈ ਹੋਰ ਆਗੂ ਲਾ ਗਿਆ ਸੀ? ਉਦੋਂ ਵੀ ਤਾਂ ਯਾਰ ਅਸੀਂ ਲਾਇਆ ਸੀ, ਤੁਹਾਨੂੰ ਲਾਉਣ ਵਾਲੇ ਵੀ ਤਾਂ ਅਸੀਂ ਸੀਗੇ। ਤੁਸੀਂ ਕਿਉਂ ਨਹੀਂ ਅਕਲ ਨੂੰ ਹੱਥ ਮਾਰਦੇ? ਮੁੱਖ ਦੀ ਗੱਲ ਇਹ ਹੈ, ਅਸੀਂ ਪਤਾ ਨਹੀਂ ਕਿਸ ਗੱਲ 'ਚ ਹੰਕਾਰੇ ਹੋਏ ਹਾਂ। ਅਸੀਂ ਕਿਉਂ ਨਹੀਂ ਆਪਣੇ ਆਪ ਨੂੰ ਇਸ ਸਮਾਜ ਦਾ ਹਿੱਸਾ ਮੰਨਦੇ? ਫਿਰ ਅਸੀਂ ਕਹਿੰਦੇ ਹਾਂ ਮੈਂ ਵੀ ਪਿੱਟਦਾ ਵੀ ਸਾਨੂੰ ਸਰਕਾਰ ਕਿਸੇ ਕੈਟਾਗਰੀ 'ਚ ਨਹੀਂ ਰੱਖਦੀ। ਉਹ ਕੈਟਾਗਰੀ 'ਚ ਕਿਵੇਂ ਰੱਖਣਾ ਸਿੱਧੂ ਸਾਹਿਬ? ਅਸੀਂ ਖੁਦ ਨੂੰ ਹੀ ਕਿਸੇ ਕੈਟਾਗਰੀ 'ਚ ਨਹੀਂ ਰੱਖਦੇ। ਬਿਲਕੁਲ। ਅਸੀਂ ਖੁਦ ਤਾਂ ਹਜੇ ਇਹ ਤੈਅ ਨਹੀਂ ਕਰ ਸਕੇ ਅਸੀਂ ਕਿਹਦੇ ਨਾਲ ਚੱਲਣਾ, ਅਸੀਂ ਕਿਹਦਾ ਕਹਿਣਾ ਮੰਨਣਾ, ਕੌਣ ਸਾਡਾ ਵੱਡਾ ਭਰਾ ਹੈ, ਕੌਣ ਸਾਡੇ ਮਸਲੇ ਉਭਾਰੂਗਾ, ਕੌਣ ਸਾਡੇ ਮਸਲਿਆਂ ਦੀ ਗੱਲ ਕਰੂਗਾ। ਰਾਜਨੀਤੀ ਦੀਆਂ ਗੱਲਾਂ ਦੱਸਦੇ ਆ। ਇਸ ਸੇਵਾ ਦੇ ਮੌਕੇ 'ਚ ਮੌਤ ਦੇ ਮੂੰਹ 'ਚ ਬੈਠੀ ਦੁਨੀਆ ਦੇ ਵਿੱਚ ਸਿੱਧੂ ਸਾਹਿਬ ਮੈਨੂੰ ਰਾਜਨੀਤੀ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ। ਮੈਂ ਕਿਹੜੇ ਮੂਰਖਾਂ 'ਚ ਰਹਿ ਰਿਹਾ ਯਾਰ, ਮੇਰੇ ਸਮਝ ਨਹੀਂ ਆਉਂਦੀ ਗੱਲ। ਭਾਜੀ ਜਿਹੜੀ ਹੁਣ ਤੁਸੀਂ ਰਾਜਨੀਤੀ ਦੀ ਗੱਲ ਕੀਤੀ ਹੈ, ਮੈਂ ਇਸੇ ਗੱਲ ਦੇ ਪੁਆਇੰਟ ਕਰੂੰਗਾ ਤੁਹਾਨੂੰ ਕਿ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਇਕਾਈਆਂ ਬਣ ਚੁੱਕੀਆਂ ਜੀ, ਤੁਸੀਂ ਪ੍ਰਧਾਨ ਚੁਣੇ ਨੇ, ਉਹਨਾਂ ਦੇ ਕਲਾਕਾਰਾਂ ਦੇ ਵਿੱਚੋਂ ਕੁਝ ਐਸੇ ਕਲਾਕਾਰ ਵੀ ਨੇ ਜਿਨ੍ਹਾਂ ਤੇ ਤੁਹਾਡੇ ਤੇ ਬੜੇ ਵੱਡੇ ਦੋਸ਼ ਲਾਏ ਨੇ, ਜਿਹੜੇ ਉਹ ਇਹ ਗੱਲ ਕਹਿ ਰਹੇ ਨੇ ਕਿ ਹਾਕਮ ਬਖਤਰੀ ਵਾਲਾ ਜੀ ਖੁਦ ਪ੍ਰਧਾਨ ਬਣੇ ਨੇ ਇੰਟਰਨੈਸ਼ਨਲ ਲੋਕ ਕਲਾ ਮੰਚ ਦੇ। ਬਿਲਕੁਲ। ਉਹਨਾਂ ਨੂੰ ਪ੍ਰਧਾਨ ਬਣਾਉਣ ਵਾਲਾ ਕੌਣ ਆ? ਉਹਨਾਂ ਨੂੰ ਕਿਹਨੇ ਪ੍ਰਧਾਨ ਬਣਾਇਆ? ਅਸੀਂ ਉਹਨਾਂ ਨੂੰ ਪ੍ਰਧਾਨ ਨਹੀਂ ਮੰਨਦੇ। ਨਹੀਂ, ਉਹ ਮੈਂ ਗੱਲ ਪਿੱਛੇ ਕਲੀਅਰ ਕਰ ਚੁੱਕਿਆ ਵੀ ਪ੍ਰਧਾਨ ਕੌਣ ਕਿਹਨੂੰ ਬਣਾਉਂਦਾ ਹੈ ਜੀ। ਇਸ ਦੁਨੀਆ 'ਚ ਪ੍ਰਧਾਨ ਕਿਹਨੂੰ ਕੌਣ ਬਣਾਉਂਦਾ ਹੈ? ਜਿਹੜੇ ਅਸੀਂ ਪ੍ਰਧਾਨ ਬਣਾਏ ਸੀ ਉਹਨਾਂ ਨੂੰ ਕਿਹਨੇ ਬਣਾਇਆ ਸੀ? ਜਿਵੇਂ ਮੈਂ ਉਹਨਾਂ ਨੂੰ ਪ੍ਰਧਾਨ ਬਣਾਇਆ ਸੀ, ਅੱਜ ਮੇਰੇ ਲੱਖਾਂ ਭੈਣ ਭਰਾਵਾਂ ਨੇ ਮੈਨੂੰ ਪ੍ਰਧਾਨ ਬਣਾਤਾ। ਯਾਰ ਪ੍ਰਧਾਨ ਤਾਂ ਬੰਦੇ ਬਣਾਉਂਦੇ, ਇਹ ਤਾਂ ਇਕੱਠ ਬਣਾਉਂਦਾ। ਤਾਂ ਦੁਨੀਆ ਦੱਸ ਰਹੀ ਹੈ, ਮੀਡੀਆ ਬੋਲ ਰਿਹਾ, ਮੈਂ ਸਤਿਕਾਰ ਕਰਦਾ, ਸਲੂਟ ਕਰਦਾ ਸਮੁੱਚੇ ਮੀਡੀਆ ਦਾ। ਸੰਸਾਰ ਦੇ ਵਿੱਚੋਂ ਦੱਸ ਰਿਹਾ ਕੌਣ ਹੈ, ਪੂਰਾ ਸੰਸਾਰ ਬਾਤ ਕਰ ਰਿਹਾ ਨਾ। ਬਿਲਕੁਲ। ਇੰਟਰਨੈਸ਼ਨਲ ਲੈਵਲ ਤੇ ਬਾਤ ਹੋਇਆ। ਅੱਜ ਕੀ ਪੱਛਮੀ ਮੁਲਕਾਂ ਦੇ ਵਿੱਚ ਸਾਡੇ ਸਰੋਤੇ ਮੈਨੂੰ ਸਾਰੀ ਦਿਹਾੜੀ ਸਾਰੀ ਰਾਤ ਫੋਨ ਆਉਂਦੇ, ਉਹਨਾਂ ਨੂੰ ਜੇ ਮੈਂ ਇਹੀ ਕੁਐਸਚਨ ਉਹਨਾਂ 'ਤੇ ਕਰਾਂ ਵੀ ਤੁਹਾਨੂੰ ਪ੍ਰਧਾਨ ਕਿਹਨੇ ਬਣਾਇਆ ਸੀ? ਇਸ ਗੱਲ ਦਾ ਹੱਲ ਕੀ ਹੈ? ਪ੍ਰਧਾਨ ਲੋਕ ਬਣਾਉਂਦੇ, ਪ੍ਰਧਾਨ ਲੋਕਾਂ ਦੇ ਬਣਾਏ ਹੁੰਦੇ, ਔਰ ਪ੍ਰਧਾਨ ਉਹ ਹੁੰਦੇ ਜਿਹੜੇ ਲੋਕਾਂ ਨਾਲ ਜੁੜੇ ਹੁੰਦੇ ਆ। ਜਿਹੜੇ ਲੋਕਾਂ ਤੋਂ ਕੱਟੇ ਗਏ ਲੋਕ ਆ ਉਹ ਇਹੋ ਜਿਹੀਆਂ ਗੱਲਾਂ ਨਾ ਹੀ ਕਰਨ। ਇਹ ਆਪ ਹੁਦਰੀਆਂ ਗੱਲਾਂ ਨੇ, ਇਹ ਮਤਲਬ ਘਟੀਆਪਣ ਦੀ ਨਿਸ਼ਾਨੀ ਹੈ। ਕਿਸੇ ਦੇ ਕੰਮ 'ਚ ਲੱਤ ਅੜਾਉਣੀ, ਕਿਸੇ ਸੇਵਾ ਕਰਦੇ ਬੰਦੇ ਨੂੰ ਉਹ ਤੋਂ ਉਹਦੇ ਰਸਤੇ ਤੋਂ ਭਟਕਾਉਣਾ, ਉਹਨੂੰ ਥੜਕਾਉਣਾ ਆਪਣੇ ਕੰਮ ਤੋਂ। ਅਸੀਂ ਥੜਕਣ ਵਾਲੇ ਨਹੀਂ ਹਾਂ ਸਿੱਧੂ ਸਾਹਿਬ, ਔਰ ਅਸੀਂ ਹਿੱਲਣ ਵਾਲੇ ਨਹੀਂ ਹਾਂ। ਇਹ ਗੱਲਾਂ ਕਰਕੇ ਇਹ ਮੇਰੇ ਤਾਂ ਸਿਰ ਤੋਂ ਦੀ ਲੰਘਦੀਆਂ ਇਹਨਾਂ ਦੀਆਂ ਗੱਲਾਂ। ਜੇ ਮੈਂ ਤੁਹਾਨੂੰ ਦੱਸਾਂ, ਮੈਂ ਜਿਹੜੀ ਉਹ ਗੱਲ ਕਰ ਰਿਹਾ, ਮੈਂ ਸਪਸ਼ਟੀਕਰਨ ਕਾਹਦਾ ਤੇ ਕਿਉਂ ਦੇਵਾਂ? ਮੈਂ ਇਹਨਾਂ ਤੋਂ ਸਪਸ਼ਟੀਕਰਨ ਕਦੋਂ ਲਿਆ ਸੀਗਾ? ਅਸੀਂ ਇਹੀ ਕੁਐਸਚਨ ਇਹਨਾਂ ਨੂੰ ਕਰੀਏ ਤਾਂ ਮੇਰੇ ਕਹਿਣ ਤੋਂ ਭਾਵ ਹੈ ਮੈਂ ਕੰਟਰੋਵਰਸੀ 'ਚ ਪੈਣਾ ਨਹੀਂ ਚਾਹੁੰਦਾ। ਮੇਰਾ ਕੰਮ ਸੇਵਾ ਹੈ, ਔਰ ਇਹ ਸੇਵਾ ਨੂੰ ਅੱਗੇ ਵਧਾਉਣਾ ਹੈ। ਇਹ ਮਿਸ਼ਨ ਹੈ ਮੁਹੱਬਤ, ਮੈਂ ਇਹਨੂੰ ਕਹਿਣਾ। ਇਹ ਮੁਹੱਬਤ ਦੀ ਦੁਨੀਆ ਹੈ, ਮੁਹੱਬਤ ਦੀ ਸਾਡੀ ਕਾਫਲਾ ਹੈ। ਇਹਨੂੰ ਮੈਂ ਵਧਾਉਣਾ ਚਾਹੁੰਦਾ। ਇਹਦੇ ਵਿੱਚ ਇਹੋ ਜਿਹੀਆਂ ਆਪਹੁਦਰੀਆਂ ਗੱਲਾਂ ਨਾ ਮੈਂ ਕਰਨੀਆਂ ਚਾਹੁੰਦਾ, ਤੇ ਨਾ ਮੈਂ ਕਿਸੇ ਦੀ ਆਪਹੁਦਰੀ ਗੱਲ ਦਾ ਜਵਾਬ ਦੇਣਾ ਚਾਹੁੰਦਾ। ਮੇਰੇ ਕੋਲ ਇੰਨਾ ਸਮਾਂ ਨਹੀਂ। ਬਹੁਤ ਵਧੀਆ ਕੰਮ ਕਰ ਰਹੇ ਹੋ, ਔਰ ਆਪਣੀ ਸੋਚ ਤੋਂ ਵੱਧ ਕੇ ਕਰ ਰਹੇ ਹੋ,
ਔਰ ਉਹਨਾਂ ਗਰੀਬਾਂ ਵਾਸਤੇ, ਕਲਾਕਾਰਾਂ ਵਾਸਤੇ, ਉਸ ਭਾਈਚਾਰੇ ਵਾਸਤੇ ਤੁਸੀਂ ਐਡਾ ਵੱਡਾ ਕਦਮ ਚੁੱਕ ਰਹੇ ਹੋ ਔਰ ਇਕੱਲੇ ਇਸ ਮੰਚ ਦੇ ਉੱਤੇ ਆ ਕੇ ਇਸ ਤਰ੍ਹਾਂ ਖੜੇ ਹੋ ਗਏ ਕਿ ਜਿੱਦਾਂ ਇਕੱਲਾ ਫਿਕਰ ਤੁਹਾਨੂੰ ਹੀ, ਕਿਉਂਕਿ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਵੱਡੇ ਧਨਾੜ ਕਲਾਕਾਰ ਬੈਠੇ ਨੇ ਜਿਹੜੇ ਕਿ ਕਿਸੇ ਦੀ ਬਿਨਾਂ ਸਪੋਰਟ ਲਏ ਆਪਣੇ ਕੋਲੋਂ ਵੀ ਉਹਨਾਂ ਕੋਲ ਇੰਨੀ ਕੁ ਪੂੰਜੀ ਹੈਗੀ ਹੈ ਕਿ ਉਹ ਆਪਣੇ ਤੋਂ ਛੋਟੇ ਕਲਾਕਾਰਾਂ ਦੀ ਹੈਲਪ ਕਰ ਸਕਦੇ ਆ। ਪਰ ਅੱਜ ਕੱਲ੍ਹ ਦਾ ਸਮਾਂ ਕੁਝ ਹੋਰ ਹੋ ਗਿਆ, ਹਰ ਇੱਕ ਬੰਦਾ ਆਪਣੇ ਵਾਸਤੇ ਜਿਉਂਦਾ, ਨਾ ਕਿ ਦੂਜਿਆਂ ਵਾਸਤੇ। ਔਰ ਤੁਸੀਂ ਬੜਾ ਵੱਡਾ ਉਪਰਾਲਾ ਕੀਤਾ, ਤੁਸੀਂ ਲੋਕਾਂ ਵਾਸਤੇ ਜਿਉਣਾ ਸ਼ੁਰੂ ਕੀਤਾ ਔਰ ਪਿਛਲੇ ਕਾਫੀ ਸਮੇਂ ਤੋਂ ਤੁਸੀਂ ਕਰਦੇ ਆ ਰਹੇ ਹੋ, ਕਿਉਂਕਿ ਆਪਣੀ ਗਾਇਕੀ ਰਾਹੀਂ, ਆਪਣੀ ਕਲਾਕਾਰੀ ਰਾਹੀਂ, ਆਪਣੀ ਗੀਤਕਾਰੀ ਰਾਹੀਂ ਵੀ ਤੁਸੀਂ ਸੱਭਿਆਚਾਰ ਦੀ ਸੇਵਾ ਕੀਤੀ ਔਰ ਅੱਜ ਤੁਸੀਂ ਸਮਾਜ ਸੇਵਾ ਕਰ ਰਹੇ ਹੋ, ਜਿਹੜੀ ਕਿ ਸਾਡੇ ਕਲਾਕਾਰ ਭਾਈਚਾਰੇ ਵਾਸਤੇ ਬਹੁਤ ਵੱਡਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਵੱਡਾ ਸਾਧਨ ਹੈ। ਸੁੱਖ ਦਾ ਸਾਹ ਜਿਹੜਾ ਮਿਲਿਆ ਹੈਗਾ ਉਹ ਤੁਹਾਡੀ ਇਸ ਉਪਰਾਲੇ ਕਰਕੇ ਮਿਲਣ ਦੀ ਆਸ ਲੱਗੀ ਹੈ ਕਿ ਸਾਡੀ ਜਿਹੜੀ ਕੋਈ ਕੈਟਾਗਰੀ ਹੈਗੀ ਉਹ ਕਿਸੇ ਕੈਟਾਗਰੀ ਦੇ ਵਿੱਚ ਅਸੀਂ ਆਵਾਂਗੇ, ਅਸੀਂ ਆਪਣੀ ਗੱਲ ਜਿਹੜੀ ਹੈਗੀ ਸਰਕਾਰ ਤੱਕ ਪਹੁੰਚਦੀ ਕਰਾਂਗੇ। ਪਰ ਨਾਲ ਨਾਲ ਭਾਜੀ ਗੱਲਾਂ ਮਾਰਕੀਟ ਦੇ ਵਿੱਚ ਲੋਕਾਂ ਤੋਂ ਸੁਣਨ ਨੂੰ ਇਹ ਮਿਲਦੀਆਂ ਕਿ ਹਾਕਮ ਬਖਤੜੀਵਾਲਾ ਜੀ ਨੇ ਅੱਜ ਬਹੁਤ ਵੱਡਾ ਕਾਫਲਾ ਬਣਾ ਕੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਸੇ ਨਾ ਕਿਸੇ ਪਾਰਟੀ ਤੋਂ ਟਿਕਟ ਜ਼ਰੂਰ ਲੈਣੀ ਆ। ਆਪਾਂ ਭਾਜੀ ਗੱਲ ਕੋਈ ਵੀ ਅੱਜ ਲੁਕੋ ਕੇ ਨਹੀਂ ਰੱਖਣੀ ਹੈਗੀ, ਆਪਾਂ ਸਾਰੀ A to Z ਗੱਲ ਕਲੀਅਰ ਕਰਕੇ ਔਰ ਦਰਸ਼ਕਾਂ ਨੂੰ, ਸਾਰੇ ਸਰੋਤਾਂ ਨੂੰ, ਸਾਰੇ ਭਾਈਚਾਰੇ ਨੂੰ ਆਪਾਂ ਦੱਸਣੀ ਹੈ ਕਿ ਸਾਡੀ ਸੋਚ ਕੀ ਹੈ, ਸਾਡਾ ਮੇਨ ਮਨੋਰਥ ਕੀ ਹੈ ਔਰ ਸਾਡੀ ਜਿਹੜਾ ਇਹ ਮੰਚ ਹੈਗਾ, ਸਾਡੀ ਸੰਸਥਾ ਜਿਹੜੀ ਹੈਗੀ ਆ ਉਹਦੇ ਮੇਨ ਜਿਹੜੇ ਟੀਚੇ ਕੀ ਨੇ, ਇਹ ਅੱਜ ਆਪਾਂ ਸਾਰੇ ਕਲੀਅਰ ਕਰਨੇ ਆ। ਦੇਖੋ, ਮੈਂ ਉਹ ਪਿੱਛੇ ਗੱਲ ਕਰਦਾ ਇੱਕ ਥੋੜਾ ਮਿਸ ਹੋ ਗਿਆ। ਮੈਂ ਕਹਿੰਦਾ ਸੀ ਵੀ ਕਲਾਕਾਰਾਂ ਤੋਂ ਇਲਾਵਾ ਵੀ ਇਹ ਇਨਸਾਨੀਅਤ ਦਾ ਮੁੱਦਾ ਹੈ। ਇਹਨੂੰ ਦੇਖ ਕੇ ਜਿਹੜੇ ਸੁਹਿਰਦ ਲੋਕ ਨੇ, ਜਿਹੜੇ ਚਿੰਤਕ ਲੋਕ ਨੇ ਸਮਾਜ ਦੇ, ਜਾਂ ਮੈਂ ਸਮਝਦਾ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ, ਵੱਖ-ਵੱਖ ਪਾਰਟੀਆਂ ਤੋਂ ਬਹੁਤ ਸਾਰੇ ਨੁਮਾਇੰਦੇ, ਬੜੀਆਂ ਸੰਸਥਾਵਾਂ ਤੋਂ, ਕੁਝ ਸੰਤ ਮਹਾਂਪੁਰਸ਼ ਵੀ ਅੱਜ, ਜਿਵੇਂ ਅੱਜ ਦੀ ਡੇਟ 'ਚ ਹੁਣ ਇਸ ਵੇਲੇ ਮੈਂ ਤੁਹਾਡੀ ਲਾਈਵ ਗੱਲ ਕਰਾ ਸਕਦਾ। ਸਾਡੇ ਦੁਆਬੇ ਦੇ ਬਹੁਤ ਹੀ ਪਿਆਰੇ ਫਨਕਾਰ ਮੇਰੇ ਨਿੱਕੇ ਵੀਰ, ਉਹਨਾਂ ਨੇ ਬੜੀ ਮਿਹਨਤ ਕੀਤੀ ਮੰਚ ਲਈ, ਦਲਵਿੰਦਰ ਦਿਆਲਪੁਰੀ ਜੀ ਇਸ ਵੇਲੇ ਬਿੱਗੋਵਾਲ ਦੇ ਵਿੱਚ ਮੀਟਿੰਗ ਕਰਕੇ ਸ਼ਾਮ ਨੂੰ 6 ਵਜੇ ਨਿਊ ਜਨਤਾ ਨਗਰ, ਮਕਸੂਦਾਂ ਜਲੰਧਰ, ਨੋਟ ਕਰਨ ਜੀ ਮੇਰੇ ਸੱਜਣ ਸਮਾਂ, ਸੰਤ ਬਾਬਾ ਜਗੀਰ ਸਿੰਘ ਜੀ ਉਹਨਾਂ ਦੇ ਗੁਰਦੁਆਰੇ ਦੇ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਊਗਾ। ਇਹ ਹੈ ਸਾਡਾ ਕੰਮ। ਬਹੁਤ ਵੱਡਾ ਉਪਰਾਲਾ ਜੀ ਤੁਹਾਡਾ, ਬਹੁਤ ਵੱਡਾ ਔਰ ਕਾਬਲੇ ਤਾਰੀਫ ਹੈ ਕਿ ਜਿਹੜਾ ਤੁਸੀਂ ਆਪਣਾ ਮਿਸ਼ਨ ਇੱਕ ਚੁਣ ਕੇ ਚੱਲੇ ਹੋ ਔਰ ਇਸ ਲੋਕਡਾਊਨ ਦੀ ਸਥਿਤੀ ਦੇ ਵਿੱਚ, ਦੁੱਖ ਦੀ ਘੜੀ ਦੇ ਵਿੱਚ ਤੁਸੀਂ ਸਾਰਿਆਂ ਦੇ ਨਾਲ ਖੜੇ ਹੋ। ਔਰ ਜਿਹੜੇ ਲੋਕ ਅੱਜ ਤੁਹਾਡੇ ਤੇ ਤੋਮਤਾਂ ਲਾ ਰਹੇ ਆ, ਵਾਰ-ਵਾਰ ਹਰ ਗੱਲ ਇਹ ਇੱਕੋ ਗੱਲ ਦਾ ਇਸ਼ੂ ਬਣ ਜਾਂਦਾ ਹੈ। ਬਹੁਤ ਸਾਰੇ ਕਲਾਕਾਰਾਂ ਦੀਆਂ ਮੈਂ ਇੰਟਰਵਿਊ ਲਾਈਵ ਸੁਣੀਆਂ ਨੇ ਜਿਹੜੇ ਕਿ ਇਹ ਗੱਲ ਕਹਿ ਰਹੇ ਨੇ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਦੇ ਨਾਲ ਖੜਨ ਦਾ ਮੌਕਾ ਹੈ, ਨਾ ਕਿ ਪ੍ਰਧਾਨਗੀਆਂ ਦਾ। ਹਰ ਜ਼ਿਲ੍ਹੇ ਦੇ ਵਿੱਚ ਤੁਸੀਂ ਇੱਕ ਇਕਾਈ ਬਣਾਈ ਆ ਔਰ ਉਹਦਾ ਪ੍ਰਧਾਨ ਆ ਜਿਹੜਾ ਉਹ ਤੁਸੀਂ ਚੁਣਿਆ ਨਾ, ਤੇ ਪਰ ਪ੍ਰਧਾਨਗੀਆਂ ਤੇ ਆ ਕੇ ਜਾਂ ਫਿਰ ਕਿਤੇ ਨਾ ਕਿਤੇ ਆ ਕੇ ਗਰਾਰੀ ਫਸ ਜਾਂਦੀ ਹੈ। ਸਾਰੇ ਕਹਿੰਦੇ ਨੇ ਕਿ ਇਹਨਾਂ ਨੇ ਆਪਣੀ ਮਰਜ਼ੀ ਨਾਲ ਪ੍ਰਧਾਨ ਚੁਣਤੇ। ਜਦੋਂ ਤੁਸੀਂ ਭਾਜੀ ਪ੍ਰਧਾਨ ਚੁਣਦੇ ਹੋ ਤਾਂ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ, ਕਿਉਂਕਿ ਤੁਹਾਡੇ ਨੌਲੇਜ ਦੇ ਵਿੱਚ ਸਾਰੇ ਹੀ ਉਸ ਜ਼ਿਲ੍ਹੇ ਦੇ ਕਲਾਕਾਰ ਹੁੰਦੇ ਨੇ, ਸਜਿੰਦੇ ਹੁੰਦੇ ਨੇ, ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਉਸ ਪ੍ਰਧਾਨਗੀ ਦਾ ਜਿਹੜਾ ਅਹੁਦਾ ਦਿੰਦੇ ਹੋ ਕਿਸੇ ਨੂੰ? ਪਹਿਲੀ ਤਾਂ ਗੱਲ ਮੈਂ ਤੁਹਾਡੀ ਪਿਛਲੀ ਗੱਲ ਇੱਕ ਵਾਰੀ ਫਿਰ ਕਲੀਅਰ ਕਰਦਾ ਕਿ ਵੱਖ-ਵੱਖ ਪਾਰਟੀਆਂ, ਵੱਖ-ਵੱਖ ਸੰਸਥਾਵਾਂ, ਸੁਹਿਰਦ ਲੋਕ ਆਪੋ ਆਪਣੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਭਾਜਪਾ ਹੋਵੇ, ਹਰ ਵਰਗ ਦੇ ਬੰਦੇ, ਤੁਸੀਂ ਸਾਡੀਆਂ ਵੱਖ-ਵੱਖ ਪੋਸਟਾਂ ਦੇਖੋ, ਸਾਡੇ ਬੱਚਿਆਂ ਦਾ, ਮੈਂ ਬੱਚੇ ਹੀ ਕਹੂੰਗਾ, ਮੇਰੇ ਭਰਾ ਛੋਟੇ ਵੱਖ-ਵੱਖ, ਚਾਹੇ ਉਹ ਪ੍ਰਧਾਨ ਵੀ ਨੇ, ਉਹਨਾਂ ਦਾ ਵੱਖ-ਵੱਖ ਤੌਰ 'ਤੇ ਉਹ ਸਨਮਾਨ ਕਰਦੇ ਆ। ਜਦੋਂ ਚੰਗਾ ਕੰਮ ਕਰਦਾ ਉਹਨਾਂ ਦਾ ਸਨਮਾਨ ਹੁੰਦਾ। ਜਦੋਂ ਦਿਆਲਪੁਰੀ ਅੱਜ ਰਾਸ਼ਨ ਵੰਡ ਰਿਹਾ, ਉਹਨਾਂ ਦਾ ਸਨਮਾਨ ਕੀਤਾ ਹੈ। ਪਰਸੋਂ ਤਰਨਤਾਰਨ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਰਾਸ਼ਨ ਵੰਡਿਆ, ਉਹਨਾਂ ਦਾ ਸਨਮਾਨ ਕੀਤਾ ਹੈ। ਕੱਲ੍ਹ ਸੀਤਲ ਸਿੰਘ ਨਾਗੋਕੇ ਨੇ ਰਾਸ਼ਨ ਵੰਡਿਆ ਆਪਣੇ ਏਰੀਏ ਦੇ ਵਿੱਚ, ਉਹਨਾਂ ਦਾ ਲੋਕਾਂ ਨੇ ਸਨਮਾਨ ਕੀਤਾ, ਸੰਤਾਂ ਮਹਾਂਪੁਰਸ਼ਾਂ ਨੇ ਸਨਮਾਨ ਕੀਤਾ। ਵੱਖ-ਵੱਖ ਲੋਕ ਸਾਡੇ ਨਾਲ ਜੁੜੇ ਨੇ। ਤੁਸੀਂ ਸਾਨੂੰ ਕਿਹੜੀ ਪਾਰਟੀ ਦਾ ਬੰਦਾ ਕਹੋਗੇ? ਇਹ ਲੋਕ ਦੱਸਣ ਕਿ ਇਹ ਪਾਰਟੀਆਂ ਦਾ ਮਸਲਾ ਹੈ। ਇੱਥੇ ਤਾਂ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ। ਉਹ ਮੈਨੂੰ ਇਹ ਗੱਲ ਦਾ ਇੱਕ ਸਬੂਤ ਦੇਣ ਕਿ ਮੈਂ ਕਿਸ ਪਾਰਟੀ ਦਾ ਬੰਦਾ ਹੈ, ਮੈਂ ਕਿਸ ਪਾਰਟੀ ਦੀ ਐਡ ਕਰ ਰਿਹਾ ਜਾਂ ਮੈਂ ਕਿਸ ਪਾਰਟੀ ਨਾਲ ਜੁੜਿਆ ਹੋਇਆ। ਇਹ ਜਵਾਬ ਮੈਂ ਉਹਨਾਂ ਤੋਂ ਮੰਗਦਾ। ਸਾਡਾ ਤਾਂ ਸੇਵਾ ਦਾ ਮਿਸ਼ਨ ਹੈ ਜੀ। ਅਸੀਂ ਤਾਂ ਆਪਣੇ ਭੈਣ ਭਰਾਵਾਂ ਨੂੰ ਇਸ ਵੇਲੇ ਰੋਟੀ ਦੀ ਜ਼ਰੂਰਤ ਹੈ, ਉਹਦਾ ਮਸਲਾ ਹੱਲ ਕਰਨ ਦੇ ਵਿੱਚ ਹੈ। ਸਿੱਧੂ ਸਾਹਿਬ ਪੰਜਾਬੀ ਦੇ ਵਿੱਚ ਅੱਜ ਤਾਂ ਅਸੀਂ ਆਪਣੇ ਪੱਲਿਓਂ ਕਰਦੇ ਹਾਂ। ਮੇਰੇ ਅਜ਼ੀਜ਼ ਨੇ ਜਿਹੜੇ, ਉਹ ਆਪਣੀ ਸਮਰੱਥਾ ਅਨੁਸਾਰ, ਚਾਹੇ ਗਰੀਬ ਘਰਾਂ ਦੇ ਬੱਚੇ ਨੇ, ਕਲਾਕਾਰ ਜਿਹੜੇ, ਉਹ ਆਪ ਹੀ ਦੂਜੇ ਜਿਹੜੇ ਗੱਲਾਂ ਕਰਨ ਵਾਲੇ ਨੇ ਆਪ ਹੀ ਕਹਿੰਦੇ ਨੇ ਵੀ ਛੋਟੇ ਛੋਟੇ ਪ੍ਰਧਾਨ ਲਾਤੇ। ਅਸੀਂ ਤਾਂ ਛੋਟੇ ਪਰਿਵਾਰ ਲਾ ਲਏ। ਛੋਟੇ ਪਰਿਵਾਰਾਂ ਨੇ ਕਿੱਡਾ ਵੱਡਾ ਕੰਮ ਕਰਤਾ ਜਿਹੜਾ 7 ਜਨਮ 'ਚ ਨਹੀਂ ਸੋਚ ਸਕਦੇ। ਇਹਨਾਂ ਦੀ ਨਜ਼ਰ ਛੋਟੇ ਹੋਣਗੇ, ਮੈਂ ਤਾਂ ਸਲੂਟ ਕਰਦਾ ਉਹਨਾਂ ਨੂੰ। ਮੈਂ ਤਾਂ ਜਿਹੜੇ ਮੇਰੀ ਗੱਲ ਮੰਨ ਕੇ, ਮੇਰਾ ਕਹਿਣਾ ਮੰਨ ਕੇ ਥਾਂ ਥਾਂ ਹੀ ਆਪਣੇ ਭੈਣ ਭਰਾਵਾਂ ਦੀ ਉਹਦੇ ਵਿੱਚ ਖੜੇ ਨੇ, ਮਦਦ ਦੇ ਵਿੱਚ ਖੜੇ ਨੇ। ਅੱਜ ਤਾਂ ਚਲੋ ਮਹੀਨਾ 2 ਮਹੀਨਾ ਅਸੀਂ ਔਖੇ ਸੌਖੇ ਲੰਘਾਤੇ, 1-2-4 ਮਹੀਨੇ ਹੋਰ ਵੀ ਲੰਘਾ ਦਿਆਂਗੇ, ਕੋਈ ਗੱਲ ਨਹੀਂ। ਪਰ ਕੀ ਇਹ ਸਦਾ ਦਾ ਮਸਲਾ? ਜੇ ਇਹ ਮਸਲਾ ਸਾਲ ਖੰਡ ਚੱਲ ਗਿਆ,
ਲੰਬਾ ਚੱਲ ਗਿਆ ਜੋ ਸਰਕਾਰਾਂ ਦੀਆਂ ਪਾਲਿਸੀਜ਼ ਨੇ ਜਾਂ ਜਿਵੇਂ ਜਿਵੇਂ ਬਿਮਾਰੀ ਦਾ ਅਟੈਕ ਹੋ ਰਿਹਾ ਆਪਸ ਵਿੱਚ ਖਬਰਾਂ ਸੁਣਦੇ ਹਾਂ ਚੈੱਕ ਕਰਦੇ ਹਾਂ ਜੇ ਇਹ ਲੰਬਾ ਸਮਾਂ ਚੱਲ ਗਿਆ ਤੇ ਫਿਰ ਮੌਤ ਦੇ ਮੂੰਹ 'ਚ ਬੈਠੇ ਸਿੱਧੂ ਸਾਹਿਬ ਇਹਨਾਂ ਲੋਕਾਂ ਨੂੰ ਬਚਾਊਗਾ ਕੌਣ? ਇਹ ਜਿਹੜੇ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ ਇਹ ਮੈਨੂੰ ਦੱਸਣ ਇਹ ਕਿਸ ਢੰਗ ਨਾਲ ਉਹਨਾਂ ਦਾ ਮਸਲਾ ਹੱਲ ਕਰਨਗੇ। ਅਸੀਂ ਅੱਜ ਤਾਂ ਪੱਲਿਓਂ ਕਰਦੇ ਹਾਂ ਸਦਾ ਨਹੀਂ ਕਰ ਸਕਦੇ ਫਿਰ ਸਾਨੂੰ ਸਰਕਾਰਾਂ ਤੱਕ ਪਹੁੰਚ ਕਰਨੀ ਪਊਗੀ। ਅਸੀਂ ਮੌਜੂਦਾ ਸਮੇਂ ਦੀ ਸਰਕਾਰ ਨਾਲ ਡਟ ਕੇ ਗੱਲ ਕਰਾਂਗੇ ਔਰ ਪੂਰੀ ਇਮਾਨਦਾਰੀ ਦੇ ਨਾਲ ਗੱਲ ਕਰਾਂਗੇ ਆਪਣੇ ਮਸਲੇ ਨੂੰ ਪੂਰੀ ਇਮਾਨਦਾਰੀ ਦੇ ਨਾਲ ਉਠਾ ਕੇ ਮਸਲਾ ਹੱਲ ਕਰਵਾਵਾਂਗੇ। ਮੇਰੀ ਇਹ ਡਿਊਟੀ ਹੈ ਮੈਂ ਇਸ ਪਰਿਵਾਰ ਦਾ ਮੁਖੀ ਹੋ ਕੇ ਲੱਗਿਆ। ਰਹੀ ਗੱਲ ਤੁਹਾਡੀ ਜਿਹੜੀ ਤੁਸੀਂ ਗੱਲ ਕੀਤੀ ਹੈ ਪ੍ਰਧਾਨ ਚੁਣਨ ਦੀ ਪ੍ਰਧਾਨ ਵੇਖਣ ਦੀ ਪ੍ਰਧਾਨ ਦੀ ਅਸੀਂ ਕਿਸੇ ਨੂੰ ਕੀ ਚੈੱਕ ਕਰਨਾ ਮੇਰੇ ਲਈ ਤਾਂ ਨਰ ਸੇਵਾ ਨਰਾਇਣ ਸੇਵਾ ਹੈ। ਅਸੀਂ ਤਾਂ ਬੰਦੇ ਦੀ ਸੇਵਾ ਕਰਨ ਨੂੰ ਹੀ ਰੱਬ ਦੀ ਸੇਵਾ ਸਮਝਦੇ ਹਾਂ। ਜਿਹੜੇ ਲੋਕ ਨਿੱਤਰ ਕੇ ਸਾਹਮਣੇ ਆਉਂਦੇ ਜਿਹੜਿਆਂ 'ਚ ਆਪਣੇ ਭੈਣ ਭਰਾਵਾਂ ਦੀ ਸੇਵਾ ਕਰਨ ਦਾ ਜਜ਼ਬਾ ਹੈ ਜਿਹੜੇ ਇਸ ਵੇਲੇ ਉਹਨਾਂ ਨੂੰ ਦੁੱਖ 'ਚ ਭੁੱਖੇ ਮਰਨਾ ਨਹੀਂ ਦੇਣਾ ਚਾਹੁੰਦੇ ਮੈਂ ਤਾਂ ਸਿਰਫ ਉਨੀ ਚੈਕਿੰਗ ਕਰਦਾ। ਪਹਿਲੀ ਤਾਂ ਗੱਲ ਹੈ ਵੀ ਪਿਛਲੇ 40-42 ਸਾਲ ਤੋਂ ਮੇਰੇ ਹੱਥਾਂ 'ਚ ਅੱਧੇ ਜੰਮੇ ਤੇ ਪਲੇ ਹੈ। ਤੁਸੀਂ ਵੀ ਵਿੱਚ ਹੀ ਤੁਸੀਂ ਆਪ ਕਿੱਡੇ ਕਿੱਡੇ ਫਨਕਾਰ ਹੈ ਮੈਨੂੰ ਪਤਾ ਹੈ ਔਰ ਲੋਕਾਂ ਨੂੰ ਵੀ ਪਤਾ ਹੈ। ਕੀ ਤੁਸੀਂ ਮੇਰੇ ਬਾਰੇ ਨਹੀਂ ਜਾਣਦੇ? ਬਿਲਕੁਲ ਜਾਣਦੇ। ਤੇ ਕੀ ਮੈਂ ਤੁਹਾਡੇ ਬਾਰੇ ਨਹੀਂ ਜਾਣਦਾ? ਮੇਰੇ ਆਪਣਾ ਪਰਿਵਾਰ ਹੈ ਮੈਂ ਕਿਸੇ ਨੂੰ ਕੀ ਚੈੱਕ ਕਰਨਾ ਮੈਨੂੰ ਪਤਾ ਵੀ ਕਿਹੜੇ ਮੁੰਡੇ ਕਰਨਗੇ। ਮੇਰੀ ਆਵਾਜ਼ ਜਿੱਥੋਂ ਤੱਕ ਗਈ ਹੈ ਜਦੋਂ ਆਪਣੇ ਆਪ ਹੀ ਉੱਠ ਕੇ ਮੈਂ ਹੁਣ ਜੇ ਨਾਂ ਗਿਣਾਉਣ ਲੱਗਾ ਮੈਂ ਦਰਜਨਾਂ ਹੀ ਨਾਂ ਲੈ ਦੂੰਗਾ ਤਾਂ ਸਾਰੇ ਜ਼ਿਲ੍ਹਿਆਂ ਦੇ ਨਾ ਮੇਰੇ ਯਾਦ ਨੇ ਟਿਪਸ ਤੇ ਗਿਣੇ ਹੋਏ ਨੇ ਮੇਰੇ। ਮੈਂ ਤਾਂ ਉਹਨਾਂ ਦਾ ਕੰਮ ਦੇਖਦਾ ਉਹਨਾਂ ਦਾ ਵਰਕ ਦੇਖਦਾ ਜਿਹੜਾ ਵੱਧ ਕਰ ਰਿਹਾ ਉਹਨੂੰ ਫਿਰ ਉਹਦੀ ਯੋਗਤਾ ਅਨੁਸਾਰ ਉਹਦਾ ਹੱਕ ਹੈ ਉਹਨੂੰ ਉਹਦੇ ਕੱਦ ਅਨੁਸਾਰ ਉਹਦੇ ਕੱਦ ਪੁੱਤ ਅਨੁਸਾਰ ਉਹਦੀ ਸੇਵਾ ਅਨੁਸਾਰ ਉਹਦੀ ਰਿਸਪੈਕਟ ਕਰਨੀ ਉਹਨੂੰ ਅਹੁਦਾ ਦੇਣਾ। ਸੋ ਮੇਰਾ ਨਜ਼ਰੀਆ ਸੇਵਾ ਹੀ ਮੇਰੀ ਚੈਕਿੰਗ ਹੈ ਤੇ ਜਿਹੜਾ ਵੱਧ ਕਰਦਾ ਉਹ ਪ੍ਰਧਾਨ ਹੈ ਸਾਡਾ ਉਹ ਮੇਰਾ ਵੀ ਪ੍ਰਧਾਨ ਹੈ ਮੈਂ ਉਹਨਾਂ ਦਾ ਪ੍ਰਧਾਨ ਥੋੜ੍ਹੀ ਹਾਂ। ਮੈਂ ਵੀ ਉਹਨੂੰ ਸਲੂਟ ਕਰਦਾ ਮੈਂ ਹੁਣ ਤੁਹਾਡੇ ਸਾਹਮਣੇ ਸਲੂਟ ਕਰ ਰਿਹਾ ਮੇਰੇ ਮੁੰਡਿਆਂ ਨੂੰ। ਬਹੁਤ ਸਾਡਾ ਹੋਰ ਨਜ਼ਰੀਆ ਹੋਰ ਢੰਗ ਨਾਲ ਅਸੀਂ ਚੁਣਦੇ ਹਾਂ। ਕੋਈ ਇਹ ਨਹੀਂ ਅਸੀਂ ਦੇਖਦੇ ਵੀ ਮੇਰੇ ਪਰਿਵਾਰ ਦੇ ਮੁੰਡੇ ਹੈ ਜੀ ਜਾਂ ਮੇਰੇ ਸ਼ਾਗਿਰਦ ਨੇ ਇੱਦਾਂ ਦਾ ਕੋਈ ਮਸਲਾ ਨਹੀਂ ਹੈ। ਤੁਹਾਡੇ ਸਾਹਮਣੇ ਸੰਸਾਰ ਖੜਾ ਯਾਰ। ਪੰਜਾਬ ਤੋਂ ਇਲਾਵਾ ਅੱਜ ਰਾਜਸਥਾਨ ਦੇ ਵਿੱਚ ਸਾਰੇ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ ਤੱਕ ਸਾਡੀਆਂ ਇਕਾਈਆਂ ਬਣੀਆਂ ਨੇ ਇੰਗਲੈਂਡ ਤੱਕ USA ਤੱਕ ਕੈਨੇਡਾ 'ਚ ਅਸੀਂ ਆਪਣੀਆਂ ਸਥਾਪਿਤ ਕੀਤੀਆਂ ਇਕਾਈਆਂ ਤਾਂ ਕਿ ਉੱਥੇ ਮੈਂ ਇਕੱਲੇ ਦੀ ਚੈਕਿੰਗ ਕਰਦਾ ਫਿਰਦਾ ਜਾਂ ਮੇਰੇ ਕੋਲ ਮੈਂ ਕੋਈ ਇੰਟੈਲੀਜੈਂਸ ਹੀ ਦਾ ਬੰਦਾ ਵੀ ਮੇਰੇ ਕੋਲ ਉਹਨਾਂ ਦੀਆਂ ਪੁਆਇੰਟਸ ਨੇ ਵੀ ਉਹ ਚੰਗੇ ਨੇ ਕਿ ਮਾੜੇ ਨੇ। ਇੱਦਾਂ ਨਹੀਂ ਹੁੰਦਾ ਕਦੇ ਵੀ। ਉਹਨਾਂ ਦੀ ਸੇਵਾ ਉਹਨਾਂ ਦੀ ਲਿਆਕਤ ਉਹਨਾਂ ਦੀ ਸਿਆਣਪ ਨੂੰ ਹੀ ਮੈਂ ਮੱਦੇ ਨਜ਼ਰ ਰੱਖ ਕੇ ਜਿਹੜੀ ਚੋਣ ਕਰ ਰਿਹਾ। ਤਾਂ ਗੱਲ ਕੀਤੀ ਸੀ ਕਿ ਜਦੋਂ ਆਪਣੇ ਪਰਿਵਾਰ ਤੇ ਭੀੜ ਪੈਂਦੀ ਆ ਤਾਂ ਉਦੋਂ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ ਤਾਂ ਇਸੇ ਤਰ੍ਹਾਂ ਹੀ ਹੁਣ ਦੇ ਹਾਲਾਤਾਂ ਦੇ ਵਿੱਚ ਸਾਡੇ ਪਰਿਵਾਰ ਤੇ ਭੀੜ ਪਈ ਔਰ ਤੁਸੀਂ ਇਕੱਲਿਆਂ ਨੇ ਡਟ ਕੇ ਇਸ ਚੀਜ਼ ਨੂੰ ਮਤਲਬ ਸਥਾਪਿਤ ਕੀਤਾ ਕਿ ਨਹੀਂ ਅਸੀਂ ਕਿਸੇ ਨਾ ਕਿਸੇ ਤਰੀਕੇ ਅਸੀਂ ਹੈਲਪ ਕਰਨੀ ਹੈ ਔਰ ਕਿਸੇ ਦੀ ਸਲਾਹ ਲੈਣ ਦੀ ਜਿਹੜੀ ਉਸ ਵਾਕਈ ਸੱਚੀ ਗੱਲ ਹੈ ਕਿ ਉਦੋਂ ਲੋੜ ਨਹੀਂ ਪੈਂਦੀ ਗੀ ਔਰ ਕਿਸੇ ਦੀ ਸਲਾਹ ਮਤਲਬ ਲਈ ਵੀ ਨਹੀਂ ਲੈਣ ਦਾ ਸਮਾਂ ਵੀ ਨਹੀਂ ਹੁੰਦਾ ਸਮਾਂ ਵੀ ਨਹੀਂ ਹੁੰਦਾ। ਤੇ ਮੈਂ ਸਿੱਧੂ ਸਾਹਿਬ ਤੁਹਾਡੇ ਦਾਇਰੇ ਰਹੀ ਮੈਂ ਤੁਹਾਡੀ ਗੱਲ ਵਿਚਾਲੇ ਚੁੱਕ ਕੇ ਦਿਮਾਗ 'ਚ ਰੱਖਿਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਹੁਣ ਕੀ ਕਿਸੇ ਨੂੰ ਕੀੜੇ ਪੈ ਗਏ ਹੁਣ ਸਲਾਹਾਂ ਦੇਣ ਵਾਲੇ ਕਿੱਥੇ ਨੇ? ਹੁਣ ਦੇ ਦੇਣ ਸਲਾਹ ਹੁਣ ਕਰ ਲੈਣ ਸੇਵਾ ਮੈਂ ਰੋਕਿਆ। ਮੈਂ ਸਭ ਨੂੰ ਕਹਿਣਾ ਵੀ ਆਪਾਂ ਆਪਣੀਆਂ ਸੰਸਥਾਵਾਂ ਕਾਇਮ ਰੱਖੋ ਯਾਰ। ਸਾਡਾ ਕਿੰਨਾ ਸ਼ੁੱਧ ਹਿਰਦਾ ਮੈਂ ਕਿਸੇ ਨੂੰ ਕਿਹਾ ਵੀ ਆਪਣੀ ਸੰਸਥਾ ਭੰਗ ਕਰਕੇ ਸਾਡੇ ਨਾਲ ਆਓ। ਕੋਈ ਕਿਸੇ ਵੀ ਸੰਸਥਾ ਨਾਲ ਜੁੜਿਆ ਹੈ ਉਹ ਇਹ ਤਾਂ ਸਮਾਜ ਸੇਵਾ ਯਾਰ ਤੁਸੀਂ ਵੀ ਕਰ ਲਓ। ਤੁਸੀਂ ਤੁਹਾਤੋਂ ਨਹੀਂ ਹੁੰਦੀ ਸਾਡੇ ਨਾਲ ਰਲ ਜਾਓ ਨਹੀਂ ਸਾਡੇ ਨਾਲ ਰਲਣਾ ਤੁਸੀਂ ਆਪ ਕਰ ਲਓ। ਇਹ ਯਾਰ ਕਿਹੜੀ ਗੱਲ ਹੈ ਇਹ ਕਿਹੜਾ ਮਸਲਾ ਹੈ? ਹਾਂ ਬਿਲਕੁਲ ਸੱਚੀ ਗੱਲ ਹੈ ਜੀ ਕਿ ਜੇਕਰ ਤੁਸੀਂ ਕਿਸੇ ਦੇ ਨਾਲ ਰਲ ਕੇ ਨਹੀਂ ਚੱਲ ਸਕਦੇ ਤੁਸੀਂ ਆਪਣੀ ਕੋਈ ਸਥਾਪਨਾ ਕਰ ਲਓ। ਤੁਸੀਂ ਕਿਸੇ ਸੰਸਥਾ ਦੇ ਨਾਲ ਰਲ ਕੇ ਹੈਲਪ ਕਰਨੀ ਹੈ। ਇਹ ਵੀ ਹੈਲਪ ਕਰ ਰਹੇ ਨੇ ਔਰ ਤੁਸੀਂ ਵੀ ਹੈਲਪ ਨਹੀਂ ਅਸੀਂ ਉਹਨਾਂ ਦੀ ਵੀ ਕਰਾਂਗੇ ਜਿੱਥੇ ਉਹਨਾਂ ਨੂੰ ਲੋੜ ਪਈ। ਸਾਡੇ ਭੈਣ ਭਰਾ ਨੇ ਯਾਰ ਸਾਡੇ ਰਿਸਪੈਕਟਡ ਨੇ। ਮੈਂ ਇਸ ਗੱਲ ਨੂੰ ਦਾਅਵੇ ਨਾਲ ਔਰ ਕਲੀਅਰ ਕਹਿਣਾ ਹੈ ਸਿੱਧੂ ਸਾਹਿਬ ਜਿੱਥੇ ਸਾਡੀ ਲੋੜ ਪਈ ਯਾਰ ਹੁਣ ਮੈਂ ਕੀ ਗੱਲਾਂ ਕਰਾਂ। ਮੈਂ ਤਾਂ 40 ਸਾਲ ਤੋਂ ਕਰਦਾ ਮੈਂ ਕੋਈ ਨਵਾਂ ਲੱਗਿਆ ਜਾਂ ਕੋਈ ਮੈਂ ਅੱਜ ਜੇ ਮੈਂ ਕਿਸੇ ਨੂੰ ਅੱਜ ਹੀ ਤਕਲੀਫ ਹੋ ਗਈ ਇਹਨਾਂ ਗੱਲਾਂ ਦੀ ਮੈਂ ਤਾਂ ਫਿਰ ਉਹੀ ਗੱਲ ਹੈ ਵੀ ਤੁਹਾਡੀ ਸੇਵਾ ਦੇ 40 ਸਾਲ ਦੇ ਤੋਂ ਇੱਥੇ ਰੱਖਿਆ। ਇਹਨਾਂ ਕੁੜੀਆਂ ਮੁੰਡਿਆਂ ਨੂੰ ਤੇ ਮੇਰੇ ਧੀਆਂ ਪੁੱਤਾਂ ਨੂੰ ਮੇਰੇ ਬਾਰੇ ਪੂਰੀ ਨੌਲੇਜ ਹੈ। ਮੈਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਤੇ ਨਾ ਹੀ ਮੈਂ ਵਾਰੀ ਇਸ ਵਿਸ਼ੇ 'ਚ ਉਲਝਣਾ ਚਾਹੁੰਦਾ ਵੀ ਸਾਡਾ ਮੇਰਿਆਂ ਨੂੰ ਪਤਾ ਹੈ ਮੈਨੂੰ ਸਾਰਿਆਂ ਦਾ ਪਤਾ ਹੈ। ਮੈਨੂੰ ਉਹਨਾਂ ਦਾ ਵੀ ਪਤਾ ਜੋ ਸਾਡੇ ਨਾਲ ਨਹੀਂ ਖੜੇ ਮੈਨੂੰ ਉਹਨਾਂ ਦਾ ਵੀ ਪਤਾ ਜੋ ਸਾਡੇ 'ਚ ਲੱਤਾਂ ਅੜਾ ਰਹੇ ਨੇ ਮੈਨੂੰ ਇਹਨਾਂ ਦਾ ਵੀ ਪਤਾ ਜੋ ਮੇਰੇ ਨਾਲ ਮੇਰਾ ਸੰਸਾਰ ਲੱਗਿਆ ਹੋਇਆ ਤੇ ਲੇਖਾ ਜੋਖਾ ਵਕਤ ਨੇ ਕਰਨਾ ਇਤਿਹਾਸ ਲਿਖੇ ਜਾਣਗੇ। ਕੋਈ ਗੱਲ ਨਹੀਂ ਸਭ ਦਾ ਲਿਖਿਆ ਜਾਣਾ। ਇਹ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ। ਮੈਂ ਜਿੱਥੇ ਖੜਾ ਦੁਨੀਆ ਨੂੰ ਪਤਾ ਹੋਊਗਾ ਠੀਕ ਹੈ। ਜਦੋਂ ਲੇਖੇ ਜੋਖੇ ਹੋਣਗੇ ਕੀ ਤੁਹਾਡੀਆਂ ਅੱਜ ਦੀਆਂ ਪੋਸਟਾਂ ਕੀ ਤੁਹਾਡੀਆਂ ਇਹ ਇੰਟਰਵਿਊਆਂ ਇਹ ਅਜਾਈ ਜਾਣ ਵਾਲੀਆਂ ਤੁਹਾਨੂੰ ਇਹ ਲੱਗਦਾ ਹੋਊਗਾ ਵੀ ਅੱਜ ਬਖਤੜੀ ਫਾਰਮ ਤੇ ਬੈਠ ਕੇ ਜਦ ਸਿੱਧੂ ਜੀ ਨੇ ਹਾਕਮ ਬਖਤੜੀ ਵਾਲੇ ਨਾਲ ਕੁਝ ਗੱਲਾਂ ਕਰ ਲਈਆਂ। ਇਹ ਸਦੀਆਂ ਦੀਆਂ ਹਿਸਟਰੀਆਂ ਨੇ ਕਾਕਾ ਜੀ। ਮੇਰੀ ਗੱਲ ਯਾਦ ਰੱਖੋ ਅਸੀਂ ਇਤਿਹਾਸ ਵਾਚਿਆ ਔਰ ਅਸੀਂ ਸੰਸਾਰ ਪੜ੍ਹਿਆ
ਇਹ ਇੱਕ ਵੱਖਰਾ ਵਿਸ਼ਾ ਮੈਂ ਗ੍ਰੈਜੂਏਸ਼ਨ ਨਹੀਂ ਕੀਤੀ, ਜਿਹੜੀ ਜੀਵਨ ਦੀ PhD ਕੀਤੀ ਹੋਈ ਹੈ ਉਹ ਵੀ ਯਾਦ ਰੱਖਣ ਨਾ ਲੋਕ। ਵਾਕਈ ਤੁਹਾਡਾ ਜਿਹੜਾ ਤਜਰਬਾ ਹੈਗਾ ਬਹੁਤ ਵੱਡਾ ਤਜਰਬਾ ਹੈਗਾ, ਔਰ ਤੁਸੀਂ ਇਸ ਦੁਨੀਆ ਨੂੰ ਬਹੁਤ ਨੇੜੇ ਹੋ ਕੇ ਘੋਖਿਆ ਹੈਗਾ, ਬਹੁਤ ਨੇੜੋਂ ਹੋ ਕੇ ਜਾਣਿਆ ਤੁਸੀਂ, ਔਰ ਤੁਹਾਡੇ ਜ਼ਿੰਦਗੀ ਦੇ ਕੌੜੇ ਮਿੱਠੇ ਬੜੇ ਵੱਡੇ ਤਜਰਬੇ ਵੀ ਰਹੇ ਆ। ਭਾਜੀ ਇੱਕ ਫੇਰ ਗੱਲ ਥੋੜੀ ਹਾਸੇ ਵਾਲੀ ਗੱਲ ਵੀ ਹੈਗੀ ਆ, ਆਪਾਂ ਪਿੱਛੇ ਪਹਿਲਾਂ ਗੱਲ ਕਰ ਵੀ ਚੁੱਕੇ ਹਾਂ ਵੀ ਮੂਰਖਾਂ ਦੀ ਦੁਨੀਆ 'ਚ ਰਹਿ ਕੇ ਮੂਰਖ ਬਣ ਕੇ ਰਹਿਣਾ ਪੈਂਦਾ। ਹਾਂ। ਇਸੇ ਤਰ੍ਹਾਂ ਹੀ ਇੱਕ ਗੱਲ ਹੋਰ ਸਾਹਮਣੇ ਆਈ ਹੈਗੀ, ਕਹਿੰਦੇ ਵੀ ਜਿਹੜਾ ਸਿਆਣਾ ਬੰਦਾ ਉਹ ਤਾਂ ਪ੍ਰਧਾਨਗੀ ਦੇ ਚੱਕਰ 'ਚ ਪੈਂਦਾ ਹੀ ਨਹੀਂ। ਹੁਣ ਇੱਥੇ ਕੀ ਇਹ ਗੱਲ ਨੂੰ ਆਪਾਂ ਕੀ ਮੰਨੀਏ ਕਿ ਵਾਕਿਆ ਜਿਹੜੇ ਸਿਆਣੇ ਬੰਦੇ ਉਹ ਜਿਵੇਂ ਮੰਨ ਕੇ ਚਲੋ ਹੁਣ ਤੁਸੀਂ ਇੱਕ ਪ੍ਰਧਾਨ ਬਣ ਕੇ ਸਟਾਰਟ ਕੀਤਾ, ਇਹ ਮੰਚ ਨੂੰ ਸਟਾਰਟ ਕੀਤਾ ਨਾ, ਕੀ ਤੁਸੀਂ ਆਪਣੇ ਆਪ ਨੂੰ ਮੂਰਖ ਮੰਨਦੇ ਹੋ? ਦੇਖੋ ਸਿੱਧੂ ਸਾਹਿਬ, ਤੁਸੀਂ ਪੜ੍ਹੇ ਲਿਖੇ ਬੱਚੇ ਹੋ, ਸਿਆਣੇ ਲੋਕਾਂ ਦੀ ਕਦੇ ਭੀੜ ਨਹੀਂ ਹੁੰਦੀ। ਬਿਲਕੁਲ। ਤੇ ਭੀੜ 'ਚ ਕਦੇ ਸਿਆਣੇ ਲੋਕ ਨਹੀਂ ਹੁੰਦੇ। ਤਾਂ ਭਾਜੀ ਆਪਣੀ ਗੱਲ ਚੱਲ ਰਹੀ ਸੀ ਸਿਆਣਿਆਂ ਦੀ ਭੀੜ ਨਹੀਂ ਹੁੰਦੀ, ਤੇ ਜਿੱਥੇ ਭੀੜ ਹੁੰਦੀ ਉੱਥੇ ਕੋਈ ਸਿਆਣਾ ਨਹੀਂ ਹੁੰਦਾ। ਤਾਂ ਵਾਕਿਆ ਸੱਚੀ ਗੱਲ ਹੈ ਜੀ, ਸਿਆਣਾ ਬੰਦਾ ਕਹਿੰਦੇ ਲੱਖਾਂ ਦੇ ਵਿੱਚ ਖੜਾ ਵੀ ਪਤਾ ਲੱਗ ਜਾਂਦਾ ਕਿ ਵਾਕਿਆ ਉਹ ਸਿਆਣਾ ਬੰਦਾ। ਜਿਵੇਂ ਕਹਿੰਦੇ ਨਾ ਸਰਦਾਰ ਦੀ ਪੱਗ ਦਾ ਦੂਰੋਂ ਪਤਾ ਲੱਗ ਜਾਂਦਾ ਵੀ ਸਰਦਾਰੀ ਕਾਇਮ ਰੱਖੀ। ਬਿਲਕੁਲ ਠੀਕ ਹੈ, ਬਿਲਕੁਲ। ਅੱਛਾ ਭਾਜੀ, ਅਗਲੀ ਗੱਲ ਮੈਂ ਫਿਰ ਤੁਹਾਡੇ ਨਾਲ ਗੱਲ ਕਰਨ ਲੱਗਾ ਕਿ ਜਿਹੜੇ ਆਪਣੇ ਪ੍ਰਧਾਨਗੀਆਂ ਦਾ ਸਿਲਸਿਲਾ ਜਿਹੜਾ ਇਕਾਈਆਂ ਦੇ ਵਿੱਚ ਚੱਲੀ ਜਾਂਦਾ, ਬੜੀ ਵਧੀਆ ਸਫਲਤਾਪੂਰਵਕ ਤੁਸੀਂ ਇਕਾਈਆਂ ਹੁਣ ਤੱਕ ਬਣਾ ਚੁੱਕੇ ਹੋ। ਪਰ ਇੱਕ ਮੈਂ ਵੀਡੀਓ ਹੋਰ ਸੁਣੀ ਆ ਜਿਹਦੇ ਵਿੱਚ ਸ਼ਾਇਦ ਜਮਲਾ ਪਰਿਵਾਰ ਵੱਲੋਂ ਉਹਨਾਂ ਵੱਲੋਂ ਇਹ ਵੀ ਇਲਜ਼ਾਮ ਲੱਗਿਆ ਹੈਗਾ ਕਿ ਸਾਡੇ ਪਰਿਵਾਰ ਨੂੰ ਮਿਸਯੂਜ਼ ਕੀਤਾ ਜਾ ਰਿਹਾ। ਤਾਂ ਉਹਨਾਂ ਨੇ ਨਾਂ ਨਹੀਂ ਕਿਸੇ ਦਾ ਮਤਲਬ ਲਿਆ ਸੀ ਉਹਨਾਂ ਨੇ, ਤਾਂ ਉਹਨਾਂ ਨੇ ਸਿਰਫ ਇਹ ਕਿਹਾ ਸੀਗਾ ਵੀ ਮੈਂ ਕਲਾਕਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਵੀ ਉਹ ਸਾਡੇ ਪਰਿਵਾਰ ਨੂੰ ਮਿਸਯੂਜ਼ ਨਾ ਕਰਨ, ਕਿਉਂਕਿ ਸਾਡੇ ਵੱਡ ਵਡੇਰਿਆਂ ਨੇ ਅੱਜ ਤੱਕ ਨਾ ਕਦੇ ਪ੍ਰਧਾਨਗੀ ਦੇ ਵਿੱਚ ਪੈਰ ਰੱਖਿਆ, ਨਾ ਹੀ ਸਾਨੂੰ ਕਦੇ ਪ੍ਰਧਾਨਗੀ ਚਾਹੀਦੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਅਸੀਂ ਕਿਹਨੂੰ ਪ੍ਰਧਾਨਗੀਆਂ ਵੰਡਣ ਗਏ ਸੀ? ਜੇ ਉਹਨਾਂ ਦੇ ਵੱਡ ਵਡੇਰਿਆਂ ਨੇ ਪ੍ਰਧਾਨਗੀਆਂ 'ਚ ਪੈਰ ਰੱਖਣ ਦਾ, ਕਾਕਾ ਜੀ ਮੈਨੂੰ ਫਿਰ ਅੱਜ ਮਸਲਾ ਉਠਾਉਣ ਦੀ ਲੋੜ ਨਾ ਪੈਂਦੀ। ਸਭ ਤੋਂ ਵੱਡੇ ਸੰਸਾਰ ਦੇ ਬਾਬਾ ਬੋੜ ਕਿਹਾ ਜਾਂਦਾ ਹੈ ਜੀ, ਲਾਲ ਚੰਦ ਜਮਲਾ ਜੱਟ ਜੀ ਉਹਨਾਂ ਨੂੰ। ਪਰ ਉਹ ਕੋ ਫਕੀਰਾਨਾ ਤਵੀਰ ਦੇ ਆਦਮੀ ਸੀਗੇ, ਵਾਕਈ ਉਹ ਉਸ ਵੇਲੇ ਐਡਵਾਈਜ਼ ਨਹੀਂ ਕਰ ਸਕੇ। ਉਹ ਆਪਣੀ ਲਿਆਕਤ ਦੇ ਵਿੱਚ, ਆਪਣੀ ਸਿਆਣਪ ਦੇ ਵਿੱਚ, ਆਪਣੀ ਗੀਤਕਾਰੀ ਦੇ ਵਿੱਚ, ਆਪਣੇ ਉਸ ਤੁੰਬੀ ਦੇ ਵਿੱਚ, ਆਪਣੇ ਵੱਡੇਪਣ ਦੇ ਵਿੱਚ ਜਾਂ ਆਪਣੇ ਭੋਲੇਪਣ ਦੇ ਵਿੱਚ ਉਹ ਇਹ ਸਮਝ ਹੀ ਨਹੀਂ ਸਕੇ ਕਿ ਇਹ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਇਹ ਕੁਰਾਹੇ ਪੈ ਜਾਣਗੀਆਂ। ਉਦੋਂ ਥੋੜ੍ਹੇ ਜਿਹੇ ਬੰਦੇ ਸੀ, 5-4 ਜਣੇ ਸੀ ਪੰਜਾਬ ਦੇ ਵਿੱਚ, ਤੇ ਬੜੇ ਵਧੀਆ ਢੰਗ ਨਾਲ ਉਹ ਪਲੇਟਫਾਰਮ ਤੋਂ ਸਾਰ ਸਕਦੇ ਸੀ। ਇਹਨਾਂ ਨੂੰ ਮੈਂ ਕੀ ਕਹਾਂ ਵੀ ਜੇ ਇਹ ਮਸਲੇ ਉਦੋਂ ਹੀ ਸੈੱਟ ਕੀਤੇ ਹੁੰਦੇ, ਸਾਨੂੰ ਅੱਜ ਭਟਕਣਾ ਹੀ ਨਾ ਪੈਂਦਾ। ਸੋ ਮੇਰੀ ਗੱਲ ਹੈ ਵੀ ਮੈਂ ਕਿਸੇ ਨੂੰ ਨਾ ਤਾਂ ਪ੍ਰਧਾਨਗੀ ਦੇਣ ਗਿਆ ਤੇ ਨਾ ਪ੍ਰਧਾਨਗੀ ਕਿਸੇ ਤੋਂ ਲੈਣ ਗਿਆ। ਕਦੇ ਮੈਂ ਆਪਣੇ ਆਪ ਨੂੰ ਪ੍ਰਧਾਨ ਥਾਪਿਆ ਤੇ ਮੈਂ ਕਦੇ ਕਿਹਾ ਵੀ ਮੈਂ ਜਾਂ ਕਿਸੇ ਸੰਸਥਾ ਦਾ ਪ੍ਰਧਾਨ ਹੈ। ਸਾਰੇ ਪਰਿਵਾਰ ਨੇ ਸਾਡੀ ਸੰਸਥਾ ਬਣਾ ਕੇ, ਤਾਂ ਮਿਸ਼ਨ ਮੁਹੱਬਤ ਹੈ। ਬਿਲਕੁਲ। ਮੈਂ ਜਿਹੜੀ ਗੱਲ ਵਾਰੀ ਕਹਿੰਦਾ ਨਾ, ਇਹ ਤਾਂ ਪਿਆਰ ਦਾ ਕਾਫਲਾ ਹੈ। ਇਹਦੇ ਵਿੱਚ ਆਉਂਦੇ ਜਾਂਦੇ ਆ ਲੋਕ, ਰਲਦੇ ਜਾਂਦੇ ਆ। ਤੇ ਉਹਨਾਂ ਦੇ ਪਰਿਵਾਰ ਦੀ ਜੇ ਗੱਲ ਕਰਨ ਵੀ ਸਾਡੇ ਪਰਿਵਾਰ ਨੂੰ ਇਹਦੇ ਵਿੱਚ ਪ੍ਰਧਾਨਗੀਆਂ ਦੀ ਲੋੜ ਨਹੀਂ ਹੈ, ਅਸੀਂ ਤਾਂ ਕਿਸੇ ਨੂੰ ਪ੍ਰਧਾਨਗੀਆਂ ਨਾ ਦਿੰਦੇ ਨਾ ਦੇਣੀਆਂ। ਪ੍ਰਧਾਨਗੀਆਂ ਤਾਂ ਆਪਣੇ ਆਪ ਲੈ ਰਹੇ ਆ ਜਿਹੜੇ ਲੋਕ ਸੇਵਾ ਕਰਦੇ ਆ। ਹੁਣ ਉਹਨਾਂ ਦੇ ਪਰਿਵਾਰ ਦੇ ਜੇ ਆਪਾਂ ਗੱਲ ਕਰੀਏ, ਅੱਜ ਜਮਲਾ ਜੱਟ ਜੀ ਦੀ ਪਰੰਪਰਾ ਨੂੰ, ਅੱਜ ਉਹਨਾਂ ਦੇ ਸਤਿਕਾਰ ਨੂੰ, ਉਹਨਾਂ ਦੀ ਗਾਇਕੀ ਨੂੰ, ਉਹਨਾਂ ਦੇ ਸ਼ਮਲੇ ਨੂੰ, ਉਹਨਾਂ ਦੇ ਟੌਰੇ ਨੂੰ, ਉਹਨਾਂ ਦੀ ਤੁੰਬੀ ਨੂੰ ਜੇ ਕੋਈ ਪਰਿਵਾਰ ਦਾ ਬੰਦਾ ਅੱਗੇ ਵਧਾ ਰਿਹਾ ਤਾਂ ਇਹ ਪੋਸਟਾਂ ਪਾਉਣ ਵਾਲੇ ਲੋਕ ਮੈਨੂੰ ਦੱਸ ਦੇਣ ਵੀ ਉਹਨਾਂ ਦੇ ਪਰਿਵਾਰ 'ਚੋਂ ਕੌਣ ਬੰਦਾ ਹੈ। ਤੇ ਜੇ ਮੈਂ ਕਿਸੇ ਲਿਆਕਤਵਾਨ ਬੱਚੇ ਦੀ, ਕਿਸੇ ਸੂਝਵਾਨ ਆਰਟਿਸਟ ਦੀ ਮੈਂ ਤਾਰੀਫ ਕਰ ਦਿੰਦਾ ਜਾਂ ਉਹਨੂੰ ਕਿਸੇ ਯੋਗਤਾ ਦੇ ਅਨੁਸਾਰ ਉਹਦਾ ਆਦਰ ਮਾਣ ਕਰ ਦਿੰਦਾ, ਤਾਂ ਇਹ ਕੀ ਮੇਰਾ ਨਿਕੰਮਾਪਣ ਹੈ? ਕੀ ਮੇਰਾ ਇਹ ਘਟੀਆਪਣ ਹੈ? ਤੇ ਮੈਂ ਆਪਣੇ ਕਲਾਕਾਰ ਭੈਣਾਂ ਭਰਾਵਾਂ ਦਾ ਸਮਰੱਥਾ ਅਨੁਸਾਰ ਉਹਨਾਂ ਦਾ ਆਦਰ ਮਾਣ ਵੀ ਨਾ ਕਰਾਂ? ਠੀਕ ਹੈ ਨਾ। ਸੋ ਮੈਂ ਇੱਕ ਇਹ ਮਸਲਾ ਚੁੱਕਿਆ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਜਿਵੇਂ ਪੰਜਾਬ ਸਰਕਾਰ ਹੈ, ਆਪਾਂ ਉਸ ਪੁਆਇੰਟ ਦੇ ਵਿਸ਼ੇ 'ਤੇ ਆਏ ਨਹੀਂ, ਜਾਂ ਇਹ ਸਮਝ ਲਓ ਕਿ ਮਸਲੇ ਹੈ ਜਿਹੜੇ ਅਜੇ ਤੱਕ ਸਾਡੀ ਪੰਜਾਬੀ ਸੰਗੀਤਕ ਇੰਡਸਟਰੀ ਦਾ ਕੋਈ ਵੀ ਮੁੱਦਾ ਹੱਲ ਹੀ ਨਹੀਂ ਹੋਇਆ। ਫਿਰ ਲੋਕ ਕਹਿੰਦੇ ਨੇ ਵੀ ਤੁਹਾਡੇ ਕੀ ਮੁੱਦੇ ਹੈ? ਮੁੱਦੇ ਤਾਂ ਯਾਰ ਬਹੁਤ ਹੈ, ਮੁੱਦੇ ਦੱਸੋ ਤਾਂ ਸਹੀ ਵੀ ਮੁੱਦਾ ਹੱਲ ਕਿਹੜਾ ਹੋਇਆ? ਪ੍ਰੋਬਲਮ ਤਾਂ ਇਸ ਗੱਲ ਦੀ ਹੈ, ਤੇ ਮੁੱਦਾ ਉਠਾਇਆ ਕਿ ਨਹੀਂ ਅੱਜ ਤੱਕ? ਗੱਲ ਤਾਂ ਇਹ ਉਸ ਗੱਲ ਤੇ ਤਾਂ ਆਉਂਦੇ ਨਹੀਂ। ਹੁਣ ਜੇ ਸਤਿਕਾਰ ਦੀ ਗੱਲ ਕਰੀਏ, ਸਾਰੀ ਦੁਨੀਆ ਬਾਬਾ ਜਮਲਾ ਜੀ ਨੂੰ ਬਾਬਾ ਬੁੜ ਕਹਿ ਕੇ ਸੰਬੋਧਨ ਕਰਦੀ ਹੈ, ਤੁੰਬੀ ਦਾ ਉਹਨੂੰ ਜਨਮਦਾਤਾ ਮੰਨਦੀ ਹੈ। ਤੇ ਉਹਦਾ ਦੱਸੇ ਉਹਨਾਂ ਦਾ ਪਰਿਵਾਰ ਹੀ ਇਹ ਜਿਹੜੇ ਲੋਕ ਗੱਲਾਂ ਕਰਦੇ ਆ, ਇਹ ਦੱਸਣ ਇਹਨਾਂ ਨੇ ਆਪਣੇ ਬਜ਼ੁਰਗ ਦੀ ਵਡੱਪਣ ਵਾਸਤੇ ਕਿ ਕਿਹੜੇ ਬੰਦੇ ਤੱਕ, ਕਿਹੜੀ ਸਰਕਾਰ ਤੱਕ ਕੀ ਪਹੁੰਚ ਕੀਤੀ ਹੈ। ਮੈਂ ਇਹ ਗੱਲ ਜੇ ਮਸਲਾ ਉਠਾ ਲਿਆ ਵੀ ਲਾਲ ਚੰਦ ਜਮਲਾ ਮਰਨੋਂ ਉਪਰੰਤ ਅਵਾਰਡ ਗਵਰਨਮੈਂਟ ਦਿੰਦੀ ਹੈ ਨਾ, ਸ਼ਹੀਦਾਂ ਨੂੰ ਦਿੰਦੀ ਹੈ, ਸਾਹਿਤਕਾਰਾਂ ਨੂੰ ਦਿੰਦੀ ਹੈ, ਲੀਡਰਾਂ ਨੂੰ ਦਿੰਦੀ ਹੈ, ਤੇ ਸਾਡੇ ਪੰਜਾਬ ਦੇ ਫਨਕਾਰਾਂ ਨੂੰ
ਲਿਆਕਤਮੰਦ ਲੋਕਾਂ ਨੂੰ, ਇਸ ਸਿਸਟਮ ਦੇ ਸੁਧਾਰਕਾਂ ਨੂੰ ਜੇ ਕੋਈ ਮਾਨ ਸਨਮਾਨ ਦੀ ਮੈਂ ਮੰਗ ਕਰਦਾ ਤਾਂ ਮੈਂ ਕਿਸੇ ਦੇ ਪਰਿਵਾਰ 'ਚ ਦਫੜ ਪਾਉਣ ਦੀ ਗੱਲ ਕਰਦਾ। ਕਿਉਂ ਨਹੀਂ ਜਮਲਾ ਜੱਟ ਪਦਮ ਸ਼੍ਰੀ ਅਵਾਰਡ ਉਹਨੂੰ ਮਰਨ ਉਪਰੰਤ ਕਿਉਂ ਨਹੀਂ ਉਹਨੂੰ ਨੋਮੀਨੇਸ਼ਨ ਕੀਤਾ ਜਾ ਸਕਦਾ? ਕਿਉਂ ਪੰਜਾਬ ਸਰਕਾਰ ਸਿਫਾਰਿਸ਼ ਨਹੀਂ ਕਰ ਸਕਦੀ? ਕੀ ਦੁਨੀਆ ਦੇ ਵਿੱਚ ਕੁਲਦੀਪ ਮਾਣਕ ਤੋਂ ਵੱਡਾ ਕੋਈ ਲੋਕ ਗਾਥਾਵਾਂ ਦਾ ਗਾਇਕ ਪੈਦਾ ਹੋ ਜਾਊਗਾ? ਕਿਉਂ ਨਹੀਂ ਉਸ ਬੰਦੇ ਨੂੰ ਅਸੀਂ ਪਦਮ ਸ਼੍ਰੀ ਦਾ ਖਿਤਾਬ ਵਾਸਤੇ ਮਤਲਬ ਗੌਰਮੈਂਟ ਦੇ ਟੇਬਲ 'ਤੇ ਸਵਾਲ ਰੱਖ ਸਕਦੇ? ਕੀ ਚਾਂਦੀ ਰਾਮ ਵਰਗਾ ਦੁਨੀਆ ਦੇ ਵਿੱਚ ਦੁਗਾਣਿਆਂ ਦਾ ਗਾਇਕ ਕੋਈ ਮੁੜ ਕੇ ਪੈਦਾ ਹੋ ਜਾਊਗਾ ਜਿਹਨੇ ਇੱਕ ਲਫ਼ਜ਼ ਵੀ ਪੂਰੇ ਦੁਗਾਣਾ ਗਾਇਕੀ ਦੇ ਵਿੱਚ ਇੱਕ ਲਫ਼ਜ਼ ਵੀ ਸ਼ਬਦਾਂ ਤੋਂ ਬਾਹਰ ਨਹੀਂ ਗਾਇਆ, ਆਪਣੀਆਂ ਫਸਲਾਂ ਦੀ, ਆਪਣੀਆਂ ਪਰਿਵਾਰਾਂ ਦੀ, ਆਪਣੇ ਦੁੱਖ ਸੁੱਖ ਦੀ ਗੱਲ ਕੀਤੀ ਹੈ? ਕੀ ਉਹ ਲੋਕ ਇਹਨਾਂ ਮਾਨ ਸਨਮਾਨ ਦੇ ਕਾਬਲ ਨਹੀਂ ਹੈ? ਫਿਰ ਤਾਂ ਮੈਂ ਫਿੱਟੇ ਮੂੰਹ ਹੈ ਸਾਡੇ, ਜਾਂ ਮੈਨੂੰ ਇਹ ਗੱਲ ਕਹਿਣ ਵਾਲਿਆਂ ਦੇ ਜਿਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਵੀ ਤੁਹਾਡੇ ਬਜ਼ੁਰਗਾਂ ਕੋਲ ਸੀਗਾ ਕਿ ਉਹਨਾਂ ਦਾ ਮਾਨ ਸਨਮਾਨ ਕੀ ਹੋਣਾ ਚਾਹੀਦਾ। ਉਹਨਾਂ ਨੂੰ ਇਸ ਗੱਲ 'ਤੇ ਅਕਲ ਮਾਰ ਲੈਣੀ ਚਾਹੀਦੀ ਹੈ, ਜਾਂ ਕਿਸੇ ਸੂਝਵਾਨ ਬੰਦੇ ਨੂੰ ਫੋਨ ਕਰਕੇ ਪੁੱਛ ਲੈਣਾ ਚਾਹੀਦਾ। ਵਾਕਿਆ ਭਾਜੀ ਮੁੱਦੇ ਬਹੁਤ ਵੱਡੇ ਹੈਗੇ ਨੇ ਜਿਹੜੇ ਕਿ ਸਰਕਾਰ ਦੇ ਕੰਨਾਂ ਤੱਕ ਅੱਜ ਤੱਕ ਆਵਾਜ਼ ਆ ਜਿਹੜੀ ਉਹ ਕਲਾਕਾਰਾਂ ਦੀ ਪਹੁੰਚੀ ਨਹੀਂ। ਇਸੇ ਕਰਕੇ ਮੈਨੂੰ ਲੱਗਦਾ ਜਿਹੜੀ ਕਲਾਕਾਰਾਂ ਦੀ ਕੋਈ ਕੈਟਾਗਰੀ ਬਣੀ ਨਹੀਂ। ਹਾਂਜੀ, ਕਿਉਂਕਿ ਨਹੀਂ ਤਾਂ ਹਰ ਇੱਕ ਕਿਤੇ ਨਾ ਕਿਤੇ ਸਰਕਾਰ ਹੈ ਕਿਸੇ ਨਾ ਕਿਸੇ ਤਰੀਕੇ ਉਹ ਹੈਲਪ ਕਰਦੀ ਆਈ ਹੈ, ਤਾਂ ਪਰ ਮੈਨੂੰ ਲੱਗਦਾ ਵੀ ਕਲਾਕਾਰਾਂ ਨੂੰ ਤਾਂ ਮੈਨੂੰ ਲੱਗਦਾ ਸ਼ਾਇਦ ਉਹਨਾਂ ਦੇ ਕਿਸੇ ਵੀ ਕੈਟਾਗਰੀ ਦੇ ਵਿੱਚ ਕਿਸੇ ਮੈਨੂੰ ਲੱਗਦਾ ਪੇਪਰ ਦੇ ਵਿੱਚ ਵੀ ਇਹ ਨਹੀਂ ਹੋਣਾ ਕਿ ਕਲਾਕਾਰਾਂ ਦੀ ਕੋਈ ਕੈਟਾਗਰੀ ਹੈਗੀ ਆ। ਔਰ ਜਦੋਂ ਹੁਣ ਗੱਲ ਆਪਣੇ ਵੱਡ ਵਡੇਰਿਆਂ ਦੀ ਆ ਜਾਂਦੀ ਹੈ ਤਾਂ ਮੈਂ ਵੀ ਦੇਖਿਆ ਕਿ ਜਿਵੇਂ ਹੁਣ ਲਾਲਚੰਦ ਜਮਲਾ ਜੱਟ ਜੀ ਹੋਣਾ ਦਾ ਇੱਕ ਬੁੱਤ ਲੱਗਿਆ ਹੋਇਆ ਹੈ ਨਾ, ਤਾਂ ਉਹਨਾਂ ਦੀ ਮੈਨੂੰ ਲੱਗਦਾ ਜਦੋਂ ਬਰਸ਼ੀ ਆਉਂਦੀ ਹੈ ਉਦੋਂ ਜ਼ਰੂਰ ਜਾ ਕੇ ਉਹਨਾਂ ਦੀ ਸਾਫ਼ ਸਫਾਈ ਹੁੰਦੀ ਹੈ, ਜਾਂ ਉਹਨਾਂ ਨੂੰ ਕੋਈ ਬੁਰਸ਼ ਮਾਰਦਾ ਜਾਂ ਕੋਈ ਧੋਂਦਾ ਹੈਗਾ ਤਾਂ ਅੱਗੇ ਪਿੱਛੇ ਉਹਨਾਂ ਦੇ ਮੈਨੂੰ ਲੱਗਦਾ ਬੁੱਤ ਨੂੰ ਕੋਈ ਜਾ ਕੇ ਦੇਖਦਾ ਨਹੀਂ। ਇਸੇ ਤਰ੍ਹਾਂ ਮਾਣਕ ਸਾਹਿਬ ਦਾ ਬੁੱਤ ਵੀ ਹੈ ਜਿਹੜਾ ਇੱਧਰ ਫਿਰੋਜ਼ਪੁਰ ਰੋਡ 'ਤੇ ਲੱਗਿਆ ਹੋਇਆ, ਤਾਂ ਉਹ ਜਦੋਂ ਬਰਸ਼ੀਆਂ ਆਉਂਦੀਆਂ ਉਦੋਂ ਯਾਦ ਕੀਤਾ ਜਾਂਦਾ। ਫਿਰ ਉਸ ਵੇਲੇ ਮੈਨੂੰ ਇਹ ਲੱਗਦਾ ਹੈਗਾ ਵੀ ਜਿਹੜੇ ਅੱਜ ਕਹਿੰਦੇ ਵੀ ਸਾਡੇ ਵੱਡ ਵਡੇਰੇ, ਤਾਂ ਫਿਰ ਉਹਨਾਂ ਨੂੰ ਉਹਨਾਂ ਦੇ ਧਿਆਨ ਵੀ ਰੱਖਣਾ ਚਾਹੀਦਾ। ਆਪਦੇ ਵੱਡ ਵਡੇਰਿਆਂ ਦੀ ਤੁਸੀਂ ਸੇਵਾ ਕਰ ਲਓ, ਚਲੋ ਹੋਰ ਕਿਸੇ ਦੀ ਤੇ ਲੋਕਾਂ ਦੀ ਕੀ ਕਰਨਗੇ ਇਹ? ਜਿਨ੍ਹਾਂ ਤੋਂ ਆਪਣੇ ਬਜ਼ੁਰਗਾਂ ਦੀ ਲਿਆਕਤ ਨਹੀਂ ਸੰਭਾਲੀ ਜਾ ਰਹੀ, ਉਹਦਾ ਆਦਬ ਇਹਨਾਂ ਦੇ ਦਿਮਾਗ 'ਚ ਨਹੀਂ। ਲੋਕਾਂ ਦੀ ਕੀ ਸੇਵਾ ਕਰ ਦੇਣਗੇ? ਮੈਂ ਕੀ ਗੱਲ ਕਰਾਂ, ਗੱਲਾਂ ਕਿਹੜੀਆਂ ਕਰਦੇ ਆ? ਉਹਨਾਂ ਦੇ ਦਿਮਾਗ 'ਚ ਨਹੀਂ, ਪਰ ਸਾਨੂੰ ਤਾਂ ਪਤਾ ਹੈ ਨਾ, ਅਸੀਂ ਤਾਂ ਜਾਗਰੂਕ ਲੋਕ ਹਾਂ ਜੀ। ਸਾਨੂੰ ਤਾਂ ਵੱਡੇ ਛੋਟੇ ਦਾ, ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਮੇਰੇ ਭੈਣ ਭਰਾਵਾਂ ਨੇ ਬਾਲ ਬੱਚਿਆਂ ਨੇ ਦਿੱਤੀ ਹੈ, ਤਾਂ ਮੈਨੂੰ ਮੇਰੀ ਜ਼ਿੰਮੇਵਾਰੀ ਦਾ ਕਿਤੇ ਅਹਿਸਾਸ ਨਹੀਂ ਕਿ ਇਹਨਾਂ ਲੋਕਾਂ ਦੇ ਕਦੇ ਕਹਿਣ 'ਤੇ ਮੈਂ ਹਟ ਜੂੰਗਾ ਇਹ ਗੱਲਾਂ ਕਰਨੋਂ? ਤੁਸੀਂ ਦੱਸੋ, ਇਹ ਮਸਲੇ ਨੂੰ ਹੋਰ ਫਿਰ ਕੌਣ ਚੱਕੂਗਾ? ਅੱਜ ਸਭ ਤੋਂ ਵੱਡੀ ਸੰਸਥਾ ਸੰਸਾਰ ਦੇ ਵਿੱਚ ਪੰਜਾਬੀ ਲੋਕ ਗਾਇਕੀ ਦੇ ਵਿੱਚ ਹਾਕਮ ਬਖਤਰੀ ਵਾਲੇ ਦੀ ਹੈ, ਤੇ ਫਿਰ ਮੁੱਦੇ ਕੌਣ ਉਠਾਊਗਾ? ਮੁੱਦੇ ਅਸੀਂ ਉਠਾਵਾਂਗੇ। ਬਿਲਕੁਲ ਜੀ, ਜਦੋਂ ਧੁਰਾ ਬਣ ਕੇ ਤੁਸੀਂ ਅੱਗੇ ਲੱਗੇ ਹੋ, ਇੰਜਣ ਬਣ ਕੇ ਲੱਗੇ ਹੋ, ਤਾਂ ਤੁਹਾਡੇ ਮੁੱਦੇ ਆ ਜਿਹੜੇ ਉਹ ਵੀ ਤੁਸੀਂ ਉਠਾਉਣੇ। ਔਰ ਦੁੱਖ ਤਕਲੀਫਾਂ ਦੇ ਜਿਹੜੇ ਕਲਾਕਾਰਾਂ ਦੀਆਂ, ਚਾਹੇ ਕਿਸੇ ਵੀ ਸਮਾਜ ਦੇ ਵਿੱਚ ਕੋਈ ਵੀ ਵਿਅਕਤੀ ਵਿਚਰਦਾ ਦੁੱਖ ਦੇ ਵਿੱਚ, ਤਕਲੀਫ ਦੇ ਵਿੱਚ, ਉਹਦਾ ਮੁੱਦਾ ਜਿਹੜਾ ਹੈਗਾ ਤੁਸੀਂ ਅੱਗੇ ਲੈ ਕੇ ਆਉਣਾ, ਸਰਕਾਰ ਤੱਕ ਵੀ ਉਹ ਤੁਸੀਂ ਪਹੁੰਚਾਉਣਾ ਹੈਗਾ। ਤਾਂ ਅਕਸਰ ਕਿਤੇ ਨਾ ਕਿਤੇ ਤਾਂ ਇਹ ਗੱਲ ਜ਼ਰੂਰ ਬਣਦੀ ਹੈ ਕਿ ਕਿਸੇ ਨਾ ਕਿਸੇ ਇੱਕ ਨੂੰ ਤਾਂ ਹੌਸਲਾ ਕਰਨਾ ਪੈਣਾ। ਜਿੰਨਾ ਚਿਰ ਆਪਾਂ ਹੌਸਲਾ ਨਹੀਂ ਕਰਦੇ, ਕਿਉਂਕਿ ਪਿਛਲੇ ਪਤਾ ਨਹੀਂ ਕਿੰਨੇ ਦਹਾਕਿਆਂ ਤੋਂ ਕਲਾਕਾਰੀ ਲਾਈਨ ਆ ਜਿਹੜੀ ਉਹ ਬਿਲਕੁਲ ਥੱਲੇ ਦਬਦੀ ਤੁਰੀ ਆਈ ਹੈ। ਕੋਈ ਪੈਸੇ ਦੇ ਜ਼ੋਰ 'ਤੇ ਅੱਗੇ ਆ ਗਿਆ, ਕੋਈ ਪੈਸੇ ਦੇ ਦੌਰ 'ਤੇ ਪਿੱਛੇ ਰਹਿ ਗਿਆ, ਕੋਈ ਮਿਹਨਤ ਕਰਦਾ ਪਿੱਛੇ ਰਹਿ ਗਿਆ। ਪਰ ਜੇ ਕਿਤੇ ਸਰਕਾਰ ਵੱਲੋਂ ਸ਼ੁਰੂ ਤੋਂ ਲੈ ਕੇ ਇਹੋ ਜਿਹੇ ਕੋਈ ਉਪਰਾਲੇ ਕੀਤੇ ਹੁੰਦੇ ਤਾਂ ਮੈਨੂੰ ਲੱਗਦਾ ਅੱਜ ਜਿਹੜੇ ਕਲਾਕਾਰ ਸਾਡੇ ਭਰਾ ਹੈਗੇ ਆ, ਮਤਲਬ ਦੂਸਰਾ ਇਲਾਜ ਖੁਣੋਂ ਮਰ ਗਏ, ਜਾਂ ਜਿਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ, ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕੁਝ ਮਿਹਨਤ ਨਾਲ ਕੁਝ ਨਾ ਕੁਝ ਮਿਲ ਜਾਣਾ ਸੀ ਨਾ ਭਾਜੀ। ਬਿਲਕੁਲ। ਤਾਂ ਕਿਤੇ ਨਾ ਕਿਤੇ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ, ਜੇਕਰ ਅੱਜ ਹਾਕਮ ਬਖਤਰੀ ਵਾਲਾ ਜੀ ਨੇ ਇੱਕ ਕੋਈ ਮੰਚ ਖੜਾ ਕੀਤਾ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਉਹਨਾਂ ਦੀ ਹੈਲਪ ਕਰੀਏ, ਔਰ ਇਸ ਉਪਰਾਲੇ ਨੂੰ ਹੋਰ ਵੱਡਾ ਕਰਕੇ ਅਸੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਜਿਹੜੀ ਐਕਟੀਵਿਟੀ ਹੈਗੀ ਉਹ ਪਹੁੰਚਾਈਏ, ਸਰਕਾਰ ਦੇ ਕੰਨਾਂ ਤੱਕ ਅਸੀਂ ਆਪਣੀ ਗੱਲ ਸੁਣਾਈਏ। ਭਾਜੀ ਇੱਕ ਹੋਰ ਦੋਸ਼ ਹੈ ਜੀ ਜਿਹੜਾ ਕਿ, ਕਿਉਂਕਿ ਹੁਣ ਤੁਸੀਂ ਦੋਸ਼ਾਂ ਦੇ ਦਾਇਰੇ ਦੇ ਵਿੱਚ ਘਿਰ ਚੁੱਕੇ ਹੋ, ਤੁਹਾਡੇ ਤੇ ਦੋਸ਼ ਲੱਗਣੇ, ਕਿਉਂਕਿ ਜਦੋਂ ਬੰਦਾ ਕੋਈ ਚੰਗਾ ਕੰਮ ਕਰਦਾ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ। ਦੇਖੋ, ਤੁਹਾਨੂੰ ਇਸ ਦੁਨੀਆ ਦੇ ਵਿੱਚ ਦੁਸ਼ਮਣ ਪੈਦਾ ਕਰਨ ਦੀ ਜ਼ਰੂਰਤ ਨਹੀਂ ਹੈ ਜੀ। ਤੁਹਾਨੂੰ ਦੁਸ਼ਮਣੀਆਂ ਖੜੀਆਂ ਕਰਨ ਵਾਸਤੇ ਕਿਸੇ ਨਾਲ ਲੜਨ ਭਿੜਨ ਦੀ ਜਾਂ ਗਾਲ ਕੱਢਣ ਦੀ ਲੋੜ ਨਹੀਂ ਹੈ। ਤੁਸੀਂ ਇਹ ਜੀਵਨ ਦਾ ਸੱਚ ਹੈ, ਮਾੜੀ ਜੀ ਤਰੱਕੀ ਕਰ ਦਿਓ, ਦੁਸ਼ਮਣ ਤਾਂ ਤੁਹਾਨੂੰ ਆਪੇ ਘੇਰ ਲੈਣਗੇ, ਉਹ ਤਾਂ ਤੁਹਾਡੇ ਪੈਰ ਤੇ ਖੜੇ ਹੋ ਜਾਂਦੇ। ਬਿਲਕੁਲ ਜੀ, ਬਿਲਕੁਲ। ਅੱਜ ਕੱਲ੍ਹ ਕੋਈ ਵੀ ਬੰਦਾ ਕਿਸੇ ਨੂੰ ਮਤਲਬ ਸਟੈਂਡ ਹੁੰਦਾ ਕੋਈ ਨਹੀਂ ਜਰਦਾ। ਹਾਂ, ਦੁਸ਼ਮਣ ਤਾਂ ਨਾਲ ਹੀ ਖੜੇ ਹੁੰਦੇ ਆ, ਕਹਿੰਦੇ ਗੱਲ ਕੱਢੋ ਸਹੀ, ਤੁਸੀਂ ਮੂੰਹ 'ਚੋਂ ਗੱਲ ਜਵਾਬ ਤਾਂ ਸਾਡੇ ਕੋਲੇ ਘੜਿਆ ਪਿਆ। ਸੋ ਇੱਕ ਤੁਹਾਡੇ ਤੇ ਹੋਰ ਬੜਾ ਵੱਡਾ ਦੋਸ਼ ਲੱਗਿਆ ਹੈਗਾ ਜੀ ਕਿ ਜਿਵੇਂ ਤੁਹਾਡੇ ਕੋਲੇ ਹੁਣ ਅੱਜ ਅਸੀਂ ਵੀ ਤੁਹਾਡੀ ਇੰਟਰਵਿਊ ਕਰਨ ਆਏ ਹਾਂ, ਜੀ ਜੀ, ਇਸ ਤੋਂ ਪਹਿਲਾਂ ਸਾਡੇ ਤੋਂ ਪਹਿਲਾਂ ਹੋਰ ਵੀ ਬਹੁਤ ਸਾਰੇ ਟੀਵੀ ਪੱਤਰਕਾਰ ਤੁਹਾਡੇ ਕੋਲੇ ਆਏ ਹੋਣੇ ਆ, ਤੁਹਾਡਾ ਪੇਪਰਾਂ ਦੇ ਵਿੱਚ ਤੁਹਾਡੀਆਂ ਖਬਰਾਂ ਲੱਗਦੀਆਂ, ਜਿਹੜੀਆਂ ਤੁਸੀਂ ਇਕਾਈਆਂ ਬਣਾ ਰਹੇ ਹੋ, ਪ੍ਰਧਾਨਗੀਆਂ ਦੇ ਰਹੇ ਹੋ, ਹੈ ਨਾ ਜੀ ਜੀ, ਤਾਂ ਉਹਨਾਂ ਦੀਆਂ ਖਬਰਾਂ ਵੀ ਲੱਗਦੀਆਂ। ਤੁਹਾਡੇ ਤੇ ਇਹ ਦੋਸ਼ ਲੱਗਿਆ ਕਿ ਹਾਕਮ ਬਖਤਰੀ ਵਾਲਾ ਨੇ ਜਿੰਨਾ ਵੀ ਮੀਡੀਆ ਹੈਗਾ, ਪ੍ਰਿੰਟ ਮੀਡੀਆ ਚਾਹੇ ਉਹ ਸੋਸ਼ਲ ਮੀਡੀਆ, ਤਾਂ ਉਹ ਸਾਰਾ ਖਰੀਦਿਆ ਹੋਇਆ। ਹਾਂ ਖਰੀਦਿਆ ਹੋਇਆ, ਸੱਚ ਹੈ ਇਸ ਗੱਲ 'ਚ। ਮੇਰੇ ਨਾਲੋਂ ਵੱਧ ਪਿਆਰ ਸਮੁੱਚੇ ਸੰਸਾਰ 'ਚ ਵਾਸਤੇ ਮੀਡੀਆ ਨੂੰ ਕੋਈ ਕਲਾਕਾਰ ਦਿੰਦਾ ਹੀ ਨਹੀਂ ਜੀ। ਮੈਂ ਹਰ ਇੰਟਰਵਿਊਜ਼ ਦੇ ਵਿੱਚ,
ਹਰ ਦੌਰ ਦੇ ਵਿੱਚ ਜੀਵਨ ਦੇ ਵਿੱਚ ਪਿਛਲੇ 40 ਸਾਲਾਂ ਤੋਂ ਮੀਡੀਆ ਨੂੰ ਸਲੂਟ ਕਰਦਾ ਆਇਆ ਔਰ ਮੈਂ ਇਹਨੂੰ ਸੰਸਾਰ ਦਾ ਚੌਥਾ ਥੰਮ ਮੰਨ ਕੇ ਚੱਲ ਰਿਹਾ। ਇਹ ਮੇਰੀ ਅਪਣੱਤ ਦਾ, ਮੇਰੇ ਪਿਆਰ ਦਾ, ਮੇਰੇ ਸਿਸਟਮ ਦਾ, ਮੇਰੀ ਸੇਵਾ ਦਾ। ਜੇ ਥਾਂ ਥਾਈਂ ਲਿਆਕਤ ਨਾਲ ਮੀਡੀਆ ਉਹਨੂੰ ਪ੍ਰਮੋਟ ਕਰਦਾ ਹੈ ਜਾਂ ਅੱਜ ਮੇਰੇ ਮੰਚ ਨੂੰ ਪ੍ਰਮੋਟ ਕਰਦਾ ਹੈ, ਉਹ ਸਾਡੀ ਸੋਚ ਨੂੰ ਪ੍ਰਮੋਟ ਕਰਦਾ ਹੈ, ਸਾਡੀ ਲਿਆਕਤ ਨੂੰ, ਸਾਡੀ ਸਿਆਣਪ ਨੂੰ, ਸਾਡੇ ਸਿਸਟਮ ਨੂੰ। ਜੇ ਕੋਈ ਚੰਦ ਬੰਦੇ ਉਹ ਪ੍ਰਮੋਟ ਕਰਦੇ ਆ ਤਾਂ ਜਾਂ ਮੈਂ ਇਹ ਕਹਿ ਲਾਂ ਵੀ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਦੋਸ਼ ਲਾਉਣ ਵਾਲੇ, ਤਾਂ ਉਹਨਾਂ ਨੂੰ ਆਪਣੀ ਮੱਤ 'ਤੇ ਮਾੜਾ ਮੋਟਾ ਸਿੱਧੂ ਸਾਹਿਬ ਵਜਨ ਪਾ ਲੈਣਾ ਚਾਹੀਦਾ। ਉਹ ਮੀਡੀਆ ਨੂੰ ਮੂਰਖ ਸਮਝਦੇ ਆ, ਮੀਡੀਆ ਉਹਨਾਂ ਵਰਗਾ ਮੂਰਖ ਹੈ? ਮੀਡੀਆ ਨੂੰ ਉਹ ਹੀ ਤਾਂ ਦਿਸਦੇ ਆ। ਬਿਲਕੁਲ ਜੀ, ਬਿਲਕੁਲ। ਜਿਹੜੇ ਇਹ ਗੱਲ ਕਰਦੇ ਆ, ਮੀਡੀਆ ਇੱਕ ਸੰਸਾਰ ਦਾ ਚਾਨਣ ਮਨਾਰਾ ਹੈ, ਲੋਕਾਂ ਤੇ ਸਰਕਾਰਾਂ ਦੇ ਦਰਮਿਆਨ ਇਹ ਪੂਲ ਦਾ ਕੰਮ ਕਰਦਾ ਹੈ। ਅਸੀਂ ਆਪਣਾ ਪੁਆਇੰਟ ਆਫ ਵਿਊ ਹੈ ਜਿਹੜਾ, ਅਸੀਂ ਆਪਣਾ ਮਸਲਾ ਹੈ ਜਿਹੜਾ ਅੱਜ ਹੀ ਕਿਸੇ ਸਰਕਾਰ ਦੇ ਟੇਬਲ ਤੇ ਕਿਵੇਂ ਰੱਖ ਸਕਦੇ ਹਾਂ। ਸਾਡੀ ਜਿਹੜੀ ਪਾਵਰ ਹੈ, ਅਸੀਂ ਇੱਕ ਸਿਸਟਮ ਨਾਲ, ਹਾਕਮ ਬਖਤੜੀ ਵਾਲਾ ਜਿਹੜਾ ਇੱਕ ਸੋਚ ਨਾਲ, ਇੱਕ ਸਿਸਟਮ ਨਾਲ ਕੰਮ ਕਰਦਾ ਹੈ। ਕਿਉਂਕਿ ਇਹ ਤੇ ਉਹਨਾਂ ਦਾ ਕੀ ਬਣੂਗਾ। ਅੱਜ ਉਹ ਇਹ ਗੱਲਾਂ ਕਰਦੇ ਆ, ਉਹਨਾਂ ਨੂੰ ਉਦੋਂ ਪਤਾ ਹੋਣਾ ਚਾਹੀਦਾ ਸੀ ਕਿ ਇਹ ਇੱਕ ਦਿਨ ਦਾ ਮਸਲਾ ਨਹੀਂ ਹੈ, ਇਹ ਮਸਲਾ ਸਦੀਆਂ ਦਾ ਹੈ। ਇਹ ਸਿੱਧੂ ਸਾਹਿਬ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਦਾ ਸਵਾਲ ਹੈ। ਇਹਦੇ ਤੇ ਲੜਾਈ ਕਿਸ ਜ਼ੋਰਦਾਰ ਢੰਗ ਨਾਲ ਫਾਈਟ ਕਰਨੀ ਪੈਣੀ ਹੈ, ਇਸ ਗੱਲ ਦਾ ਇਸ ਬੰਦੇ ਨੂੰ ਗਿਆਨ ਹੈ ਜਿਹੜਾ ਤੁਹਾਡੇ ਸਾਹਮਣੇ ਬੈਠਾ ਹੈ। ਇਹਨਾਂ ਨੂੰ ਨਹੀਂ ਪਤਾ, ਇਹ ਗੱਲਾਂ ਕਰਦੇ ਫਾਰ ਦੀ ਟਾਈਮ, ਇੱਕ ਦਿਨ ਗੱਲ ਕਰ ਲਈ, ਲਾ ਕਰਾ ਲਈ ਤੇ ਮੁੜ ਕੇ ਠੁੱਸ। ਅਸੀਂ ਉਹ ਨਹੀਂ ਨਾ ਹੈਗੇ। ਅਸੀਂ ਤਾਂ ਉਦੋਂ ਤੱਕ, ਜਦੋਂ ਤੱਕ ਇਹ ਮਸਲੇ ਹੱਲ ਨਹੀਂ ਹੁੰਦੇ, ਸਿੱਧੂ ਸਾਹਿਬ ਮੇਰੀ ਗੱਲ ਨੂੰ ਨੋਟ ਕਰ ਲਿਓ, ਅਸੀਂ ਹਟਣ ਵਾਲੇ ਨਹੀਂ ਹੈ, ਅਸੀਂ ਰੁਕਣ ਵਾਲੇ ਨਹੀਂ ਹੈ। ਅਸੀਂ ਤਾਂ ਸਲੂਟ ਕਰਦੇ ਹਾਂ ਮੀਡੀਆ ਨੂੰ ਕਿ ਸਾਡੀ ਸੋਚ ਨੂੰ, ਸਾਡੇ ਮੰਚ ਨੂੰ, ਸਾਡੇ ਸੁਭਾਅ ਨੂੰ, ਸਾਡੀ ਸੇਵਾ ਨੂੰ ਉਹਨਾਂ ਨੇ ਉਸ ਸੁਹਿਰਦਤਾ ਦੇ ਨਾਲ ਉਠਾਇਆ, ਲੋਕਾਂ ਨੂੰ ਜਿਹਦੀ ਸਮਝ ਤੇ ਸੋਚਣ ਲਈ ਮਜਬੂਰ ਕਰਤਾ ਵੀ ਇਹ ਬੰਦੇ ਚੰਗੇ ਹੈ। ਮੈਂ ਸਲੂਟ ਹੈ ਦੋਸਤੋ, ਸਮੁੱਚੇ ਸੰਸਾਰ 'ਚ ਵਾਸਤੇ ਮੀਡੀਆ ਦਾ ਇੱਕ ਵਾਰ ਫਿਰ ਥੈਂਕਸ ਕਰਦਾ। ਔਰ ਬਸ ਮੇਰੇ ਤੋਂ ਕੁਝ ਕਹਾਉਣ ਦੀ ਲੋੜ ਨਹੀਂ, ਇਹਨਾਂ ਮੂਰਖਾਂ ਨਾਲ ਤੁਸੀਂ ਆਪ ਹੀ ਨਿਪਟ ਲਿਓ। ਵਾਕਿਆ ਜੀ, ਮੀਡੀਆ ਕਦੇ ਵੀ ਵਿਕਾਊ ਨਹੀਂ ਹੋਇਆ। ਉਹ ਜਿਹੜਾ ਵੀ ਸਮਾਜ ਦੇ ਵਿੱਚ ਕੋਈ ਚੰਗਾ ਕੰਮ ਕਰਦਾ ਤਾਂ ਮੀਡੀਆ ਦਾ ਇੱਕ ਫਰਜ਼ ਬਣਦਾ ਹੁੰਦਾ ਉਹਨੂੰ ਪ੍ਰਮੋਟ ਕਰਨਾ, ਉਹਦੇ ਚੰਗੇ ਜਿਹੜਾ ਉਹਦਾ ਕੋਈ ਕੰਮ ਕੀਤਾ ਹੈਗਾ ਲੋਕਾਂ ਦੇ ਸਾਹਮਣੇ ਪੇਸ਼ ਕਰਨਾ, ਜਾਂ ਮਾੜਾ ਹੋਵੇ ਉਹਨੂੰ ਮਾੜਾ ਕਹਿਣਾ। ਬਿਲਕੁਲ ਜੀ। ਮੀਡੀਆ ਇੱਕ ਇਹੋ ਜਿਹਾ ਪਾਰਦਰਸ਼ੀ ਮੀਡੀਆ ਹੈ ਕਿ ਇਹਨੂੰ ਆਪਾਂ ਅੰਦਰੋਂ ਬਾਹਰੋਂ ਆਪਾਂ ਦੇਖ ਸਕਦੇ ਹਾਂ ਕਿ ਇਹਦੇ ਅੱਗੇ ਕੀ ਹੈ ਤੇ ਪਿੱਛੇ ਕੀ ਹੈ, ਕਿਉਂਕਿ ਇਹਨਾਂ ਨੇ ਹਮੇਸ਼ਾ ਸੱਚਾਈ ਹੈ ਜਿਹੜੀ ਉਹ ਸਾਹਮਣੇ ਲੈ ਕੇ ਆਉਣੀ ਹੁੰਦੀ ਹੈ। ਤਾਂ ਉਸੇ ਤਰ੍ਹਾਂ ਹੀ ਜਿਹੜਾ ਤੁਸੀਂ ਮੰਚ ਸਟੈਂਡ ਕੀਤਾ ਹੈਗਾ, ਇਹਦਾ ਜੋ ਵੀ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਸੀਗੀਆਂ ਗੱਲਾਂ ਕਿ ਸ਼ਾਇਦ ਹਾਕਮ ਬਖਤੜੀ ਵਾਲਾ ਆਪਣੇ ਸਵਾਰਥ ਵਾਸਤੇ ਕੁਛ ਨਾ ਕੁਛ ਕਰ ਰਹੇ ਆ, ਜਾਂ ਉਹਨਾਂ ਨੇ ਕੱਲ੍ਹ ਨੂੰ ਕੁਝ ਚੋਣ ਲੜਨੀ ਹੋਣੀ ਹੈ। ਤਾਂ ਅੱਜ ਇਸੇ ਮੁੱਦੇ 'ਤੇ ਆਪਾਂ ਸਾਰੀ ਗੱਲਬਾਤ ਕੀਤੀ ਹੈਗੀ ਆ, ਬੜਾ ਵਧੀਆ ਲੱਗਾ। ਤੁਹਾਡੀ ਗੱਲ ਵਿਚਾਲੇ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨਾ। ਜੇ ਹਾਕਮ ਬਖਤੜੀ ਵਾਲਾ ਇਹ ਲਾਲਸਾ ਰੱਖਦਾ ਵੀ ਹੋਇਆ, ਫਰਜ਼ ਕਰੋ ਆਪਾਂ ਮੰਨ ਲੈਂਦੇ ਵੀ ਮੈਂ ਇੱਕ ਸੋਚ ਰੱਖਦਾ ਲੋਕਾਂ ਦੇ ਕਹਿਣ ਅਨੁਸਾਰ, ਵੀ ਮੈਂ ਸੋਚਦਾ ਹਾਂ ਕਿ ਮੈਂ ਕਿਸੇ ਪਾਰਟੀ ਤੋਂ ਟਿਕਟ ਲੈ ਕੇ ਤਾਂ ਕੋਈ ਚੋਣ ਵਗੈਰਾ ਲੜ ਦੂੰਗਾ। ਇਹਨਾਂ ਮੂਰਖਾਂ ਨੂੰ ਕੋਈ ਪੁੱਛਣ ਵਾਲਾ ਹੋਵੇ, 117 ਵਿਧਾਨ ਸਭਾ ਹਲਕੇ ਹੈ, ਮੈਨੂੰ ਸਾਰਾ ਪੰਜਾਬ ਵੋਟਾਂ ਪਾ ਦੂਗਾ। ਇਹ ਮੰਚ ਸਾਰੇ ਪੰਜਾਬ ਦਾ ਹੈ, ਇਹ ਮੰਚ ਸਾਰੀ ਦੁਨੀਆ ਦਾ ਹੈ। ਕਿ ਮੈਂ ਸਾਰੇ ਪੰਜਾਬ 'ਚ ਹੀ ਖੜਾ ਹੋ ਜਾਊਂਗਾ ਇਕੱਲਾ ਬੰਦਾ? ਜਰਾ ਅਕਲ ਨੂੰ ਹੱਥ ਮਾਰਨ, ਪਰਮਾਤਮਾ ਇਹਨਾਂ ਨੂੰ ਸਮੱਤ ਬਖਸ਼ੇ ਕਿ ਮੈਂ ਕੈਨੇਡਾ ਅਮਰੀਕਾ ਜਾ ਕੇ ਖੜਾ ਹੋ ਜਾਊਂਗਾ। ਇਹ ਸਮਝਦੇ ਕੀ ਹੈ ਯਾਰ, ਇਹਨਾਂ ਦੀ ਅਕਲ ਨੂੰ ਕੌਣ ਪੱਠੇ ਪਾਵੇ? ਹੁਣ ਮੈਨੂੰ ਤੁਸੀਂ ਖਰੀਆਂ ਗੱਲਾਂ ਤੇ ਉਤਾਰੋਗੇ। ਵਾਕਿਆ ਸੱਚੀ ਗੱਲ ਹੈ ਜੀ, ਕਿਉਂਕਿ ਜੇ ਕਿਤੇ ਚਲੋ ਬਾਈ ਦਾ ਵੇ ਅੱਗੇ ਜਾ ਕੇ ਕਿਤੇ ਟਿਕਟ ਮਿਲ ਵੀ ਜਾਂਦੀ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਲੁਧਿਆਣਾ ਛੱਡ ਕੇ ਚਲੋ ਕਿਸੇ ਇੱਕ ਜ਼ਿਲ੍ਹੇ ਦੀ ਟਿਕਟ ਤਾਂ ਮਿਲ ਸਕਦੀ ਹੈਗੀ ਹੈ, ਇੱਕ ਹਲਕੇ ਦੀ ਟਿਕਟ ਤਾਂ ਮਿਲ ਸਕਦੀ ਹੈ, ਪਰ ਇਹ ਤਾਂ ਨਹੀਂ ਹੈਗਾ ਕਿਤੇ ਵੀ ਕਿ ਪੂਰੇ ਪੰਜਾਬ ਦੇ ਵਿੱਚ ਹਾਕਮ ਬਖਤੜੀ ਵਾਲਾ ਇੱਕ ਵੱਖਰਾ ਆਪਦਾ ਕੋਈ ਮਤਲਬ ਕਿਸੇ ਪਾਰਟੀ ਕੋਈ ਸਟੈਂਡ ਕਰਕੇ ਤੇ ਉਹ ਆਪਦੀ ਕੋਈ ਚੋਣ ਲੜਨਗੇ। ਸੋ ਇਦਾਂ ਦਾ ਕੋਈ ਗੱਲਬਾਤ ਹੈ ਨਹੀਂ। ਭਾਜੀ ਨੇ ਅੱਜ ਤਕਰੀਬਨ ਗੱਲਾਂ ਜਿਹੜੀਆਂ ਹੈਗੀਆਂ ਸਾਰੀਆਂ ਸਾਂਝੀਆਂ ਕਰਤੀਆਂ, ਪਰ ਫਿਰ ਵੀ ਕਿਸੇ ਦੇ ਕੋਈ ਗਿਲਾ ਸ਼ਿਕਵਾ ਹੋਵੇ ਤਾਂ ਲਾਈਵ ਹੋ ਕੇ ਤੁਸੀਂ ਆਪਦੀ ਜਿਹੜੀ ਗੱਲਬਾਤ ਹੈਗੀ ਹੈ ਤੁਸੀਂ ਕਰ ਸਕਦੇ ਹੋ। ਇਹਨਾਂ ਦੇ ਨੰਬਰ ਤੁਹਾਡੇ ਕੋਲ ਸਾਰਿਆਂ ਕੋਲ ਹੈਗੇ ਨੇ। ਭਾਜੀ ਬੜਾ ਵਧੀਆ ਲੱਗਾ ਤੁਹਾਡੇ ਨਾਲ ਸਾਰੀਆਂ ਗੱਲਾਂ ਬਾਤਾਂ, ਪਾਰਦਰਸ਼ੀ ਗੱਲਾਂ ਬਾਤਾਂ ਕਰਕੇ। ਔਰ ਲਾਸਟ ਦੇ ਵਿੱਚ ਮੈਂ ਇੱਕ ਵਾਰੀ ਫੇਰ ਕਹੂੰਗਾ ਕਿ ਜੋ ਵੀ ਤੁਹਾਡੇ ਮਨ ਦਾ ਕੋਈ ਬਲਬਲਾ, ਕਿਸੇ ਨੂੰ ਤੁਸੀਂ ਆਪਣੇ ਵੱਲੋਂ ਕੋਈ ਆਪਣੇ ਮੰਚ ਵੱਲੋਂ ਕੋਈ ਗੱਲ ਕਹਿਣੀ ਚਾਹੁੰਦੇ ਆ ਤਾਂ ਸਾਫ਼ ਸ਼ਬਦਾਂ ਦੇ ਵਿੱਚ ਗੱਲ ਕਲੀਅਰ ਕਰ ਦਿਓ। ਨਹੀਂ, ਮੈਂ ਤਾਂ ਕਦੇ ਲੁਕੋ ਕੇ ਚੱਲੇ ਹੀ ਨਹੀਂ। ਮੈਂ ਤਾਂ ਇੱਕ ਪਾਰਦਰਸ਼ੀ ਇਨਸਾਨ ਹੈ। ਤੁਸੀਂ ਮੇਰੇ ਅੰਦਰ ਬਾਹਰ ਝਾਕ ਸਕਦੇ ਹੋ।
ਮੇਰਾ ਲੇਖਾ ਜੋਖਾ ਮੇਰੇ ਨਾਲੋਂ ਵੱਧ ਮੇਰੇ ਸਰੋਤੇ ਜਾਣਦੇ ਯਾਰ, ਪੰਜਾਬ ਦੇ ਲੋਕ ਭੁੱਲੇ ਹੋਏ ਆ ਮੈਂ ਕੀ ਚੀਜ਼ ਹਾਂ। ਮੈਂ ਜਿਨ੍ਹਾਂ ਲੋਕਾਂ ਦੇ ਵਿੱਚ ਪਿਛਲੇ 40 ਸਾਲ ਤੋਂ ਵਿਚਰ ਰਿਹਾ, ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ 3-3 ਟਰਮਾਂ 3-3 ਪੀੜ੍ਹੀਆਂ ਦਾ ਮੈਂ ਕੰਮ ਕੀਤਾ, ਅਜੇ ਚੌਥੀ ਨਾਲ ਫਿਰ ਅਭੀ ਤੋਂ ਮੈਂ ਜਵਾਨ ਹੂੰ। ਵਾਕਈ ਤੁਸੀਂ ਕਦੇ ਬਜ਼ੁਰਗ ਹੋ ਨਹੀਂ ਸਕਦੇ, ਕਿਉਂਕਿ ਮੈਂ ਵੀ ਨਿੱਕਾ ਹੁੰਦਾ ਤੁਹਾਡੇ ਖਾੜੇ ਦੇਖਦਾ ਰਿਹਾ, ਤੇ ਅੱਜ ਵੀ ਜੇ ਤੁਹਾਨੂੰ ਦੇਖਦਾ ਮੈਨੂੰ ਲੱਗਦਾ ਮੇਰੇ ਨਾਲ ਵੀ ਜਵਾਨ ਬੈਠੇ ਤੁਸੀਂ। ਥੈਂਕ ਯੂ, ਲਵ ਯੂ ਆਲ। ਤੇ ਮੇਰੇ ਕਹਿਣ ਸ਼ੁਕਰੀਆ। ਹਾਂਜੀ ਬਈ ਅਸੀਂ ਤਾਂ ਪਾਰਦਰਸ਼ੀ ਇਨਸਾਨ ਹੈ ਸਿੱਧੂ ਸਾਹਿਬ, ਅਸੀਂ ਕਦੇ ਆਪਣੇ ਆਪ ਨੂੰ ਲੁਕੋ ਕੇ ਤੇ ਲਪੇਟ ਕੇ ਗੱਲ ਨਹੀਂ ਕਰਦੇ। ਮੈਂ ਲੋਕਾਂ ਵਾਂਗੂ ਮਿੱਠੀਆਂ ਗੋਲੀਆਂ ਨਹੀਂ ਵੇਚਦਾ, ਮੈਂ ਖੰਡ ਦੇ ਜ਼ਹਿਰ ਦੀਆਂ ਗੋਲੀਆਂ ਤੇ ਖੰਡ ਦੀ ਪਲੇਥਣ ਲਾ ਕੇ ਕਿਸੇ ਨੂੰ ਨਹੀਂ ਚਸਾਉਂਦਾ। ਇਹ ਤਾਂ ਦੁਨੀਆ ਯਾਰ। ਮੈਂ ਅੱਜ ਕੋਈ ਲਪੇਟਾ ਪਾ ਲੂੰਗਾ ਤੇ ਕੱਲ੍ਹ ਨੂੰ ਮੈਂ ਕਿੱਥੇ ਜਾਊਂਗਾ? ਇਹ ਮੀਡੀਆ ਦਾ ਯੁੱਗ ਹੈ। ਅੱਜ ਹਰ ਹੱਥ 'ਚ ਮੋਬਾਈਲ ਹੈ, ਦੁਨੀਆ ਪੂਰੇ ਅਰਥ ਨਾਲ ਜੁੜੀ ਹੋਈ ਹੈ, ਪੂਰੇ ਸੰਸਾਰ ਨਾਲ। ਜਿਹਦੇ ਹੱਥ ਦੇ ਵਿੱਚ ਮੋਬਾਈਲ ਹੈ ਉਹ ਪੂਰੇ ਸੰਸਾਰ ਨਾਲ ਜੁੜਿਆ ਬੰਦਾ। ਤੁਸੀਂ ਦੱਸੋ ਜੇ ਮੈਂ ਕਿਸੇ ਇਹੋ ਜਿਹੀ ਪੁਆਇੰਟ ਤੇ ਹੋਇਆ ਵੀ ਤੇ ਕੱਲ ਨੂੰ ਇਹ ਲੋਕ ਮੈਨੂੰ ਮਾਫ ਕਰਨਗੇ? ਕਦੇ ਵੀ ਨਹੀਂ, ਕਿਉਂਕਿ ਅੱਜ ਦੀਆਂ ਜਿਹੜੀਆਂ ਗੱਲਾਂ ਆਪਣੀਆਂ ਰਿਕਾਰਡ ਹੋ ਚੁੱਕੀਆਂ ਹੈ ਔਰ ਲਾਈਫ ਟਾਈਮ ਵਾਸਤੇ ਇਹ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਪਈਆਂ ਰਹਿਣੀਆਂ। ਸਰੋਤੇ ਐਸੇ ਹੁੰਦੇ ਨੇ ਕਿ ਕੋਈ ਵੀ ਗੱਲ ਜਦੋਂ ਵੀ ਕਿਤੇ ਆਪਣਾ ਕੋਈ ਵੀਕ ਪੁਆਇੰਟ ਹੁੰਦਾ ਤਾਂ ਆਪਣੀ ਗੱਲ ਉਸੇ ਵੇਲੇ ਸਾਹਮਣੇ ਆ ਜਾਂਦੀ ਹੈ। ਜੇ ਫਰਜ਼ ਕਰੋ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਤੁਸੀਂ ਵੀ ਕੱਲ ਨੂੰ ਇਕੱਠੇ ਬੈਠ ਕੇ ਕੋਈ ਇਹੋ ਜਿਹਾ ਮਸਲਾ ਉਠਾ ਲੈਂਦੇ, ਇਹ ਗੱਲ ਵਕਤ ਦੇ ਗਰਭ 'ਚ ਹੈ, ਮੇਰੀ ਸੋਚ ਨਹੀਂ ਹੈ। ਜੇ ਕੋਈ ਸਮੁੱਚਾ ਕੇਡਰ ਉੱਠ ਕੇ ਪੰਜਾਬ ਦੇ ਸਮੁੱਚੇ ਜ਼ਿਲ੍ਹਾ ਪ੍ਰਧਾਨ ਜਾਂ ਉਹਨਾਂ ਦੇ ਲਿਆਕਤਵਾਨ ਲੋਕ ਕੋਈ ਐਸਾ ਸਾਨੂੰ ਸਰਕਾਰਾਂ ਡਿਸਰਵ ਕਰਦੀਆਂ ਨੇ, ਸਾਡੇ ਕਿਸੇ ਪੁਆਇੰਟ ਤੇ ਆਉਂਦੀਆਂ ਨਹੀਂ, ਤਾਂ ਅਸੀਂ ਕੋਈ ਨਾ ਕੋਈ ਰਸਤਾ ਤਾਂ ਲਿਖਾਂਗੇ, ਅਸੀਂ ਕੋਈ ਨਾ ਕੋਈ ਪੁਆਇੰਟ ਤਾਂ ਕੱਢਾਂਗੇ। ਕਿਉਂਕਿ ਮੈਂ ਪਿੱਛੇ ਤੁਹਾਨੂੰ ਕਲੀਅਰ ਕਰ ਚੁੱਕਿਆ ਵੀ ਅਸੀਂ ਇਸ ਮਸਲੇ ਤੋਂ ਹਟਣ ਵਾਲੇ ਨਹੀਂ। ਸਾਨੂੰ ਜੋ ਵੀ ਕਰਨਾ ਪਿਆ ਜ਼ਰੂਰ ਕਰਾਂਗੇ ਔਰ ਠੋਕ ਕੇ ਕਰਾਂਗੇ ਔਰ ਸਭ ਨੂੰ ਦੱਸ ਪੁੱਛ ਕੇ ਕਰਾਂਗੇ। ਕੋਈ ਬੁੱਕਲ ਚ ਗੁੜ ਨਹੀਂ ਭੰਨਿਆ ਜਾਊਗਾ। ਜੋ ਕਰੂਗਾ ਸਾਰਾ ਪੰਜਾਬ ਕਰੂਗਾ, ਜੋ ਕਰੂਗਾ ਪੂਰਾ ਕੇਡਰ ਕਰੂਗਾ। ਇਹ ਇਕੱਲੇ ਹਾਕਮ ਦੀ ਸੋਚ ਨਹੀਂ ਹੋਊਗੀ। ਤੇ ਮੈਂ ਸਾਰਿਆਂ ਨੂੰ ਦੱਸਦਾ ਭੁਲੇਖੇ 'ਚ ਨਾ ਰਹਿਣ। ਜੇ ਕਿਸੇ ਨੂੰ ਇਹੋ ਜਿਹੀ ਪ੍ਰੋਬਲਮ ਵੀ ਹੋਈ ਜਾਂ ਸਾਡੀ ਸਪੋਰਟ ਦੀ ਲੋੜ ਹੋਈ, ਕਿਸੇ ਨੂੰ ਟਿਕਟ ਫਿਟ ਦੀ ਜ਼ਰੂਰਤ ਹੋਈ, ਮੈਂ ਦੱਬ ਕੇ ਉਹਨਾਂ ਦੀ ਸਪੋਰਟ ਕਰ ਦੂੰਗਾ। ਕੋਈ ਗੱਲ ਨਹੀਂ, ਘਬਰਾਉਣ ਦੀ ਲੋੜ ਨਹੀਂ। ਤੁਸੀਂ ਕਰ ਲਿਓ ਮਸਲੇ ਹੱਲ, ਅਸੀਂ ਤੁਹਾਡੀ ਸਪੋਰਟ ਕਰ ਦਿਆਂਗੇ ਠੋਕ ਕੇ। ਟੈਨਸ਼ਨ ਵਾਲੀ ਗੱਲ ਨਹੀਂ ਹੈ। ਸਾਡਾ ਫਿਲਹਾਲ ਹੈ ਕੋਈ ਨਾ ਸਾਡੀ ਸੋਚ ਹੈ, ਨਾ ਸਾਡਾ ਕੋਈ ਇਹਦੇ 'ਤੇ ਧਿਆਨ ਹੈ। ਸਾਡਾ ਅਜੇ ਸਿਰਫ ਤੇ ਸਿਰਫ ਧਿਆਨ ਸਾਡੇ ਕੰਮ 'ਤੇ ਹੈ। ਅਸੀਂ ਇੱਧਰ ਉੱਧਰ ਨਹੀਂ ਚੱਕਦੇ। ਇਹ ਤਾਂ ਉਹਨਾਂ ਲੋਕਾਂ ਦਾ ਧਿਆਨ ਹੈ ਜਿਨ੍ਹਾਂ ਦਾ ਕੰਮ ਵੱਲ ਧਿਆਨ ਨਹੀਂ। ਉਹ ਸਿਰਫ ਉਹਨਾਂ ਦਾ ਇਹੀ ਵੀ ਉਹਨਾਂ ਨੇ ਜਿਵੇਂ ਸਾਡੇ ਆਮ ਲੋਕਾਂ ਦੀ ਆਦਤ ਹੁੰਦੀ ਹੈ ਕਿ 100 ਅਵਗੁਣਾਂ ਨੂੰ ਛੱਡ ਕੇ ਉਹਦਾ 100 ਗੁਣਾਂ ਨੂੰ ਛੱਡ ਕੇ ਉਹਦਾ ਇੱਕ ਅਵਗੁਣ ਫੜਨ ਨੂੰ ਫਿਰਦੇ ਰਹਿੰਦੇ ਵੀ ਇਹਨੂੰ ਨੀਵਾਂ ਕਿਤੇ ਦਿਖਾਈਏ। ਅਸੀਂ ਯਾਰ ਉਹੋ ਜਿਹੇ ਲੋਕ ਨਹੀਂ ਹਾਂ, ਸਾਡੀ ਉਹੋ ਜਿਹੀ ਸੋਚ ਨਹੀਂ ਹੈ। ਅਸੀਂ ਹੋਰ ਮਿਸ਼ਨ 'ਤੇ ਕੰਮ ਕਰ ਰਹੇ ਹਾਂ, ਸਾਡਾ ਹੋਰ ਢੰਗ ਹੈ ਜੀਵਨ ਦਾ। ਔਰ ਮੈਂ ਅੱਜ ਪਹਿਲੀ ਵਾਰ ਤੁਹਾਡੇ ਚੈਨਲ 'ਤੇ ਕਹਿ ਰਿਹਾ ਵੀ ਜਿੱਦਾਂ ਦਾ ਮੇਰੇ ਬਾਰੇ ਇਹ ਲੋਕ ਸੋਚਦੇ ਆ, ਜਿੱਦਾਂ ਦਾ ਮੇਰੇ ਬਾਰੇ ਇਹ ਲੋਕ ਸੋਚਦੇ ਆ, ਮੈਂ ਉੱਦਾਂ ਦਾ ਬਿਲਕੁਲ ਨਹੀਂ ਹਾਂ। ਔਰ ਜਿੱਦਾਂ ਦਾ ਮੈਂ ਹੈਗਾ ਨਾ ਸਿੱਧੂ ਸਾਹਿਬ, ਇਹ 7 ਜਨਮ ਵੀ ਲੈ ਲੈਣ ਤਾਂ ਵੀ ਇਹਨਾਂ ਨੂੰ ਪਤਾ ਲੱਗਣਾ ਨਹੀਂ ਮੈਂ ਕਿਹੋ ਜਿਹਾ। ਇਹ ਆਉਣ ਵਾਲਾ ਵਕਤ ਸਿੱਧ ਕਰੂਗਾ ਤੁਹਾਨੂੰ, ਕੋਈ ਗੱਲ ਹੀ ਨਹੀਂ। ਬਹੁਤ ਵੱਡੀ ਗੱਲ ਕਹੀ ਹੈ ਜੀ ਤੁਸੀਂ। ਔਰ ਮੈਨੂੰ ਲੱਗਦਾ ਵੀ ਜਿੰਨੇ ਵੀ ਸਾਡੇ ਭੈਣ ਭਰਾ ਹੈਗੇ ਨੇ ਜਿਹੜੇ ਬਖਤਰੀਵਾਲਾ ਸਾਹਿਬ ਦੇ ਵਿਰੋਧੀ ਧਿਰ ਬਣ ਕੇ ਇਸ ਟਾਈਮ ਖੜੇ ਨੇ, ਉਹ ਇਸ ਗੱਲ ਤੋਂ ਜ਼ਰੂਰ ਨੋਟਿਸ ਕਰਨਗੇ ਕਿ ਵਾਕਈ ਬਖਤਰੀਵਾਲਾ ਜੇ ਕੋਈ ਗੱਲ ਕਰਦਾ ਹੈ ਤਾਂ ਸੱਚੀ ਔਰ ਸੱਚੇ ਮਨ ਦੇ ਨਾਲ ਕਰਦਾ ਹੈ। ਔਰ ਮੈਨੂੰ ਇਹ ਲੱਗਦਾ ਹੈਗਾ ਕਿ ਵਾਕਈ ਉਹ ਇਹ ਇੰਟਰਵਿਊ ਦੇਖਣ ਤੋਂ ਬਾਅਦ ਉਹ ਤੁਹਾਡੇ ਨਾਲ ਜ਼ਰੂਰ ਆ ਕੇ ਖੜਨਗੇ ਔਰ ਤੁਹਾਡੀਆਂ ਗੱਲਾਂ ਨੂੰ ਫੋਲੋ ਕਰਨਗੇ। ਨਹੀਂ, ਇੱਕ ਪਰਿਵਾਰ ਦੇ ਵਿੱਚ ਸਮੁੱਚੇ ਪਰਿਵਾਰ ਦੀ ਇੱਕ ਰਾਏ ਕਦੇ ਨਹੀਂ ਹੁੰਦੀ। ਇੱਕ ਪਰਿਵਾਰ ਦੇ ਵਿੱਚ ਤੁਸੀਂ ਰਾਜਨੀਤਿਕ ਗੱਲ ਵੀ ਕਰ ਲਓ, ਇੱਕ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਹੁੰਦੇ ਉਹ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਮੈਂਬਰ ਹੁੰਦੇ ਆ। ਸਾਡਾ ਵੀ ਇਹ ਪਰਿਵਾਰ ਹੈ। ਇਹਨਾਂ ਨੂੰ ਇਹ ਗੱਲ 'ਤੇ ਵਿਚਾਰ ਕਰਨਾ ਚਾਹੀਦਾ, ਕਦੇ ਐਨਾਲਿਸਿਸ ਕਰ ਲੈਣਾ ਚਾਹੀਦਾ, ਲੇਖਾ ਜੋਖਾ ਆਪ ਵੀ ਕਰਨਾ ਚਾਹੀਦਾ। ਮੈਂ ਸਾਰੀ ਰਾਤ ਵਰਕ ਕਰਦਾ, ਮੈਂ 22 ਘੰਟੇ ਵਰਕ ਕਰਦਾ, 2 ਘੰਟੇ ਤੱਕ ਨਹੀਂ ਸੌਣ ਦਾ ਮੈਨੂੰ ਟਾਈਮ ਮਿਲਦਾ। ਲੱਖਾਂ ਦੋਸਤਾਂ ਦੇ ਹਜ਼ਾਰਾਂ ਫੋਨ ਡੇਲੀ ਹੈ ਜੀ। ਇੱਦਾਂ ਪੰਜਾਬ ਵਾਲੇ ਸੋ ਜਾਂਦੇ ਤਾਂ ਕੈਨੇਡਾ ਅਮਰੀਕਾ ਵਾਲੇ ਜਾਗ ਜਾਂਦੇ ਆ। ਹਾਕਮ ਬਖਤਰੀਵਾਲਾ ਦਾ 24 ਘੰਟੇ ਵਰਕ 'ਤੇ ਹੈ। ਮੈਨੂੰ ਜੇ 2 ਘੰਟੇ ਸਮਾਂ ਮਿਲਦਾ ਵੀ ਹੈ, ਉਹਦੇ ਵਿੱਚੋਂ 1 ਘੰਟਾ ਮੈਂ ਆਪਣਾ ਅੱਧਾ ਘੰਟਾ ਤਾਂ ਆਪਣੇ ਪੜ੍ਹਾਈ 'ਤੇ ਲਾਉਣਾ, ਪੜ੍ਹਦਾ ਤੇ ਅੱਧਾ ਘੰਟਾ ਆਪਣੇ 'ਤੇ ਐਨਾਲਿਸਿਸ ਕਰਦਾ ਵੀ ਮੈਥੋਂ ਕੋਈ ਗਲਤੀ ਤਾਂ ਨਹੀਂ ਹੋਈ, ਮੈਂ ਕਿਤੇ ਰੌਂਗ ਤਾਂ ਨਹੀਂ ਜਾ ਰਿਹਾ, ਮੈਥੋਂ ਅੱਜ ਕਿਸੇ ਦਾ ਮਨ ਤਾਂ ਨਹੀਂ ਟੁੱਟਿਆ, ਮੈਂ ਕਿਸੇ ਦੀ ਆਤਮਾ ਤਾਂ ਨਹੀਂ ਦੁਖੀ ਕੀਤੀ। ਲੇਖਾ ਜੋਖਾ ਕਰਦਾ। ਤੇ ਇਹਨਾਂ ਨੂੰ ਆਪਣਾ ਨਹੀਂ ਲੇਖਾ ਜੋਖਾ ਹੁੰਦਾ ਯਾਰ, ਆਪਣੇ 'ਤੇ ਝਾਤੀ ਮਾਰ ਲੈਣ। ਇਹ ਸਾਡਾ ਪਰਿਵਾਰ ਹੈ, ਆ ਜਾਣਾ ਵੀ ਸਵਾਗਤ ਹੈ ਜੀ। ਮੈਂ ਜਿਹੜੀ ਗੱਲ ਕਰਦਾ ਯੋਗਤਾ ਰਖਾਉਣਗੇ, ਕੰਮ ਕਰਨਗੇ, ਉਹਦੇ ਲੈ ਲੈਣਗੇ। ਮੈਂ ਕੌਣ ਦੇਣ ਵਾਲਾ, ਸਾਨੂੰ ਤਾਂ ਉਹਦੇ ਪਰਮਾਤਮਾ ਬਖਸ਼ਦਾ ਜਾਂ ਫਰਜ਼ ਕਰੋ। ਅੱਜ ਪ੍ਰਧਾਨ ਦੀ ਗੱਲ ਕਰਦੇ, ਮੈਂ ਇੱਕ ਛੋਟੀ ਜਿਹੀ ਗੱਲ ਕਲੀਅਰ ਕਰਦਾ। ਤੁਹਾਡੀਆਂ ਅਖਬਾਰਾਂ ਦੇ ਵਿੱਚ ਉਹ ਕਰਮ ਸਿੰਘ ਸੰਧੂ ਹੋਣਾ ਨੇ ਪਹਿਲੀਆਂ ਮੇਰੀਆਂ ਪੋਸਟਾਂ ਪਾਈਆਂ ਸੀ।
ਤੁਹਾਡੇ ਏਰੀਏ ਦੇ ਵਿੱਚ ਸ਼ੁਰੂ ਹੋਇਆ ਜਦੋਂ ਇਹ ਮਸਲਾ। ਹਾਂਜੀ ਪੰਜਾਬ ਸ਼੍ਰੀ ਦੇ ਨਾਂ ਨਾਲ ਕੁਝ ਪੋਸਟਾਂ ਮੇਰੇ ਨਾਂ ਤੇ ਪੈਂਦੀਆਂ। ਜੀ ਸੁੱਖੀ ਬਰਾੜ ਦਾ ਨਾਂ ਤੁਸੀਂ ਸੁਣਿਆ? ਹਾਂਜੀ ਇੱਕ ਮਹਾਨ ਔਰਤ ਹੈ ਪੰਜਾਬ ਦੀ, ਬਿਲਕੁਲ ਵਿਰਸੇ ਦੀ ਰਾਣੀ ਮੈਂ ਕਹਿ ਸਕਦਾ, ਮੇਰੀ ਭੈਣ ਹੈ ਉਹ। ਜੀ ਤੇ ਪੰਜਾਬ ਕੌਰ ਉਹਨੂੰ ਖਿਤਾਬ ਦਿੰਦੇ ਹਾਂ ਅਸੀਂ ਸਾਰੇ ਪੰਜਾਬੀ ਜਿਹੜੇ ਗਾਇਕ ਹੈ, ਤੇ ਬਹੁਤ ਸਾਰੇ ਸਰਕਾਰੀ ਇਦਾਰੇ ਵੀ। ਉਹਨਾਂ ਦੀ ਇੱਕ ਬਹੁਤ ਵੱਡੀ ਸੰਸਥਾ ਹੈ ਜਿਹਦੇ ਵਿੱਚ ਮੇਰਾ ਖਿਆਲ ਹੈ ਕੋਈ 2 ਲੱਖ ਦੇ ਕਰੀਬ ਪੂਰੇ ਸੰਸਾਰ ਦੇ ਵਿੱਚੋਂ ਬੁੱਧੀਜੀਵੀ ਜੁੜਿਆ ਹੋਇਆ। ਉਹਨਾਂ ਨੇ ਆਹ ਜਿਹੜੀ ਤਕਲੀਫ ਮੈਂ ਜਮਲਾ ਜੀਤ ਜੱਟ ਉਹਨਾਂ ਦੀ ਕੁਲਦੀਪ ਮਾਨਕੋੜਾ ਸਭ ਉਹਨਾਂ ਦੀ ਕਰਕੇ ਹਟਿਆ ਜੀ ਵੀ ਪਦਮ ਸ਼੍ਰੀ ਦੇ ਖਿਤਾਬ ਇਹਨਾਂ ਲੋਕਾਂ ਨੂੰ ਨਹੀਂ ਮਿਲ ਸਕਦੇ। ਨਹੀਂ ਮਿਲ ਸਕਦਾ। ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਤੋਂ ਖਿੱਚ ਕੇ ਜੀ ਇਹਨਾਂ ਲੱਖਾਂ ਲੋਕਾਂ ਦੇ ਸੁਹਿਰਦ ਲੋਕ, ਬੁੱਧੀਜੀਵੀ ਲੋਕਾਂ ਦੀ ਮੈਂ ਗੱਲ ਕਰ ਰਿਹਾ, ਜੀ ਉਹਨਾਂ ਨੇ ਆਪਣੇ ਉਸ ਮੰਚ ਵੱਲੋਂ ਇੱਕ ਅਵਾਰਡ ਸ਼ੁਰੂ ਕੀਤਾ ਜਿਹਦਾ ਨਾਂ ਪੰਜਾਬ ਸ਼੍ਰੀ ਰੱਖਿਆ। ਕੀ ਬਾਤ ਹੈ। ਔਰ ਉਸ ਦਾ ਮੈਂ ਇਹਨਾਂ ਦੋਸਤਾਂ ਨੂੰ, ਸਮੁੱਚੇ ਪੰਜਾਬੀਆਂ ਨੂੰ, ਔਰ ਖਾਸ ਕਰਕੇ ਇਹਨਾਂ ਨੂੰ ਜਿਹੜੇ ਇਹ ਗੱਲਾਂ ਕਰਦੇ ਆ ਜੀ ਵੀ ਕਿਸੇ ਨੂੰ ਪ੍ਰਧਾਨ ਕੌਣ ਬਣਾਉਂਦਾ, ਕੋਈ ਨਹੀਂ ਕਿਸੇ ਨੂੰ ਬਣਾਉਂਦਾ। ਇੱਥੇ ਸੇਵਾ ਨੂੰ ਸਲੂਟ ਹੈ ਇਸ ਸੰਸਾਰ ਦੇ ਵਿੱਚ। ਸੁੱਖੀ ਬਰਾੜ ਉਹਨਾਂ ਦੀ ਸੰਸਥਾ ਨੇ, ਭੈਣ ਉਹਨਾਂ ਦੀ ਸੰਸਥਾ ਨੇ, ਤੁਹਾਨੂੰ ਮੈਂ ਮਾਣ ਨਾਲ ਕਹਿ ਦਾਂ ਸਮੁੱਚੇ ਸੰਸਾਰ ਦੇ ਇਹਨਾਂ ਲੋਕਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਅਵਾਰਡ ਹੈ ਜੁਲਾਈ ਦੇ ਵਿੱਚ ਮਾਨਯੋਗ ਰਾਜਪਾਲ ਪੰਜਾਬ ਦੇ ਵੱਲੋਂ ਹਾਕਮ ਬਖਤੜੀ ਵਾਲੇ ਨੂੰ ਦਿੱਤਾ ਜਾ ਰਿਹਾ। ਕੀ ਬਾਤ ਹੈ। ਬਹੁਤ ਵੱਡੀ ਔਰ ਸਾਡੇ ਪੰਜਾਬ ਨਹੀਂ ਬਲਕਿ ਪੂਰੇ ਵਰਲਡ ਵਾਸਤੇ ਬੜੀ ਵੱਡੀ ਮਾਣ ਵਾਲੀ ਗੱਲ ਹੈ ਇਹ। ਇੱਕ ਪਦਮ ਸ਼੍ਰੀ ਅਵਾਰਡ ਦੇਣਾ ਤਾਂ ਇਹ ਪੰਜਾਬ ਸ਼੍ਰੀ ਪੰਜਾਬ ਸ਼੍ਰੀ ਉਹਨਾਂ ਨੇ ਰੱਖ ਲਿਆ, ਆਪਣਾ ਉਹਨਾਂ ਨੇ ਅਵਾਰਡ ਰੱਖ ਲਿਆ। ਜੀ 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 ਉਹਨਾਂ ਨੇ ਆਪਣੇ ਵੱਲੋਂ ਜਿਹੜਾ ਦੇਣਾ ਹੈਗਾ ਤੁਹਾਨੂੰ, ਤੇ ਇਸ ਵਾਸਤੇ ਤੁਹਾਨੂੰ ਸਾਡੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ। ਬਹੁਤ ਬਹੁਤ ਤੇ ਭਾਜੀ ਇੱਕ ਹੋਰ ਗੱਲਾਂ 'ਚ ਗੱਲ ਫੇਰ ਅੱਗੇ ਆ ਜਾਂਦੀ ਹੈ ਕਿ ਹੁਣ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਆਰਟਿਸਟ ਬੈਠੇ ਨੇ ਹਨ ਜੀ। ਬਹੁਤ ਛੋਟੇ ਦਾਇਰੇ ਵਾਲੇ ਵੀ ਹੈਗੇ ਨੇ ਔਰ ਬਹੁਤ ਵੱਡੇ ਦਾਇਰੇ ਵਾਲੇ ਵੀ ਨੇ। ਔਰ ਜਿੱਥੋਂ ਤੱਕ ਮੈਂ ਨੋਟਿਸ ਕੀਤਾ ਹੈ ਕਿ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਠੀਕ ਆ, ਸਾਨੂੰ ਕਿਸੇ ਤੋਂ ਲੈਣ ਦੀ ਕੁਝ ਲੋੜ ਨਹੀਂ, ਸਾਨੂੰ ਮੰਗਣ ਦੀ ਲੋੜ ਨਹੀਂ, ਬਹੁਤ ਸਾਰੇ ਕਲਾਕਾਰ ਹੈਗੇ ਨੇ ਜਿਹੜੇ ਚੁੱਪ ਬੈਠੇ ਨੇ ਜੀ। ਤਾਂ ਕੀ ਕਾਰਨ ਹੈ ਕਿ ਉਹ ਕਿਉਂ ਨਹੀਂ ਬੋਲਣਾ ਚਾਹੁੰਦੇ, ਕਾਹ ਤੋਂ ਨਹੀਂ ਉਹ ਅੱਗੇ ਆਉਣਾ ਚਾਹੁੰਦੇ, ਕਿਉਂ ਉਹ ਆਪਣੇ ਆਪ ਨੂੰ ਇਹ ਚੀਜ਼ ਤੋਂ ਦੂਰ ਲਿਜਾਣਾ ਚਾਹੁੰਦੇ ਆ? ਨਹੀਂ, ਦੂਰ ਨਹੀਂ ਜਾਣਾ ਚਾਹੁੰਦੇ। ਸਾਨੂੰ ਨਾ ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖਿਆ ਨਾ, ਜਦੋਂ ਇਹ ਘਚੋਲਾ ਪੈਂਦਾ ਪੰਜਾਬੀ ਗਾਇਕੀ ਦੇ ਵਿੱਚ, ਘਚੋਲਾ ਨਵਾਂ ਮਤਲਬ ਫਲੋ ਆ ਗਿਆ, ਉਹਦੇ ਵਿੱਚ ਜਿਹੜੇ ਬੱਚੇ ਨੇ ਉਹ ਬੇਸ ਨਾਲੋਂ ਥਿੜਕ ਗਏ। ਜਿਹੜੇ ਹੁਣ ਦੇ ਸਾਡੇ ਨਵੇਂ ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਐਕਚੁਅਲੀ ਗੁਰੂ ਚੇਲੇ ਦੀ ਪਰੰਪਰਾ ਮੰਨਦੀ ਹੋ ਗਈ, ਖਤਮ ਹੋ ਗਈ। ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਨਹੀਂ, ਇਹ ਸੁਹਿਰਦ ਲੋਕਾਂ ਦੀ, ਫੇਕ ਫਕੀਰ ਲੋਕਾਂ ਦੀ ਲਾਈਨ ਹੈ, ਇਹਦੇ ਵਿੱਚ ਕਿਵੇਂ ਗੱਲਾਂ ਕਰਨੀਆਂ, ਕਿਵੇਂ ਪਬਲਿਕ ਨਾਲ ਜੁੜ ਕੇ ਚੱਲਣਾ। ਉਹ ਆਪਣੇ ਉਹਦੇ ਵਿੱਚ ਆਪਣੇ ਗਲੈਮਰ ਦੇ ਵਿੱਚ ਜਾਂ ਸਮਝ ਲਓ ਆਪਣੀ ਸੋਚ ਅਨੁਸਾਰ ਜਦੋਂ ਉਹ ਇਸ ਸਿਸਟਮ ਤੋਂ ਪਰੇ ਹਟ ਕੇ ਖੜ ਕੇ ਗੱਲਾਂ ਕਰਨ ਲੱਗੇ, ਉਹ ਗੀਤਾਂ, ਉਹ ਖਬਰਾਂ ਨੂੰ ਗੀਤ ਬਣਾਉਣ ਲੱਗੇ, ਸੁਣਾਉਣ ਲੱਗੇ। ਗੀਤਾਂ ਦਾ ਵਿਸ਼ਾ ਹੀ ਬਦਲ ਗਿਆ, ਗੀਤਕਾਰੀ ਦਾ ਵਿਸ਼ਾ ਹੀ ਬਦਲ ਗਿਆ। ਸੋ ਨਵੇਂ ਇਹਨਾਂ ਬੱਚਿਆਂ ਦੀ ਸੋਚ ਹੀ ਬਦਲ ਗਈ। ਇਹਨਾਂ ਨੂੰ ਇਹ ਪ੍ਰੋਬਲਮ ਕ੍ਰੀਏਟ ਕਰ ਗਏ ਕੁਛ ਆਪਣੇ ਤੌਰ ਤੇ, ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ। ਸਾਡੇ ਵੇਲੇ ਤਾਂ ਗੁਰੂ ਚੇਲੇ ਦੀ ਇੱਕ ਪਰੰਪਰਾ ਸੀ, ਅਸੀਂ ਉਹਨਾਂ ਤੋਂ ਸਿੱਖਦੇ ਸੀ, ਜੁੱਤੀਆਂ ਖਾਂਦੇ ਸੀ, ਫਿਰ ਲੋਕਾਂ 'ਚ ਜਾਂਦੇ ਸੀ, ਉਹਨਾਂ ਕੋਲ ਬਹਿਣ ਉੱਠਣ ਦਾ, ਬੋਲਣ ਚੱਲਣ ਦਾ, ਲੋਕਾਂ ਨਾਲ ਵਰਤਣ ਦਾ, ਗੀਤਾਂ ਦੀ ਚੋਣ ਦਾ, ਹੈ ਜੀ, ਵੱਖਰਾ ਇੱਕ ਪ੍ਰੋਪਰ ਗੁਲਦਸਤਾ ਗੁੰਦਦੇ ਸੀ। ਉਹ ਬੰਦਾ ਪ੍ਰੋਪਰ ਪ੍ਰਿਪੇਅਰ ਤਿਆਰ ਹੋ ਕੇ ਆਉਂਦਾ ਸੀ। ਤਾਂ ਸਾਡੇ ਵਰਗੇ ਲੋਕ 40 ਸਾਲ ਇਸ ਸਿਸਟਮ 'ਤੇ ਟਿਕੇ ਹੋਏ। ਤੇ ਅੱਜ ਦੇ ਬੱਚੇ ਨੇ ਜਿਹੜੇ, ਉਹ 4 ਸਾਲ 'ਚ ਤਾਂ ਹਵਾ ਵਾਂਗ ਉੱਡ ਰਹੇ, ਕਿਉਂਕਿ ਸਿਸਟਮ ਨਾਲੋਂ ਟੁੱਟ ਕੇ ਪਰੇ ਹੋ ਗਏ। ਉਹਨਾਂ ਲੋਕਾਂ ਦੇ ਵਿੱਚ ਉਹ ਤਾਂ ਸਾਡੇ ਨਾਲ ਨਹੀਂ ਚੱਲ ਸਕੇ। ਘਰੇ ਬੈਠਿਆਂ ਦੇ ਦਿਮਾਗ 'ਚ ਪ੍ਰੋਬਲਮ ਕ੍ਰੀਏਟ ਕਰ ਗਈ ਕਿ ਅਸੀਂ ਵੱਡੇ ਕਲਾਕਾਰ, ਉਹ ਕਿਸੇ ਨੇ ਵੱਡੇ ਨਹੀਂ ਬਣਾਏ। ਅਸੀਂ, ਤੁਹਾਨੂੰ ਮੈਂ ਨਾਂ ਨਹੀਂ ਲੈਣਾ, ਮੇਰੇ ਬੱਚੇ ਹੈ, ਮੇਰੇ ਅਜ਼ੀਜ਼ ਹੈ। 2-4 ਸੱਜਣਾਂ ਨਾਲ ਮੇਰੀ ਗੱਲ ਵੀ ਹੋਈ, ਮੇਰੇ ਸੱਚੀ ਮੁੱਚੀ ਅਜ਼ੀਜ਼ ਹੈ। ਉਹ ਕਹਿੰਦੇ, ਮੈਂ ਆਪਣਾ ਸੁਨੇਹਾ ਲੁਕਮਾਨਾਂ ਕੋਲ ਜਦੋਂ ਤੁਹਾਡੇ ਵਰਗੇ ਸੱਜਣਾਂ ਰਾਹੀਂ ਭੇਜਿਆ, ਉਹ ਕਹਿੰਦੇ ਯਾਰ ਸਾਨੂੰ ਤਾਂ ਤੁਸੀਂ ਪਰੇ ਰਹਿਣ ਦਿਓ, ਅਸੀਂ ਵੱਡੇ ਕਲਾਕਾਰ। ਹੁਣ ਇਸ ਮਸਲੇ ਦਾ ਮੈਂ ਕੀ ਹੱਲ ਕੱਢਾਂ? ਤੁਸੀਂ, ਮੈਂ ਮੀਡੀਆ ਰਾਹੀਂ ਸੌਰੀ, ਮੈਂ ਤੁਹਾਡੀ ਗੱਲ ਵਿੱਚੋਂ ਟੋਕਣ ਲੱਗਾ ਕਿ ਉਹਨਾਂ ਨੇ ਆਪਦੇ ਮੂੰਹ ਇਹ ਗੱਲ ਕਹਿਤੀ ਕਿ ਅਸੀਂ ਵੱਡੇ ਕਲਾਕਾਰ। ਫਿਰ ਤੁਹਾਡਾ ਸਵਾਲ ਅੱਗੋਂ ਮੈਨੂੰ ਲੱਗਦਾ ਇਹੀ ਹੋਊਗਾ ਵੀ ਤੁਹਾਨੂੰ ਬਣਾਇਆ ਵੱਡੇ ਤਾਂ ਬੈਠਾ ਪੰਜਾਬ ਦਾ ਵਰਗ, ਆ ਪੰਜਾਬੀਅਤ ਦੇ ਸਬੂਤ, ਆ ਪੰਜਾਬੀ ਮਾਂ ਬੋਲੀ ਦੇ ਧੀਆਂ ਪੁੱਤ ਜਿਹੜੇ 40 ਸਾਲ ਤੋਂ ਪਰਿਵਾਰਾਂ 'ਚ ਸੱਦ ਕੇ ਪੈਰਾਂ ਥੱਲੇ ਪਲਕਾਂ ਵਿਛਾਈ ਜਾਂਦੇ ਆ ਯਾਰ। ਵੱਡਾ ਬਣਾਉਣ ਵਾਲਾ ਤਾਂ ਪ੍ਰਮਾਤਮਾ ਹੈ। ਸਾਹਿਬ ਹੱਥ ਵਡਿਆਈਆਂ
ਜਿਸ ਭਾਵੇਂ ਤਿਸ ਦੇ। ਇਹ ਕਿਹੜੀਆਂ ਗੱਲਾਂ ਨੇ, 4 ਦਿਨ ਕਿਸੇ ਦੇ ਵਿਊ ਵੱਧ ਗਏ, 4 ਦਿਨ ਕਿਸੇ ਦੇ ਘਟ ਗਏ। ਅੱਜ ਕੱਲ੍ਹ ਤਾਂ ਸਿਸਟਮ ਇਹੋ ਜਿਹਾ ਹੋ ਗਿਆ। ਚਲੋ ਅਸੀਂ ਤਾਂ ਡਿਜੀਟਲ ਬੰਦੇ ਨਹੀਂ ਰਹੇ, ਪਰ ਤੁਹਾਨੂੰ ਦੇਖ ਕੇ ਬਹੁਤ ਕੁਝ ਸਿੱਖ ਰਹੇ ਹਾਂ ਬੱਚਿਆਂ ਨੂੰ। ਵੀ ਇੱਕ 5 ਸਾਲ ਦਾ ਬੱਚਾ ਉੱਠ ਕੇ, 8 ਸਾਲ ਦਾ ਬੱਚਾ ਉੱਠ ਕੇ ਕੋਈ ਪੋਸਟ ਪਾ ਦੇਵੇ ਤਾਂ ਮਿਲੀਅਨ 'ਚ ਵਿਊ ਹੋ ਜਾਂਦੇ ਨੇ ਉਹਦੇ। ਇਹ ਕਿਹੜੇ ਵਡੱਪਣ ਦੀ ਗੱਲ ਕਰਦੇ ਆ। ਤੇ ਦੂਜੇ ਦਿਨ ਉਹ ਕਿਸੇ ਦੇ ਯਾਦ ਵੀ ਨਹੀਂ ਹੁੰਦਾ, ਉਹ ਗਾਇਬ ਹੋ ਜਾਂਦੇ ਆ। ਅਗਲੀ ਕੋਈ ਹੋਰ ਪੋਸਟ ਪਾਈ ਹੁੰਦੀ ਹੈ ਤੇ ਪਿਛਲੇ ਗਰਕ ਹੋਏ ਹੁੰਦੇ ਤੇ ਮੂਹਰੇ ਚਮਕਦੇ ਹੁੰਦੇ। ਨਥਿੰਗ ਯਾਰ, ਇਹ ਕਿਹੜੇ ਵਡੱਪਣ ਨੇ। ਇਹ ਇਹਨਾਂ ਦੀ ਪ੍ਰੋਬਲਮ ਹੈ। ਮੇਰੇ ਕਹਿਣ ਤੋਂ ਭਾਵ ਹੈ ਉਹ ਇਹ ਥਿੰਕਿੰਗ ਨੂੰ ਆਪਣੇ ਆਪ 'ਚ ਉਹਨਾਂ ਨੇ ਪਤਾ ਨਹੀਂ ਕਿਵੇਂ ਇੱਕ ਦਾਇਰੇ 'ਚ ਕਵਰ ਕਰ ਲਿਆ ਜਾਂ ਮਹਿਫੂਜ਼ ਕਰ ਲਿਆ, ਜਾਂ ਤੁਸੀਂ ਸਮਝਦੇ ਵੀ ਉਹ ਇਹ ਸਮਝ ਕੇ ਵੀ ਅਸੀਂ ਵੱਡੇ ਲੋਕਾਂ ਉਹਨਾਂ ਕਿਹਨੇ ਉਹਨਾਂ ਦੇ ਕੰਨ 'ਚ ਫੂਕ ਮਾਰਤੀ ਹੈ। ਮੇਰੇ ਮਤਲਬ ਦਿਮਾਗੋਂ ਬਾਹਰ ਦਾ ਮਸਲਾ ਕਹਿੰਦਾ ਭਾਵ ਇਹ ਹੈ ਕਿ ਜੀ ਉਹ ਠੀਕ ਹੈ, ਇੱਕ ਆਰਟਿਸਟ, ਇੱਕ ਕਲਾਕਾਰ ਜ਼ਰੂਰ ਹੈਗੇ ਆ, ਪਰ ਉਹ ਸਮਾਜ ਦੇ ਲਈ ਨਹੀਂ ਹੈਗੇ, ਸਿਰਫ ਇੱਕ ਦਿਖਾਵੇ ਦੇ ਕਲਾਕਾਰ ਰਹਿ ਗਏ। ਕਿਉਂਕਿ ਉਹਨਾਂ ਨੂੰ ਨਾ ਤਾਂ ਸਮਾਜ ਬਾਰੇ ਔਰ ਨਾ ਲੋਕਾਂ ਦੇ ਦੁੱਖ ਦਰਦ ਬਾਰੇ, ਜੇਕਰ ਉਹਨਾਂ ਨੂੰ ਕੋਈ ਦੁੱਖ ਦਰਦ ਹੁੰਦਾ ਤਾਂ ਅੱਜ ਸ਼ਾਇਦ ਉਹ ਪਹਿਲੀ ਫੋਨ ਕਾਲ ਉਹਨਾਂ ਦੀ ਤੁਹਾਨੂੰ ਆਉਣੀ। ਹਾਂ, ਪਹਿਲੀ ਫੋਨ ਕਾਲ ਆਉਣੀ ਸੀ। ਔਰ ਇੱਕ ਗੱਲ ਮੈਂ ਹੋਰ ਵੀ ਦੱਸ ਦਿਆਂ ਵੀ ਦੇਖੋ, ਬਿਜ਼ਨਸ ਇੱਕ ਹੋਰ ਚੀਜ਼ ਹੈ। ਕਿਸੇ ਸਿਸਟਮ ਦੀ ਸੇਵਾ ਕਰਨੀ, ਜਿਸ ਸਿਸਟਮ 'ਚ ਅਸੀਂ ਜੰਮੇ ਪਲੇ ਹਾਂ, ਉਹਦਾ ਖਾਧਾ, ਉਹਦੀ ਡਿਵੈਲਪਮੈਂਟ ਵਾਸਤੇ, ਉਹਦਾ ਮੂੰਹ ਮੱਥਾ ਸਵਾਰਨ ਵਾਸਤੇ ਤਾਂ ਤੁਹਾਨੂੰ ਧਰਤੀ ਨਾਲ ਜੁੜਨਾ ਪਊਗਾ। ਸਿੱਧੂ ਸਾਹਿਬ, ਜਦੋਂ ਅਸੀਂ ਧਰਤੀ ਤੋਂ ਉੱਠ ਕੇ ਗੱਲ ਕਰਾਂਗੇ ਤਾਂ ਸੰਗੀਤ ਹੈ ਸਾਡਾ ਜਿਹੜਾ ਹਵਾ ਹੋ ਗਿਆ। ਅੱਜ ਫੋਨਾਂ 'ਤੇ ਡੰਮੀਆਂ ਜਾ ਰਹੀਆਂ ਨੇ, ਫੋਨਾਂ 'ਤੇ ਸੰਗੀਤ ਬਣ ਕੇ ਆ ਰਿਹਾ, ਫੋਨਾਂ 'ਤੇ ਅਸੀਂ ਰਿਕਾਰਡਿੰਗਾਂ ਕਰ ਰਹੇ ਹਾਂ, ਤੇ ਫੋਨਾਂ 'ਤੇ ਵੀਡੀਓ ਬਣਾ ਰਹੇ ਹਾਂ, ਤੇ ਫੋਨਾਂ 'ਤੇ ਹੀ ਅਸੀਂ ਛੱਡ ਰਹੇ ਹਾਂ YouTube 'ਤੇ ਫੇਸਬੁੱਕਾਂ 'ਤੇ ਛੱਡ ਰਹੇ ਹਾਂ। ਅਸੀਂ ਹਵਾ ਹੁੰਦੇ ਜਾ ਰਹੇ ਹਾਂ। ਲੋਕੋ ਇਹਨੂੰ ਫੜੋ, ਧਰਤੀ ਨਾਲ ਜੁੜੋ। ਧਰਤੀ ਨਾਲ ਜੁੜੇ ਰਹੋਗੇ ਤਾਂ ਹਰੇ ਰਹੋਗੇ, ਵਰਨਾ ਸੁੱਕ ਜਾਓਗੇ ਦਰਖਤਾਂ ਵਾਂਗ। ਸਮਾਂ ਦਿਨੋਂ ਦਿਨ ਗੁਜ਼ਰ ਰਿਹਾ ਜੀ, ਔਰ ਜਿਹੜੀ ਟੈਕਨੋਲੋਜੀ ਹੈ ਦਿਨੋਂ ਦਿਨ ਵੱਧ ਰਹੀ ਹੈ, ਪਰ ਕਿਤੇ ਨਾ ਕਿਤੇ ਜਾ ਕੇ ਜਿਹੜਾ ਰਿਸ਼ਤਾ ਨਾਤਾ ਹੈਗਾ ਉਹ ਵੀ ਟੁੱਟਦਾ ਜਾ ਰਿਹਾ, ਚਾਹੇ ਉਹ ਸੱਭਿਆਚਾਰ ਦੇ ਨਾਲੋਂ ਲਾ ਲਓ, ਚਾਹੇ ਉਹ ਸਮਾਜ ਦੇ ਨਾਲੋਂ ਲਾ ਲਓ। ਪਰ ਕੁਝ ਐਸੀ ਇਨਸਾਨੀਅਤ ਨਾਲ ਜੁੜੇ ਹੋਏ ਲੋਕ ਵੀ ਹੈਗੇ ਨੇ ਜਿਹੜੇ ਕਿ ਆਪਣੇ ਲੋਕਾਂ ਦੇ ਦੁੱਖ ਨੂੰ ਆਪਣਾ ਦਰਦ ਸਮਝਦੇ ਨੇ, ਕਿਉਂਕਿ ਕਲਾਕਾਰ ਨੂੰ ਬਣਾਉਣ ਵਾਲੇ ਵੀ ਸਰੋਤੇ ਨੇ, ਸਮਾਜ ਬਣਾਉਣ ਵਾਲਾ ਹੁੰਦਾ ਕਲਾਕਾਰ ਨੂੰ। ਔਰ ਜੇਕਰ ਕਲਾਕਾਰ ਇਹ ਸੋਚ ਲੈ ਕਿ ਸ਼ਾਇਦ ਮੈਂ ਇਕੱਲਾ ਹੀ ਆਪਣੇ ਆਪ ਹੀ ਬਣ ਗਿਆ, ਤਾਂ ਮੈਨੂੰ ਲੱਗਦਾ ਵੀ ਜੇਕਰ ਸਰੋਤੇ ਸੁਣਨਗੇ ਨਾ ਤਾਂ ਉਹਨੂੰ ਕਲਾਕਾਰ ਕੋਈ ਨਹੀਂ ਕਹਿ ਸਕਦਾ। ਸੋ ਭਾਈ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਅੱਜ ਮੈਨੂੰ ਲੱਗਦਾ ਵੀ ਜਿੰਨੀਆਂ ਵੀ ਗੱਲਾਂ ਬਾਤਾਂ ਸੀ ਆਪਾਂ ਸਾਰੀਆਂ ਕਲੀਅਰ ਕਰਤੀਆਂ ਹਨ। ਕਿਸੇ ਤਰ੍ਹਾਂ ਦੀ ਕੋਈ ਗੱਲ ਲੋਕੀ ਨਹੀਂ ਰਹਿ ਗਈ। ਤਾਂ ਮੈਂ ਪਹਿਲਾਂ ਵੀ ਅਨਾਉਂਸ ਕੀਤਾ ਸੀਗਾ, ਜੇਕਰ ਕਿਸੇ ਨੂੰ ਫਿਰ ਵੀ ਕੋਈ ਦਿਲ ਦੇ ਵਿੱਚ ਕਿਸੇ ਦੇ ਵਹਿਮ ਹੋਵੇ, ਕੋਈ ਸ਼ੱਕ ਸ਼ੁਬਾ ਹੋਵੇ, ਤਾਂ ਤੁਸੀਂ ਭਾਈ ਉਹਨਾਂ ਦੇ ਗੱਲ ਕਰ ਸਕਦੇ ਹੋ ਨੰਬਰ 'ਤੇ। ਤਾਂ ਬਹੁਤ ਬਹੁਤ ਧੰਨਵਾਦ ਜੀ। ਔਰ ਲਾਸਟ ਦੇ ਵਿੱਚ ਕੋਈ ਆਪਣੇ ਵੱਲੋਂ ਸੁਨੇਹਾ ਦੇਣਾ ਤਾਂ ਜ਼ਰੂਰ। ਤੁਹਾਡੇ ਵੱਲੋਂ ਜੇ ਕਿਸੇ ਮੇਰੇ ਭੈਣ ਭਰਾ ਦੇ ਦਿਮਾਗ 'ਚ ਕੋਈ ਪ੍ਰੋਬਲਮ ਹੈ, ਜਾਂ ਉਹ ਕੋਈ ਸਮਝਦਾ ਹੈ ਬਈ ਮੇਰੇ ਪ੍ਰਤੀ ਕੋਈ ਉਹਨੂੰ ਨਹੀਂ ਗੱਲ ਸਮਝ ਆ ਰਹੀ, ਚੈਨਲ ਰਾਹੀਂ ਵੀ ਨਹੀਂ ਸਮਝ ਆਈ, 98788010 ਮੇਰਾ ਪਰਸਨਲ ਨੰਬਰ ਹੈ। ਜਦੋਂ ਮਰਜ਼ੀ 24 ਘੰਟੇ 'ਚ ਕਿਸੇ ਟਾਈਮ ਵੀ ਐਨੀ ਵੇ ਮੇਰੇ ਨਾਲ ਗੱਲ ਕਰ ਸਕਦਾ, ਕੋਈ ਦਿੱਕਤ ਨਹੀਂ ਹੈ। ਔਰ ਮੈਂ ਇੱਕ ਫੇਰ ਜ਼ਰੂਰ ਬੇਨਤੀ ਕਰੂੰਗਾ ਕਿ ਇਹਨਾਂ ਮੇਰੇ ਭੈਣ ਭਰਾਵਾਂ ਨੂੰ, ਚਲੋ ਇਸ ਵੇਲੇ ਵੈਸੇ ਬਣਦਾ ਤਾਂ ਹੈ ਨਹੀਂ, ਇੱਕਾ ਦੁੱਕਾ ਜਿਹੜੇ ਮੇਰੇ ਭੈਣ ਭਰਾ ਨੇ ਉਹਨਾਂ ਨੂੰ ਬੜੀ ਸੁਹਿਰਦਤਾ ਦੇ ਨਾਲ ਆਪਣੇ ਸੁਭਾਅ ਦੇ ਉੱਤੇ, ਆਪਣੀ ਸੋਚ ਦੇ ਉੱਤੇ ਵਿਚਾਰ ਕਰਕੇ ਮੇਰੇ ਨਾਲ ਡਿਸਕਸ ਕਰ ਲੈਣੀ ਚਾਹੀਦੀ ਹੈ, ਔਰ ਇਹ ਮਾਮਲੇ ਕਲੀਅਰ ਕਰ ਲੈਣੇ ਚਾਹੀਦੇ ਆ। ਮੈਂ ਇੱਕ ਵਾਰੀ ਫੇਰ ਸਮੁੱਚੇ ਸੰਸਾਰ 'ਚ ਵਾਸਤੇ ਸਾਰੇ ਮੀਡੀਆ ਦਾ ਜਿੱਥੇ ਥੈਂਕਸ ਕਰਦਾ, ਥੈਂਕਸਫੁਲ ਹੈ, ਔਰ ਧੰਨਵਾਦ ਕਰਦਾ, ਔਰ ਬੇਨਤੀ ਜ਼ਰੂਰ ਕਰਦਾ ਕਿ ਮਸਲਾ ਅਜੇ ਪਾਲਣੇ ਦੇ ਵਿੱਚ ਹੈ। ਅਜੇ ਇਹ ਬੱਚਾ ਜੰਮਿਆ, ਇੰਟਰਨੈਸ਼ਨਲ ਲੋਕ ਹੈ, ਕਲਾ ਮੰਚ ਦਾ ਜਿਹੜਾ ਪਹਿਲਾ ਪੁਆਇੰਟ ਅਸੀਂ ਪਾਲਣੇ ਦੇ ਵਿੱਚ ਹੈ। ਸਾਨੂੰ ਤੁਸੀਂ ਡੋਜ਼ ਦਿੱਤੀ ਹੈ ਦੁੱਧ ਦੀ, ਤੇ ਇਸੇ ਤਰ੍ਹਾਂ ਤੁਸੀਂ ਆਪਣੀ ਤਾਕਤ ਦਾ, ਤੁਸੀਂ ਆਪਣੀ ਲਿਆਕਤ ਦਾ, ਤੁਸੀਂ ਆਪਣੀ ਸਿਆਣਪ ਦਾ ਹੱਥ ਸਾਡੇ ਸਿਰ ਤੇ, ਸਾਡੇ ਮੰਚ ਤੇ ਰੱਖਿਓ ਜ਼ਰੂਰ। ਸਮੁੱਚੇ ਸੰਸਾਰ 'ਚ ਵਾਸਤੇ ਪ੍ਰਿੰਟ ਮੀਡੀਆ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ, ਚਾਹੇ ਕਿਸੇ ਵੀ ਤਰ੍ਹਾਂ ਦਾ ਅਦਾਰ ਹੈ, ਮੈਂ ਤੁਹਾਡਾ ਬੜੇ ਅਦਬ ਸਹਿਤ ਆਤਮਾ 'ਚੋਂ ਪ੍ਰੇਮ ਕਰਦਾ, ਪਿਆਰ ਕਰਦਾ, ਤੁਹਾਨੂੰ ਸਲੂਟ ਕਰਦਾ, ਔਰ ਅੱਗੇ ਵਾਸਤੇ ਤੁਹਾਡੇ ਪ੍ਰੇਮ ਪਿਆਰ ਦੀ ਇਸੇ ਤਰ੍ਹਾਂ ਪੁਰਜੋਰ ਅਪੀਲ ਕਰਦਾ ਤੇ ਆਸ ਕਰਦਾ। ਸੋ ਤੁਹਾਡਾ ਅਦਾਰੇ ਦਾ, ਤੁਹਾਡੇ ਪੰਜਾਬੀ ਟਾਕ ਟੀਵੀ ਦੇ ਸਮੁੱਚੇ ਅਦਾਰੇ ਦਾ, ਆਪਣੇ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਦਾ, ਸਮੁੱਚੇ ਪੰਜਾਬੀਅਤ ਦਾ, ਸਮੁੱਚੇ ਪੰਜਾਬੀ ਮਾਂ ਬੋਲੀ ਦੇ ਧੀਆਂ ਪੁੱਤਾਂ ਦਾ, ਇਹਨੂੰ ਪਿਆਰ ਕਰਨ ਵਾਲਿਆਂ ਦਾ, ਇਹਨੂੰ ਸਮਝਣ ਵਾਲਿਆਂ ਦਾ, ਇਹਨੂੰ ਸੁਣਨ ਵਾਲਿਆਂ ਦਾ, ਸਾਡੇ ਸੰਗੀਤਕਾਰ ਲੋਕਾਂ ਦਾ ਮਾਣ ਸਤਿਕਾਰ ਕਰਨ ਵਾਲੇ ਮੇਰੇ ਭੈਣ ਭਰਾਵਾਂ ਦਾ ਮੈਂ ਸੁੱਖ ਮੰਗਦਾ, ਧੰਨਵਾਦ ਕਰਦਾ। ਤੁਹਾਡੀ ਸਿਹਤ ਵਾਸਤੇ, ਤੁਹਾਡੇ ਬਾਲ ਬੱਚਿਆਂ ਵਾਸਤੇ, ਤੁਹਾਡੀਆਂ ਫਸਲਾਂ ਬਾੜੀਆਂ ਦੇ, ਤੁਹਾਡੇ ਡੰਗਰਾਂ ਢੋਰਾਂ ਦੀ ਸੁੱਖ ਮੰਗਦਾ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਰੋਸ਼ਨ ਭਵਿੱਖ ਦੀ ਕਾਮਨਾ ਕਰਦਾ ਹੋਇਆ ਤੁਹਾਡਾ ਹਾਕਮ ਬਖਤੜੀ ਵਾਲਾ ਤੁਹਾਨੂੰ ਧੰਨਵਾਦ ਕਰਦਾ ਹਾਂ। ਔਰ ਤੁਸੀਂ ਬਣੇ ਰਹੋ ਇਸੇ ਤਰ੍ਹਾਂ। ਇੰਟਰਨੈਸ਼ਨਲ ਲੋਕ ਹੈ ਕਲਾ ਮੰਚ ਦੇ ਨਾਲ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ, ਆਪਣਾ ਹਾਕਮ ਬਖਤੜੀ ਵਾਲਾ। ਭਾਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਸਮੇਂ 'ਚੋਂ ਸਮਾਂ ਦਿੱਤਾ। ਸੋ ਤੁਸੀਂ ਦੇਖ ਰਹੇ ਸੀ ਪੰਜਾਬੀ ਟਾਕ ਟੀਵੀ। ਸੋ ਅੱਜ ਸਾਡੇ ਨਾਲ ਸੀ ਪੰਜਾਬ ਦੀ ਸੁਰੀਲੀ ਤੇ ਸੁੱਚੀ ਆਵਾਜ਼, ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਉਮੀਦ ਆ ਤੁਸੀਂ ਇਹਨਾਂ ਗੱਲਾਂ ਨੂੰ ਫੋਲੋ ਕਰੋਗੇ
ਤਾਂ ਇਸੇ ਤਰ੍ਹਾਂ ਦੇਖਦੇ ਰਹੋ ਪੰਜਾਬੀ ਟਾਕ ਟੀਵੀ। ਨੈਕਸਟ ਟਾਈਮ ਫੇਰ ਤੋਂ ਤੁਹਾਨੂੰ ਕਿਸੇ ਵਧੀਆ ਆਰਟਿਸਟ ਦੇ ਨਾਲ ਇਸੇ ਤਰ੍ਹਾਂ ਭਗਤ ਦੇ ਮੁੱਦੇ ਤੇ ਫੇਰ ਗੱਲਾਂ ਬਾਤਾਂ ਕਰਦੇ ਰਵਾਂਗੇ। ਬਹੁਤ ਬਹੁਤ ਧੰਨਵਾਦ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।